ਕਰ ਰਿਹਾ ਮੈਂ ਕਿਉਂਕਿ ਤੇ ਅੱਜ ਆਪਾਂ ਤੁਹਾਨੂੰ ਰਿਕਾਰਡਿੰਗ ਰੂਮ ਨਾ ਬਣਾ ਦਈਏ ਉਧਰ। ਨਹੀਂ ਕੋਈ ਨਹੀਂ ਜੀ। ਹਾਂਜੀ ਹਾਂਜੀ ਬੋਲੋ। 655 ਅੰਗ ਤੋਂ ਕਬੀਰ ਜੀ ਦੇ ਸ਼ਬਦ ਲੈ ਰਹੇ ਹਾਂ ਜੀ। ਇਹ ਸੋਠ ਰਾਗ ਦੇ ਵਿੱਚ ਆਪਾਂ 6ਵਾਂ ਸ਼ਬਦ ਲੈ ਰਹੇ ਹਾਂ। 655 ਅੰਗ। ਜਿਹ ਬਾਜ ਨਾ ਜੀਆ ਜਾਈ, ਜੋ ਮਿਲੇ ਤਾਂ ਕਾਲ ਅਗਾਈ। ਕਹਿੰਦੇ ਜਿਸ ਆਪਾਂ ਦੁਨੀਆ ਦੇ ਵਿੱਚ ਆਏ ਹਾਂ ਤੇ ਇੱਕ ਐਸਾ ਜਿਹੜਾ ਹੈਗਾ ਪਰਮਾਤਮਾ ਦਾ ਨਿਯਮ ਹੈਗਾ। ਪਰਮਾਤਮਾ ਨੇ ਐਸਾ ਰਸਤਾ ਰੱਖਿਆ ਹੋਇਆ ਆ ਕਿ ਜਿਹਦੇ ਨਾਲ ਕਿ ਆਪਾਂ ਨੂੰ ਆਤਮਿਕ ਜੀਵਨ ਜਿਹੜਾ ਹੈਗਾ ਮਿਲਦਾ ਹੈ। ਆਤਮਿਕ ਜੀਵਨ, ਸਦੀਵ ਜੀਵਨ ਮਿਲ ਸਕਦਾ ਹੈ ਆਪਾਂ ਨੂੰ। ਜਿਵੇਂ ਪਰਮਾਤਮਾ ਹੈ ਉਸ ਤਰ੍ਹਾਂ ਜਿਹੜੇ ਹੈਗੇ ਆਪਾਂ ਵੀ ਸਦੀਵ ਮਾਲਕ ਦਾ ਸਾਥ ਮਾਣ ਸਕਦੇ ਹਾਂ। ਕਹਿੰਦੇ ਉਹਦੇ ਬਗੈਰ ਗਤੀ ਨਹੀਂ ਰੁਕ ਸਕਦੀ, ਉਹਦੇ ਬਗੈਰ ਜਨਮ ਮਰਨ ਦਾ ਗੇੜਾ ਨਹੀਂ ਰੁਕ ਸਕਦਾ। ਜੇ ਬਾਜ ਨਾ ਜੀਆ ਜਾਏ, ਕਹਿੰਦੇ ਉਹਦੇ ਬਗੈਰ ਆਤਮਿਕ ਜੀਵਨ ਨਹੀਂ ਮਿਲ ਸਕਦਾ ਭਾਈ। ਆਤਮਿਕ ਜੀਵਨ ਨਹੀਂ ਜੀ ਸਕਦਾ। ਤੈਨੂੰ ਇਸੇ ਤਰੀਕੇ ਦੇ ਨਾਲ ਇਹ ਜੂਨਾਂ ਦੇ ਵਿੱਚ ਹੀ ਆਉਣਾ ਪਊਗਾ। ਔਰ ਇਹ ਗਰੰਟੀ ਨਹੀਂ ਹੈਗੀ ਬਈ ਕਿਹੜੀ ਜੂਨ ਮਿਲੂਗੀ ਤੈਨੂੰ, ਮਨੁੱਖ ਜੂਨ ਮਿਲੇਗੀ ਦੁਬਾਰਾ, ਇਹ ਨਹੀਂ ਗਰੰਟੀ, ਕੋਈ ਗਰੰਟੀ ਨਹੀਂ ਹੈਗੀ। ਜੇ ਤੇਰੇ ਕਰਮ ਹੈਗੇ ਉਹ ਜਿਹੜਾ ਹੈਗਾ ਜੋ ਬੀਜਿਆ ਹੈ ਤੂੰ ਸਰੀਰ ਦੇ ਵਿੱਚ, ਖੇਤ ਸਰੀਰ ਜੋ ਬੀਜਿਆ ਸੋ ਅੰਤ ਖਲੋਇਆ ਹੈ। ਉਸੇ ਹਿਸਾਬ ਦੇ ਨਾਲ ਤੈਨੂੰ ਜਿਹੜਾ ਹੈਗਾ ਉਹ ਤੇਰਾ ਸਰੀਰ ਮਿਲੂਗਾ, ਤੈਨੂੰ ਭਾਂਡਾ ਮਿਲੂਗਾ। ਔਰ ਉਹਦੇ ਵਾਸਤੇ ਕਦੋਂ ਮਿਲੂਗਾ ਉਹ ਵੀ ਕੋਈ ਗਰੰਟੀ ਨਹੀਂ ਹੈਗੀ। ਕਦੋਂ ਤੈਨੂੰ ਸਰੀਰ ਲੈਸ ਰਹਿਣਾ ਪਊਗਾ। ਪ੍ਰੇਤ ਜਿਹੜੇ ਹੁੰਦੇ ਜਿਸ ਤਰ੍ਹਾਂ ਭੂਤ ਪ੍ਰੇਤ ਦੀਆਂ ਜੂਨਾਂ ਹੁੰਦੀਆਂ, ਇਸ ਤਰ੍ਹਾਂ ਤੈਨੂੰ ਜਿਹੜਾ ਹੈਗਾ ਉਹ ਬਗੈਰ ਸਰੀਰ ਦੇ ਕਿੰਨੀ ਦੇਰ ਰਹਿਣਾ ਪਊਗਾ ਉਹ ਵੀ ਕੋਈ ਨਹੀਂ ਕਹਿ ਸਕਦੇ। ਇਹ ਸਾਰੀ ਮਾਲਕ ਦੀ ਖੇਡ ਹੈਗੀ ਆ। ਜਿਹ ਬਾਜ ਨਾ ਜੀਆ ਜਾਈ, ਜੋ ਮਿਲੇ ਤਾਂ ਕਾਲ ਲਗਾਈ। ਜੇ ਉਹ ਮਿਲ ਜਾਏ, ਉਹ ਕਲਾ, ਉਹ ਗੁਰ, ਉਹ ਗਿਆਨ ਜੇ ਉਹ ਮਿਲ ਜਾਏ ਤੇ ਫਿਰ ਜਿਹੜਾ ਹੈਗਾ ਫਿਰ ਕਹਿੰਦੇ ਆ ਬਸ ਫਿਰ ਕਾਲਨਾ ਹੋ ਗਈ ਪੂਰੀ। ਬਸ ਆ ਗਿਆ, ਫਿਰ ਕਾਲਨਾ ਦੀ ਲੋੜ ਨਹੀਂ ਹੈ, ਹੋ ਗਈ ਪੂਰੀ ਕਾਲਨਾ। ਜੇ ਉਹ ਕਲਾ, ਜੇ ਉਹ ਜੀਵਨ ਜਾਚ ਆ ਜਾਏ ਆਪਾਂ ਨੂੰ, ਜਿਹਦੇ ਬਗੈਰ ਆਪਾਂ ਆਤਮਿਕ ਜੀਵਨ ਨਹੀਂ ਪ੍ਰਾਪਤ ਕਰ ਸਕਦੇ, ਤੇ ਫਿਰ ਜਿਹੜਾ ਹੈਗਾ ਫਿਰ ਕਹਿੰਦੇ ਆ ਜੋ ਮਿਲੇ ਤੋਂ ਘਾ ਲਗਾਈ। ਅਗਾ ਜਾਂਦਾ ਹੈ ਆਪਣਾ, ਰੱਜ ਜਾਂਦਾ ਇਨਸਾਨ ਜਿਹੜਾ ਜਨਮ ਮਰਨ ਦਾ ਗੇੜਾ ਸਰੀਰ ਪ੍ਰਕਿਰਤੀ ਦੀ ਕੈਦ ਚੋਂ ਬਾਹਰ ਹੋ ਜਾਂਦਾ ਹੈ। ਸਦ ਜੀਵਨ ਭਲੋ ਕਹਾਂ ਹੀ, ਇਹੀ ਸਦ ਜੀਵਨ ਹੈ, ਸਦੀਵ ਜੀਵਨ। ਸਦ ਜੀਵਨ ਮਤਲਬ ਸਦੀਵ ਜੀਵਨ। ਕਹਿੰਦੇ ਇਹੀ ਭਲਾ ਹੈ ਪਿਆਰਿਆ। ਦੁਨੀਆ ਵੀ ਇਹਨੂੰ ਭਲਾ ਕਹਿੰਦੀ ਹੈ। ਤੂੰ ਕਿਸੇ ਵੀ ਧਾਰਮਿਕ ਜਿਹੜੇ ਹੈਗੇ ਆ ਗ੍ਰੰਥ ਨੂੰ, ਧਾਰਮਿਕ ਬ੍ਰਹਮ ਗਿਆਨੀ ਨੂੰ, ਕਿਸੇ ਨੂੰ ਵੀ ਕੰਸਲਟ ਕਰਕੇ ਦੇਖ ਲਾ। ਸਦ ਜੀਵਨ ਭਲੋ ਕਹਾਂ ਹੀ, ਮੂਏ ਬਿਨ ਜੀਵਨ ਨਾਹੀ। ਹੁਣ ਇੱਕ ਚੀਜ਼ ਹੋਰ ਹੈਗੀ ਆ ਬਈ ਮੂਏ ਤੋਂ ਬਗੈਰ, ਮਰਨ ਤੋਂ ਬਗੈਰ ਜੀਵਨ ਨਹੀਂ। ਹੁਣ ਮਰਨਾ ਕੀ ਹੈ ਮਤਲਬ ਬਈ ਆਪਾਂ ਨੇ ਜਾ ਕੇ ਜਿਹੜਾ ਹੈਗਾ ਬਨਾਰਸ ਦੇ ਆਰੇ ਦੇ ਉੱਤੇ ਦੁਫਾੜ ਹੋ ਜਾਣਾ। ਜਿਹੜੇ ਖੂਹ 'ਚ ਆਰੇ ਰੱਖੇ ਸੀ ਬਈ ਇਸ 'ਤੇ ਜਿਹੜਾ ਹੈਗਾ ਛਾਲ ਮਾਰ ਦਿਓ, 2 ਫਾੜ ਹੋ ਜਾਓ ਤੇ ਜਿਹੜਾ ਹੈਗਾ ਮੁਕਤੀ ਹੋ ਜਾਏਗੀ। ਨਾ, ਮਹਾਰਾਜ ਤਾਂ ਕਹਿੰਦੇ ਭਾਈ ਆਹ ਸਰੀਰ ਮਿਲਿਆ ਆ, ਇਹ ਸਰੀਰ ਜਿਹੜਾ ਹੈਗਾ ਇਹ ਕਿਹੜੇ ਪਾਸੇ ਨੂੰ ਜਿਉਂਦਾ ਹੋ ਰਿਹਾ ਤੇਰਾ ਸਰੀਰ ਦੁਨੀਆ ਦੇ ਪਦਾਰਥਾਂ ਦੇ ਵਿੱਚ, ਰਸਾਂ ਕਸਾਂ ਦੇ ਵਿੱਚ, ਮਾਇਆ ਦੇ ਵਿੱਚ ਤੂੰ ਜੀਵਨ ਹੈਗਾ। ਉੱਧਰੋਂ ਜਿਹੜਾ ਹੈਗਾ ਮਰਨਾ ਪਊਗਾ। ਮਰਨਾ ਕੀ ਆ ਬਈ ਆਪਾਂ ਇੱਕਦਮ ਜਿਹੜਾ ਹੈਗਾ ਕਮਰੋੜ ਹੋ ਜਾਣਾ, ਇੱਕਦਮ ਛੱਡ ਦੇਣੀ ਹੈ ਮਾਇਆ? ਨਹੀਂ, ਮਹਾਰਾਜ ਕਹਿੰਦੇ ਉੱਧਰੋਂ ਤੇਰੇ ਜਿਹੜੇ ਹੈਗੇ ਸਵਾਸ, ਤੇਰੀ ਜਿਹੜੀ ਹੈ ਪ੍ਰਾਣ ਸ਼ਕਤੀ, ਤੇਰੀ ਜਿਹੜੀ ਜੀਵਨ ਦੀ ਯਾਤਰਾ, ਉੱਧਰੋਂ ਸੰਕੋਚ ਕਰਕੇ ਜਿਹੜਾ ਹੈਗਾ ਇਹ ਇਸ ਪਾਸੇ ਲਗਾਉਣਾ ਪੈਣਾ ਹੈ ਭਾਈ। ਜੇ ਬਾਜ ਨਾ ਜੀਆ ਜਾਏ, ਉਹ ਕੰਮ ਕਰਨਾ ਪਊਗਾ ਤੈਨੂੰ। ਮੂਏ ਬਿਨ ਜੀਵਨ ਨਾ ਹੀ, ਕਹਿੰਦੇ ਉਸ ਤੋਂ ਉੱਧਰੋਂ ਸੰਕੋਚੇ ਬਗੈਰ। ਕਿਉਂਕਿ ਇਨਸਾਨ ਦੇ ਕੋਲ, ਆਪਣੇ ਕੋਲ ਤਾਂ ਜਿਹੜਾ ਸਰੀਰ ਹੈਗਾ ਔਰ ਆਪਣੇ ਕੋਲ ਸਵਾਸ ਹੈਗੇ। ਬਸ ਜਿੱਧਰ ਨੂੰ ਮਰਜ਼ੀ ਲਗਾ ਦਿਓ ਇਹ ਸਰੀਰ ਨੂੰ ਔਰ ਸਵਾਸ ਨੂੰ। ਜੋ ਅੰਦਰ ਸੁਰਤ ਮਤ ਮਨ ਬੁੱਧ ਜੋ ਹੈਗਾ ਉਹਨੂੰ ਜਿਹੜੇ ਪਾਸੇ ਮਰਜ਼ੀ, ਪਰ ਇੱਕ ਪਾਸੇ ਲੱਗੂਗਾ, 2 ਪਾਸੇ ਨਹੀਂ ਲੱਗਦੇ। ਇੱਕ ਪਾਸੇ ਲੱਗੂਗਾ, ਜਿਹੜੇ ਪਾਸੇ ਮਰਜ਼ੀ ਲਗਾ ਦਿਓ। ਦੋਨੋਂ ਪਾਸੇ ਜਿਹੜੇ ਹੈਗੇ, ਇੱਕ ਪਾਸੇ ਲਾਵਾਂਗੇ ਦੂਜਾ ਪਾਸਾ ਜਾਊਗਾ। ਜਿਹ ਬਾਜ ਨਾ ਜੀਆ ਜਾਏ, ਜੋ ਮਿਲੇ ਤਾਂ ਘਾ ਲਗਾਈ। ਸਦ ਜੀਵਨ ਭਲੋ ਕਹਾਂ ਹੀ, ਮੂਏ ਬਿਨ ਜੀਵਨ ਨਾਹੀ।
ਔਰ ਇਹਦੇ 'ਚ ਇਹ ਨਹੀਂ ਹੈ ਕਿ ਮਹਾਰਾਜ ਇਹ ਨਹੀਂ ਕਹਿ ਰਹੇ ਕਿ ਤੂੰ ਜਿਹੜਾ ਹੈਗਾ ਬਿਲਕੁਲ ਜਿਹੜਾ ਹੈਗਾ ਦੁਨੀਆ ਦੇ ਜਿਹੜੇ ਹੈਗੇ ਸਰੀਰ ਪੇਟ ਦਿੱਤਾ ਹੈ, ਸਰੀਰ ਮਾਲਕ ਪਰਮਾਤਮਾ ਨੇ ਸਾਰੇ ਜਿਹੜੇ ਦੁਨੀਆ ਦੇ ਪਦਾਰਥ ਹੈਗੇ, ਕਹਿੰਦੇ ਇਹਨਾਂ ਨੂੰ ਯੂਜ਼ ਕਰ, ਪਰ ਇਹਨਾਂ ਦੇ ਵਾਸਤੇ ਤੇਰਾ ਜੀਵਨ ਨਹੀਂ ਹੈਗਾ। ਆਪਣਾ ਸਾਰਾ ਦਾ ਸਾਰਾ ਜੀਵਨ ਇਸ ਪਾਸੇ ਨਾ ਲਗਾ, ਔਰ ਉਹਨੂੰ ਜਿਹੜਾ ਮੇਨ ਕੰਮ ਹੈਗਾ ਸੱਧ ਜੀਵਨ ਵਾਲੀ ਗੱਲ ਜਿਹੜੀ ਹੈਗੀ ਉਹਦੇ ਵਾਸਤੇ ਜਿਹੜਾ ਹੈਗਾ ਗਿਆਨ ਲੈ ਲਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ ਸੰਗਤ ਜੀ। ਉਹ ਕਹਿ ਰਹੇ ਨੇ, ਜੋ ਸਾਨੂੰ ਸਮਝਾ ਰਹੇ ਨੇ ਕਿ ਜਿੰਨਾ ਚਿਰ ਤੱਕ ਕਹਿੰਦੇ ਨਾ ਮੂਏ ਬਿਨ ਜੀਵਨ ਨਹੀਂ, ਜਿੰਨਾ ਚਿਰ ਤੂੰ ਮਰੇਂਗਾ ਨਹੀਂ, ਤੇਰਾ ਅਗਿਆਨ ਨਹੀਂ ਮਰਦਾ, ਉਹਨਾਂ ਚਿਰ ਤੱਕ ਤੈਨੂੰ ਜੀਵਨ ਕਿੱਦਾਂ ਜੀਣਾ ਹੈ ਤੈਨੂੰ ਅਕਲ ਨਹੀਂ ਆਉਣੀ। ਇਹ ਸੱਚ ਹੈ। ਦੇਖੋ ਪਤਾ ਕੀ ਹੈ, ਆਪ ਅੰਡਰਸਟੈਂਡ ਕਰੋ ਪਲੀਜ਼। ਦੁਨੀਆ ਤੇ ਦੋ ਤੱਤ ਨੇ, ਇੱਕ ਦੇਵਤਾ ਹੈ ਤੇ ਇੱਕ ਰਾਖਸ਼ ਹੈ। ਸਹੀ ਹੈ ਨਾ ਜੱਜ ਸਾਹਿਬ? ਬਿਲਕੁਲ। ਹੁਣ ਕੋਈ ਕਹਿੰਦਾ ਹੈ ਕਿ ਭਾਜੀ ਕਿੱਦਾਂ ਪਤਾ ਲੱਗੂ ਕੌਣ ਦੇਵਤਾ ਤੇ ਕੌਣ ਰਾਖਸ਼ ਹੈ? ਮੈਂ ਉਹਨੂੰ ਕਿਹਾ ਵੀਰ ਜੀ ਦੋ ਹੈਗੇ ਤੱਤ, ਇੱਕ ਦੇਵਤਾ ਹੈ ਇੱਕ ਰਾਖਸ਼ ਹੈ। ਮੈਂ ਦੇਵਤਾ ਉਹ ਵਾ ਜਿਹੜੇ ਮਨੁੱਖ ਦੇ ਜੀਵਨ ਚ ਧਰਮ ਆ, ਜਿਹਨੂੰ ਪਤਾ ਹੈ ਕਿ ਜੀਵਨ ਨੂੰ ਜਿਉਣਾ ਕਿੱਦਾਂ। ਜੀ ਨਜਰ ਸਾਹਿਬ? ਬਿਲਕੁਲ। ਤੇ ਬਾਕੀ ਜਿਹੜਾ ਬੰਦਾ ਕਾਮ ਚ ਗਵਾਚਿਆ, ਕ੍ਰੋਧ ਚ ਗਵਾਚਿਆ, ਲੋਭ ਚ ਗਵਾਚਿਆ, ਮੋਹ ਚ ਗਵਾਚਿਆ, ਹੰਕਾਰ ਚ ਗਵਾਚਿਆ, ਰਾਗ ਚ ਗਵਾਚਿਆ, ਦਵੈਸ਼ ਚ ਗਵਾਚਿਆ। ਦਵੈਸ਼ ਦਾ ਮਤਲਬ ਈਰਖਾ ਚ। ਇਹ ਰਾਖਸ਼ ਬ੍ਰਿਤੀ ਜੇ। ਸਹੀ ਨਜਰ ਸਾਹਿਬ? ਬਿਲਕੁਲ ਠੀਕ ਹੈ ਜੀ। ਆਪ ਫਿਰ ਮੈਂ ਕਹਿ ਦਵਾਂ, ਆਪ ਨੂੰ ਪਤਾ ਲੱਗ ਜੇ ਸਾਰਿਆਂ ਨੂੰ, ਦੋ ਤੱਤ ਹੈਗੇ ਨੇ, ਇੱਕ ਦੇਵਤਾ ਹੈ ਇੱਕ ਰਾਖਸ਼ ਹੈ। ਦੇਵਤੇ ਦਾ ਮਤਲਬ ਜਿਹਦੇ ਜ਼ਿੰਦਗੀ 'ਚ ਧਰਮ ਆ। ਧਰਮ ਉਦੋਂ ਆਉਣਾ ਮੈਂ ਤੁਹਾਡੇ ਜੀਵਨ 'ਚ ਜਦੋਂ ਤੁਸੀਂ ਤੁਰੀ ਅਵਸਥਾ ਨੂੰ ਦੇਖ ਲਿਆ। ਜਾਗਰਤ ਅਵਸਥਾ ਜਿਹੜੀ ਹੁੰਦੀ ਇਹਨੂੰ ਕਹਿੰਦੇ ਆ, ਇਹਦਾ ਅਨੁਭਵ ਹੁੰਦਾ ਹੈ ਸਥੂਲ ਸਰੀਰ 'ਚ। ਠੀਕ ਹੈ, ਜਾਗਰਤ ਅਵਸਥਾ ਦਾ ਅਨੁਭਵ ਅਸੀਂ ਸਥੂਲ ਸਰੀਰ 'ਚ ਕਰਦੇ ਹਾਂ, ਤੇ ਸਪਨ ਅਵਸਥਾ ਜਿਹੜਾ ਹੁੰਦਾ ਹੈ ਉਹਨੂੰ ਅਸੀਂ ਸੂਖਮ ਸਰੀਰ 'ਚ ਅਨੁਭਵ ਕਰਦੇ ਹਾਂ। ਸੂਖਮ ਮਤਲਬ ਉੱਥੇ ਸਰੀਰ ਤੇ ਨਹੀਂ ਹੈਗਾ, ਪਰ ਸਾਡਾ ਸੂਖਮ ਸਰੀਰ ਜਿਹੜਾ ਸਾਡਾ ਅੰਦਰ ਕੋਸ਼ ਆ, ਸੂਖਮ ਜਿਹੜੀ ਅੰਦਰ ਕਿਰਿਆ ਚੱਲਦੀ ਆ, ਉਹਦਾ ਹਿੱਸਾ ਹੈ। ਇੱਕ ਨਾ ਗੌਰਕੀ ਸਾਹਿਬ ਸਾਧ ਸੰਗਤ ਨੂੰ ਇਹ ਵੀ ਦੱਸ ਦਈਏ ਵੀ ਸਥੂਲ ਦਾ ਮਤਲਬ ਹੁੰਦਾ ਹੈ ਕਿ ਫਿਜ਼ੀਕਲ ਸਰੀਰ, ਜੋ ਆਪਣਾ ਬਾਹਰੀ ਸਰੀਰ ਹੈਗਾ ਉਹਨੂੰ ਸਥੂਲ ਸਰੀਰ ਕਹਿੰਦੇ। ਹਾਂਜੀ ਵੀਰ। ਠੀਕ ਹੈ ਜੀ। ਸਥੂਲ ਸਰੀਰ ਦਾ ਮਤਲਬ ਜਿਹੜਾ ਆਪਣਾ ਆੜੇ ਹੱਡ ਮਾਸ। ਹਾਂਜੀ ਠੀਕ ਹੈ। ਹੁਣ ਅੱਖਾਂ ਬੰਦ ਕਰਕੇ ਜਦੋਂ ਆਪਾਂ ਅੰਤਰ ਧਿਆਨ ਕਰਦੇ ਹਾਂ, ਉਹ ਸੂਖਮ ਸਰੀਰ ਹੈ ਸਾਡਾ, ਵਿਚਾਰ ਮੰਡਲ, ਜਿੱਥੇ ਤਰੰਗਾਂ ਪੈਦਾ ਹੁੰਦੀਆਂ ਨੇ। ਉਹ ਕੋਈ ਹੱਡ ਮਾਸ ਦਾ ਨਹੀਂ ਹੈਗਾ। ਉਹ ਸਾਡੇ ਮਤਲਬ ਸਾਡਾ ਜਿਹੜਾ ਅੰਤਰਾਕਰਨ ਆ, ਸਾਡਾ ਕਿੱਦਾਂ ਦਾ ਕਿਰਦਾਰ ਆ, ਸਾਡਾ ਕਿੱਦਾਂ ਦੇ ਸੰਸਕਾਰ ਨੇ, ਅਸੀਂ ਕਿੱਦਾਂ ਦੇ ਅੰਦਰੋਂ ਆ, ਉਹ ਆ ਸਾਡਾ ਉਹ ਜਿਹੜਾ ਉਹਨੂੰ ਕਹਿੰਦੇ ਆ ਸੂਖਮ ਸਰੀਰ। ਔਰ ਉਸ ਤੋਂ ਵੀ ਅੱਗੇ ਇੱਕ ਹੋਰ ਸਰੀਰ ਹੈਗਾ, ਉਹਨੂੰ ਕਾਰਨ ਸਰੀਰ ਕਹਿੰਦੇ ਆ। ਕਾਰਨ ਸਰੀਰ ਦਾ ਮਤਲਬ ਉਸ ਨੂੰ ਅਨੁਭਵ ਕਰਨ ਦਾ ਜਿਹੜਾ ਤਰੀਕਾ ਹੈਗਾ ਉਹ ਹੈਗਾ ਸੁਖਾਪਤੀ। ਮਤਲਬ ਕਾਰਨ ਸਰੀਰ 'ਚ ਹੁੰਦੇ ਨੇ, ਬੀਜ ਹੁੰਦੇ ਨੇ, ਉਹ ਉੱਥੇ ਰਹਿ ਜਾਂਦੇ ਨੇ। ਜਿਹੜਾ ਸੁਖਾਪਤੀ 'ਚ ਵੀ ਆਪਾਂ ਜਾਂਦੇ ਰਾਤ ਨੂੰ, ਆਪ ਜਿਹੜਾ ਵੀ ਸੁੱਖ ਪ੍ਰਾਪਤ ਕਰਦੇ ਜੋ ਨਾ ਰਾਤ ਨੂੰ, ਜਦੋਂ ਆਪ ਸੌਂਦੇ ਜੋ ਤੇ ਦਿਨੇ ਜਦੋਂ ਉੱਠਦੇ ਜੋ, ਤੇ ਤੁਹਾਨੂੰ ਜਿਹੜਾ ਅਨੁਭਵ ਹੁੰਦਾ ਨਾ, ਥੋੜੀ ਸ਼ਾਂਤੀ ਮਿਲਦੀ ਆ, ਤਾਜ਼ਗੀ ਮਿਲਦੀ ਆ, ਉਹ ਸੁਖਾਪਤੀ ਦਾ ਅਨੁਭਵ ਹੈ। ਉਹ ਸੁਖਾਪਤੀ ਵੀ ਗੋਰਕੀ ਸਾਹਿਬ ਇਹ ਵੀ ਦੱਸ ਦਈਏ ਵੀ ਇੱਕ ਤਾਂ ਜਾਗਰਤ ਅਵਸਥਾ, ਇੱਕ ਜਿਹੜੀ ਨੀਂਦ ਵਾਲੀ ਅਵਸਥਾ ਹੈ, ਜਿੱਥੇ ਆਪਾਂ ਨੂੰ ਜਿਹੜੀ ਹੈਗੀ ਸੁਪਨੇ ਆਉਂਦੇ ਆ, ਇਹ ਸੁਪਨ ਅਵਸਥਾ। ਇੱਕ ਜਿਹੜੀ ਹੈਗੀ ਸੁਖਾਪਤੀ ਦਾ ਮਤਲਬ ਹੈ ਜਿੱਥੇ ਸੁਪਨੇ ਵੀ ਹੈ ਨਹੀਂ ਗੇ, ਬਿਲਕੁਲ ਜਿਹੜਾ ਹੈ ਉੱਥੇ ਜਿਹੜੀ ਆਪਣੀ ਬੈਟਰੀ ਪੂਰੀ ਚਾਰਜ ਹੋ ਜਾਂਦੀ ਹੈ। ਹਾਂਜੀ ਵੀਰ ਜੀ। ਹਾਂ ਬਿਲਕੁਲ, ਜਿੱਥੇ ਨਾ ਤੇ ਅਸੀਂ ਹੈਗੇ ਆ, ਨਾ ਸਾਡਾ ਸਰੀਰ ਹੈਗਾ, ਨਾ ਸਾਡਾ ਸੂਖਮ ਸਰੀਰ ਹੈਗਾ, ਅਸੀਂ ਸਾਰੇ ਕੀ ਆ, ਉਹ ਬ੍ਰਹਮ ਦੇ ਵਿੱਚ ਸਮਾ ਜਾਂਦੇ ਆ। ਪਰ ਇਹ ਏਦਾਂ ਹੁੰਦਾ ਵਾ, ਬੀਜ ਰੂਪ ਚ ਹੁੰਦਾ, ਇਹ ਨਸ਼ਟ ਨਹੀਂ ਹੋਇਆ। ਉੱਥੇ ਕੇਵਲ ਸਾਡੇ ਜਿਹੜਾ ਅੰਤਰਾਕਰਨ, ਜਿਹੜਾ ਸਾਡਾ ਸੂਖਮ ਸਰੀਰ ਆ, ਉਹਨੂੰ ਥੋੜੀ ਸ਼ਾਂਤੀ ਮਿਲਦੀ ਆ। ਦੇਖੋ ਪਤਾ ਕੀ ਆ, ਤੁਹਾਡੀ ਜ਼ਿੰਦਗੀ ਜਾਂ ਮੇਰੀ ਜ਼ਿੰਦਗੀ ਲਾ ਲਈਏ, ਆਪਾਂ ਸਾਰੇ ਇਕੱਠੇ ਹੀ ਆ, ਹਨਾ।
ਸਾਡੇ ਜੀਵਨ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਮੇਨ ਚੀਜ਼ ਹੈਗੀ ਆ ਉਹ ਹੈ ਫੈਸਲਾ। ਠੀਕ ਹੈ, ਆਪਾਂ ਕੋਈ ਵੀ ਫੈਸਲਾ ਕਰਦੇ ਹਾਂ ਉਹ 'ਚ ਦੋ ਕਿਸਮ ਦੇ ਫੈਸਲੇ ਹੁੰਦੇ ਨੇ, ਇੱਕ ਹੁੰਦੇ ਨੇ ਚੰਗੇ, ਇੱਕ ਹੁੰਦੇ ਨੇ ਮਾੜੇ। ਠੀਕ ਹੈ, ਜਦੋਂ ਤੁਸੀਂ ਚੰਗੇ ਫੈਸਲੇ ਕਰਦੇ ਜੋ ਤੇ ਤੁਹਾਡਾ ਜੀਵਨ ਬੜਾ ਸੁਖੀ ਹੋ ਜਾਂਦਾ, ਤੇ ਜਦੋਂ ਆਪਾਂ ਗਲਤ ਫੈਸਲੇ ਕਰਦੇ ਹਾਂ, ਮਾੜੇ ਫੈਸਲੇ ਕਰਦੇ ਹਾਂ, ਜੋ ਸਾਡਾ ਜੀਵਨ ਦੁੱਖਾਂ ਨਾਲ ਭਰ ਜਾਂਦਾ ਹੈ। ਜਸਟ ਨੋਟਿਸ ਕਰਿਓ, ਹਰ ਇੱਕ ਜੀਵਨ ਦੇ ਵਿੱਚ ਦੋ ਹੀ ਚੀਜ਼ਾਂ ਨੇ, ਇੱਕ ਚੰਗਾ ਫੈਸਲਾ, ਇੱਕ ਮਾੜਾ ਫੈਸਲਾ। ਚੰਗਾ ਫੈਸਲਾ ਕਰਨ ਦੇ ਲਈ ਮਨ ਦਾ ਸ਼ਾਂਤ ਹੋਣਾ ਬਹੁਤ ਜ਼ਰੂਰੀ ਹੈ। ਸਹੀ ਨਾ ਜਰ ਸਾਹਿਬ? ਬਿਲਕੁਲ। ਜੇ ਤੁਹਾਡਾ ਮਨ ਹੀ ਸ਼ਾਂਤ ਨਹੀਂ ਹੈ, ਤੁਸੀਂ ਚੰਗਾ ਫੈਸਲਾ ਕਿੱਥੋਂ ਕਰੋਗੇ? ਫਿਰ ਮਨ ਦਾ ਫੈਸਲਾ ਆਊਗਾ, ਮਨ ਦਾ ਫੈਸਲਾ ਆਊਗਾ। ਹਾਂ, ਉਹ ਕੀਤਾ ਅਸ਼ਾਂਤੀ ਚ ਤੁਸੀਂ ਕੀ ਲੱਭ ਲੈਣਾ ਔਰ ਗਲਤ ਚੀਜ਼ ਮੰਨ ਲੈਣੀ ਆ। ਔਰ ਜਦੋਂ ਆਪਾਂ ਗਲਤ ਫੈਸਲਾ ਕਰਦੇ ਹਾਂ, ਫਿਰ ਕਹਿੰਦੇ ਬੰਦਾ 100 ਕੋਹ ਤੇ ਜਾ ਕੇ ਡਿੱਗਦਾ। ਕਈ ਵਾਰੀ ਤੇ ਜ਼ਿੰਦਗੀ 'ਚ ਦੁਬਾਰਾ ਮੌਕਾ ਹੀ ਨਹੀਂ ਮਿਲਦਾ। ਐਸਾ ਫੈਸਲਾ ਕਿਤੇ ਤੁਸੀਂ ਵੇਖੋ, ਤੁਹਾਡੀ ਜ਼ਿੰਦਗੀ ਕਈ ਏਦਾਂ ਦੇ ਫੈਸਲੇ ਤੁਸੀਂ ਕਰ ਲਏ ਨੇ, ਉਹ ਏਦਾਂ ਦੇ ਖਤਰਨਾਕ ਫੈਸਲੇ ਨੇ, ਉਹ ਤੁਹਾਡੀ ਜ਼ਿੰਦਗੀ ਲੈ ਗਿਆ, ਉਹ ਸਾਰੀ ਐ ਲਵੇਟ ਕੇ ਲੈ ਗਿਆ, ਲੱਭੇ ਹੀ ਕੁਛ ਨਹੀਂ, ਮੁੜ ਕੇ ਹੱਥ ਹੀ ਨਹੀਂ ਪਿਆ। ਉਹ ਫਿਰ ਗਾਂਹ ਤੁਰਿਆ ਜਾਂਦਾ, ਬੰਦਾ ਤੁਰਿਆ ਜਾਂਦਾ। ਪਰ ਚੰਗਾ ਫੈਸਲਾ ਕਰਨ ਦੇ ਲਈ ਮਨ ਦਾ ਸ਼ਾਂਤ ਹੋਣਾ ਬੜਾ ਜ਼ਰੂਰੀ ਆ। ਔਰ ਮਨ ਦਾ ਸ਼ਾਂਤ ਦਾ ਹੋਣਾ ਮਤਲਬ ਹੈ, ਦੇਖੋ, ਤੁਰੀ ਅਵਸਥਾ ਦੇ ਵਿੱਚ ਸਾਡੀ ਸੁਰਤੀ ਦਾ ਪ੍ਰਵੇਸ਼, ਸੁਰਤੀ ਦਾ ਮਤਲਬ ਸਾਡੇ ਧਿਆਨ ਦਾ ਪ੍ਰਵੇਸ਼ ਹੋਣਾ, ਉੱਥੇ ਸਥਿਰ ਹੋਣਾ। ਜਦੋਂ ਆਪਾਂ ਨਿਰਵਿਚਾਰ ਹੋ ਜਾਂਦੇ ਹਾਂ ਨਾ, ਨਿਰਵਿਚਾਰ ਹੋ ਜਾਂਦੇ ਹਾਂ, ਔਰ ਫਿਰ ਸਾਡਾ ਧਿਆਨ ਆਪਣੇ 'ਚ ਇਕਾਗਰ ਹੋ ਜਾਂਦਾ। ਚੇਤਨ ਰੂਪ ਦੀ ਗੱਲ ਕਰਦਾ ਮੈਂ। ਜਦੋਂ ਝੀਲ, ਜਿਹੜੀ ਚਿੱਤ ਰੂਪੀ ਝੀਲ ਇੱਕਦਮ ਤਰੰਗ ਤੋਂ ਰਹਿਤ ਹੋ ਜਾਂਦੀ ਹੈ, ਗਿਆਨ ਇੰਦਰੀਆਂ ਉੱਥੇ ਨੇ, ਕਰਮ ਇੰਦਰੀਆਂ ਉੱਥੇ ਨੇ, ਮਨ ਉੱਥੇ ਆ, ਬੁੱਧੀ ਉੱਥੇ ਆ, ਚਿੱਤ ਉੱਥੇ ਆ, ਮੈਂ ਭਾਵ ਉੱਥੇ ਆ, ਸਾਰੇ ਇੱਕ ਹੋ ਗਏ ਨੇ। ਉਹ ਅਸਲ 'ਚ ਬ੍ਰਹਮ ਉਹ ਆ, ਉਹੀ ਆਤਮਾ ਹੈ। ਉਹਦਾ ਅਨੁਭਵ ਕਰਨਾ ਹੀ ਜੀਵਨ ਦਾ ਸਭ ਤੋਂ ਵੱਡਾ ਕੰਮ ਹੈ। ਜੇਕਰ ਆਪਾਂ ਇਨਸਾਨ ਦਾ ਜਨਮ ਮਿਲਿਆ ਹੈ ਔਰ ਅਸੀਂ ਉਸ ਤੱਤ ਨੂੰ ਵੇਖੇ ਬਿਨਾਂ ਇਹ ਸੰਸਾਰ ਤੋਂ ਚਲ ਜਾਂਦੇ ਹਾਂ, ਤੇ ਸਮਝ ਲਓ ਕਿ ਸਾਨੂੰ ਜੀਵਨ ਤੇ ਮਿਲਿਆ ਸੀ ਪਰ ਉਹਦਾ ਕੋਈ ਫਾਇਦਾ ਨਹੀਂ ਉਠਾਇਆ। ਅਸੀਂ ਇੱਕ ਰਾਖਸ਼ ਬ੍ਰਿਤੀ ਵਾਲਾ ਜੀਵਨ ਬਤੀਤ ਕੀਤਾ। ਸਹੀ ਹੈ ਨਾ ਜਰਾ ਸਾਹਿਬ? ਬਿਲਕੁਲ ਠੀਕ ਹੈ ਜੀ, ਬਿਲਕੁਲ। ਆਪਾਂ ਨੇ ਜੀਵਨ ਮਨੁੱਖੀ ਜੀਵਨ ਮਿਲੀ ਸੀ, ਉਹਨੂੰ ਆਪਾਂ ਨੇ ਅਜਾਈਂ ਗਵਾ ਦਿੱਤਾ। ਹਾਂ, ਰਾਖਸ਼ ਤੁਹਾਨੂੰ ਪਤਾ ਹੀ ਆ, ਲੋਕੀ ਕਹੀ ਜਾਂਦੇ ਉਹ ਰਾਖਸ਼ ਬੰਦੇ ਦਾ ਖੂਨ ਕੱਢ ਕੇ ਪੀਂਦਾ ਸੀ, ਉਹ ਓਦਾਂ ਜੀ ਉਹਦੇ ਸਿਰ ਤੇ ਸਿੰਗ ਲੱਗੇ ਹੋਏ ਸੀ। ਝੂਠ ਹੈ ਉਹ ਸਭ ਕੁਛ। ਇਹ ਜਿਹੜਾ ਬੰਦਾ ਕਾਮ 'ਚ ਬੈਠਾ ਹੈ, ਕ੍ਰੋਧ 'ਚ ਬੈਠਾ, ਲੋਭ 'ਚ ਬੈਠਾ, ਮੋਹ ਹੰਕਾਰ 'ਚ, ਰਾਗ ਤੇ ਦ્વੈਤ 'ਚ ਬੈਠਾ ਹੈ, ਈਰਖਾ ਕਰਦਾ ਹੈ, ਇਹ ਸਭ ਰਾਖਸ਼ ਬ੍ਰਿਤੀ ਹੈ। ਔਰ ਜਦੋਂ ਵੀ ਆਪਾਂ ਧਰਮ ਤੋਂ ਪਿੱਛੇ ਹੋ ਜਾਂਦੇ ਹਾਂ, ਹੁਣ ਤੁਹਾਡਾ ਧਰਮ ਕੀ ਹੈ? ਇਨਸਾਫ ਕਰਨਾ। ਔਰ ਤੁਸੀਂ ਇਨਸਾਫ ਨਹੀਂ ਕੀਤਾ ਤੇ ਹਿਸਾਬ ਲਾ ਲਓ, ਉਹ ਕੋਈ ਚੰਗੀ ਚੀਜ਼ ਥੋੜੀ ਹੈ, ਉਹ ਰਾਖਸ਼ ਹੀ ਹੈ। ਰਾਖਸ਼ ਕੀ ਕਰਦੇ ਸੀ? ਤੁਸੀਂ ਪੁਰਾਣੀਆਂ ਕਹਾਣੀਆਂ ਪੜ੍ਹ ਕੇ ਵੇਖ ਲਓ। ਉਹਨਾਂ ਨੂੰ ਕੀ ਹੁੰਦਾ ਵਾ ਕਿ ਆਪਣੀ ਵਾਰੀ ਤੱਕ ਉਹਨਾਂ ਕੋਲ ਇੰਤਜ਼ਾਰ ਨਹੀਂ ਹੁੰਦਾ। ਉਹ ਹਮੇਸ਼ਾ ਕਿਸੇ ਦੀ ਜਨਾਨੀ ਚੁੱਕ ਕੇ ਲੈ ਆਉਂਦੇ ਆ। ਸਹੀ ਨਾ ਜੀ ਸਾਹਿਬ? ਬਿਲਕੁਲ ਠੀਕ ਹੈ ਜੀ। ਕਿਸੇ ਦਾ ਅੰਮ੍ਰਿਤ ਚੁੱਕ ਕੇ ਲੈ ਆਉਂਦੇ ਆ, ਕਿਸੇ ਦਾ ਮਹਿਲ ਖੋਹ ਲੈਂਦੇ ਆ। ਉਹ ਰਾਖਸ਼ੀ ਬ੍ਰਿਤੀ ਹੈ। ਬੰਦਾ ਹੀ ਆ, ਬੰਦਾ ਉਹ ਕੇਵਲ ਆਪਣਾ ਸੁੱਖ ਵੇਂਦਾ ਹੈ। ਰਾਖਸ਼ ਦਾ ਮਤਲਬ ਤਮੋਗੁਣੀ, ਜਿਹੜਾ ਬੰਦਾ ਤਮੋਗੁਣੀ ਆ, ਜਿਹੜਾ ਬੰਦਾ ਕੇਵਲ ਆਪਣਾ ਸੁੱਖ ਵੇਂਦਾ ਹੈ, ਉਹਨੂੰ ਦੁਨੀਆ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਇੱਕ ਔਗਣ ਹੈ। ਔਰ ਬੰਦਾ ਜਦੋਂ ਵੀ ਪੈਦਾ ਹੁੰਦਾ ਹੈ ਉਹ ਸ਼ੂਦਰ ਪੈਦਾ ਹੁੰਦਾ ਜੀ। ਉਸਨੇ ਬ੍ਰਾਹਮਣ ਬਣਨਾ ਹੁੰਦਾ ਹੈ। ਬ੍ਰਾਹਮਣ ਮਤਲਬ ਇਹ ਨਹੀਂ ਕੋਈ ਹਿੰਦੂ ਕੌਮ 'ਚ ਕੋਈ ਪੈਦਾ ਹੋਊਗਾ ਉਹ ਬ੍ਰਾਹਮਣ। ਬ੍ਰਾਹਮਣ ਦਾ ਮਤਲਬ ਜਿਹੜਾ ਆਤਮਾ ਨੂੰ ਜਾਣ ਲੈਂਦਾ ਹੈ, ਉਹ ਬਣਨਾ ਹੈ। ਸਾਡੇ ਜੀਵਨ ਦਾ ਗੋਲ, ਸਾਡੇ ਜੀਵਨ ਦਾ ਗੋਲ ਹੈ। ਹੁਣ ਇੱਥੇ ਚੀਜ਼ ਨੂੰ ਆਪ ਅੰਡਰਸਟੈਂਡ ਕਰੋ। ਹੁਣ ਜਿੰਨਾ ਚਿਰ ਤੱਕ ਅਸੀਂ ਆਪਣੇ ਆਪ ਨੂੰ, ਆਪਣੇ ਰੂਪ ਨੂੰ ਉਸ ਨਿਰਵਿਚਾਰ ਅਵਸਥਾ 'ਚ ਬਾਰ-ਬਾਰ ਦੇਖਦੇ ਨਹੀਂ ਆ, ਉਹਨਾਂ ਚਿਰ ਤੱਕ ਨਾ ਤੇ ਸਾਡੇ ਚਿੱਤ ਨੇ ਸ਼ਾਂਤ ਹੋਣਾ ਜੇ, ਤੇ ਨਾ ਹੀ ਸਾਡੇ ਮਨ ਨੇ ਸ਼ਾਂਤ ਹੋਣਾ। ਇੱਕ ਬਹੁਤ ਵੱਡੀ ਵਿਡੰਬਨਾ ਹੈ। ਦੇਖੋ, ਆਪ ਇਸ ਨੂੰ ਸਮਝੋ। ਪਹਿਲਾਂ ਧਾਰਮਿਕ ਹੋਣ ਦਾ ਮਤਲਬ ਹੈ ਆਪਣੇ ਆਖਰੀ ਬਿੰਦੂ ਤੇ ਚਲੇ ਜਾਣਾ। ਜਿੱਥੇ ਆਖਰੀ ਬਿੰਦੂ ਹੋਣਾ ਆਪਣਾ, ਉਹ ਬ੍ਰਹਮ ਆ। ਬ੍ਰਹਮ ਤੋਂ ਅੱਗੇ ਕੁਛ ਨਹੀਂ ਹੈਗਾ। ਜਦੋਂ ਵੀ ਪ੍ਰਕਿਰਤੀ ਲੈ ਹੋ ਜਾਏਗੀ ਨਾ, ਸਾਰੀ ਸ਼ਾਂਤ ਹੋ ਜਾਏਗੀ, ਫਿਰ ਤੁਰੀ ਅਵਸਥਾ 'ਚ ਹੀ ਚੱਲ ਜਾਂਦੀ ਹੈ। ਉੱਥੇ ਸਥਿਰ ਹੋ ਜਾਂਦੀ ਹੈ, ਬ੍ਰਹਮ 'ਚ ਲੀਨ ਹੋ ਜਾਂਦੀ ਹੈ। ਪਰ
ਆਪਾਂ ਜਦ ਤੱਕ ਉੱਥੇ ਚੇਤਨ ਰੂਪ 'ਚ ਉਸ ਨੂੰ ਦੇਖਦੇ ਨਹੀਂ ਆ, ਉਹਨਾਂ ਚਿਰ ਤੱਕ ਨਾ ਤੇ ਸਾਡੇ ਚਿੱਤ ਦੇ ਅੰਦਰ ਸੰਸਕਾਰ ਨਸ਼ਟ ਹੋਣੇ ਆ, ਨਾ ਹੀ ਚਿੱਤ ਨੇ ਸ਼ੁੱਧ ਹੋਣਾ। ਬਾਹਰੀ ਜਿਹੜਾ ਉਹ ਤੁਰੀਆ ਤੋਂ ਇਲਾਵਾ ਆਪਾਂ ਜਿਹੜਾ ਵੀ ਕੰਮ ਕਰ ਰਹੇ ਆ ਨਾ ਨਿੱਜਰ ਸਾਹਿਬ, ਹਾਂਜੀ ਹਾਂਜੀ, ਉਹ ਜਾਗਰਤ ਸਪਨ ਤੇ ਸੁਖਾਪਤੀ ਦੇ ਅੰਦਰ ਹੀ ਜੇ। ਬਿਲਕੁਲ। ਆਪ ਇਹ ਦੇਖੋ, ਪਤਾ ਕੀ ਹੈ, ਹੁਣ ਤੁਰੀਆ ਅਵਸਥਾ ਦੇ ਵਿੱਚ ਜਦੋਂ ਤੁਸੀਂ ਜਾਣਾ ਸ਼ੁਰੂ ਕਰ ਦਿੱਤਾ ਤੇ ਤੁਹਾਡੇ ਜੀਵਨ 'ਚ ਇਨਕਲਾਬ ਹੋ ਜਾਏਗਾ। ਤੁਸੀਂ ਤੇ ਕੀ ਕਹਿਣਾ, ਤੁਹਾਡੇ ਆਂਢ ਗੁਆਂਢ ਵਾਲੇ ਤੁਹਾਨੂੰ ਕਹਿਣ ਲੱਗ ਪੈਣਗੇ ਕਿ ਇਹ ਬੰਦਾ ਬਦਲ ਗਿਆ, ਇਹਦੇ ਬੰਦੇ ਦੀ ਸੋਚ ਬਦਲ ਗਈ ਹੈ, ਕੁਝ ਹੋ ਗਿਆ ਇਹਦੇ ਅੰਦਰ। ਉਹ ਤੁਹਾਡੇ ਘਰ ਵਾਲੇ ਖਾਸ ਕਰਕੇ ਅਨੁਭਵ ਕਰਨਗੇ। ਇਹ ਬਹੁਤ ਵੱਡੀ ਗੱਲ ਹੈ, ਕਿਉਂਕਿ ਉਹਦਾ ਚਿੱਤ ਦੇ ਅੰਦਰ ਜਿਹੜੇ ਸੰਸਕਾਰ ਹੁੰਦੇ ਨਾ, ਦੇਖੋ ਉਹ ਇੱਕ ਕਹਾਵਤ ਹੈ ਕਿ ਵਾਰਿਸ਼ਾਂ ਨਹੀਂ ਆਦਤਾਂ ਜਾਂਦੀਆਂ ਭਾਵੇਂ ਕੱਟੀਏ ਪੂਰੀਆਂ ਪੂਰੀਆਂ। ਜਿਹੜੀਆਂ ਬੁਰੀਆਂ ਆਦਤਾਂ ਹੁੰਦੀਆਂ ਨਾ, ਬੰਦਾ ਜਿੰਨੀ ਮਰਜ਼ੀ ਕੋਸ਼ਿਸ਼ ਕਰਕੇ ਵੇਖ ਉਹਨੂੰ ਛੱਡ ਨਹੀਂ ਸਕਦਾ। ਇਹ ਛੁੱਟੀਆਂ ਆਪਣੇ ਆਪ ਹੈ ਜਦੋਂ ਅਸੀਂ ਤੁਰੀਆ ਅਵਸਥਾ 'ਚ ਜਾ ਕੇ ਆਤਮਾ ਨੂੰ ਦੇਖ ਲੈਂਦੇ ਹਾਂ। ਉਸ ਤੋਂ ਬਾਅਦ ਕੀ ਆ, ਆਤਮਾ ਪਾਰਸ ਹੈ। ਉਹ ਪਾਰਸ ਦੇ ਲਾਗੇ ਜਾਣ ਦੇ ਨਾਲ, ਉਹਨੂੰ ਵੇਖਣ ਦੇ ਨਾਲ ਬਸ ਕੰਮ ਸ਼ੁਰੂ ਹੋ ਜਾਂਦਾ ਹੈ। ਐਟੋਮੈਟਿਕਲੀ ਤੁਹਾਡਾ ਜੀਵਨ ਬਦਲ ਜਾਏਗਾ, ਐਟੋਮੈਟਿਕਲੀ ਤੁਹਾਡੇ ਜੀਵਨ 'ਚ ਧਰਮ ਆ ਜਾਏਗਾ। ਜਿਹੜਾ ਰਾਖਸ਼ ਸੀ ਉਹ ਦੇਵਤਾ ਬਣ ਜਾਏਗਾ। ਕਿੰਨੇ ਮਰਜ਼ੀ ਭੋਗ ਹੋਣ, ਤੁਹਾਡਾ ਧਿਆਨ ਹੀ ਨਹੀਂ ਜਾਣਾ ਉੱਥੇ। ਕਿਸੇ ਦਾ ਕਰੋੜਾਂ ਰੁਪਈਆ ਪਿਆ ਹੋਊਗਾ, ਤੁਹਾਡਾ ਧਿਆਨ ਹੀ ਨਹੀਂ ਜਾਣਾ। ਜਸਟ ਸੋਚੋ ਕਿ ਕੈਸੀ ਅਵਸਥਾ ਹੋਊਗੀ ਕਿ ਸੰਸਾਰ ਦੇ ਵਿੱਚ ਸਭ ਕੁਝ ਹੈਗਾ ਹੈ, ਪਰ ਤੁਸੀਂ ਅੰਦਰੋਂ ਗਤੀਹੀਨ ਹੋ ਗਏ, ਇੱਕਦਮ ਸ਼ਾਂਤ ਹੋ ਗਏ। ਹੁਣ ਸ਼ਾਂਤ ਕਿੱਦਾਂ ਹੋ ਗਏ? ਜਿੱਦਾਂ ਦੀਵਾ ਬੁਝ ਗਿਆ, ਇੱਕਦਮ ਬੁਝ ਗਿਆ। ਹੁਣ ਕੁਛ ਹੈ ਹੀ ਨਹੀਂ। ਭਾਵੇਂ ਕਾਮ ਦੀ ਤੀਲੀ ਲੈ ਜਾਓ, ਕ੍ਰੋਧ ਦੀ ਲੈ ਜਾਓ, ਲੋਭ ਦੀ ਲੈ ਜਾਓ, ਮੋਹ ਦੀ ਲੈ ਜਾਓ, ਹੰਕਾਰ ਦੀ ਲੈ ਜਾਓ, ਰਾਗ ਦੀ ਲੈ ਜਾਓ, ਦਵੈਸ਼ ਦੀ ਲੈ ਜਾਓ, ਕੋਈ ਵੀ ਤੀਲੀ ਉੱਥੇ ਲਾਗੇ ਜਗਾ ਕੇ ਵੇਖ ਲਓ, ਉਹ ਦੀਵਾ ਨਹੀਂ ਜਗੇਗਾ। ਕਿਉਂਕਿ ਤੁਰੀਆ 'ਚ ਜਾ ਕੇ ਉਹ ਸ਼ਾਂਤ ਹੋ ਗਿਆ ਤੇ ਤੁਰੀਆ ਦੇ ਵਿੱਚ ਕੋਈ ਜਾ ਨਹੀਂ ਜੇ ਸਕਦਾ। ਹੈ ਨਾ ਜਰ ਸਾਹਿਬ? ਬਹੁਤ ਵਧੀਆ ਜੀ, ਬਿਲਕੁਲ ਵਧੀਆ। ਹਾਂ, ਆਪ ਜਸਟ ਦੇਖੋ, ਇਹ ਤੱਤਸਾਰ ਹੈਗਾ ਆ ਜਿਹੜਾ ਆਪ ਜੀ ਨੂੰ ਸਮਝਾ ਰਹੇ ਹਾਂ। ਤੁਰੀਆ ਦੇ ਵਿੱਚ ਕੋਈ ਨਹੀਂ ਜੋ ਜਾ ਸਕਦਾ। ਹੈ ਬ੍ਰਹਮ ਦੇ ਅੰਦਰ ਹੀ ਸਭ ਕੁਝ, ਇਹ ਸਾਰਾ ਬ੍ਰਹਮ ਨੇ ਪੈਦਾ ਕੀਤਾ ਹੈ ਔਰ ਬ੍ਰਹਮ ਹੀ ਦੇਖ ਰਿਹਾ। ਪਰ ਇਹ ਜੜ ਆ, ਇਹ ਜੜ ਹੈਗਾ, ਇਹ ਉਰ 'ਚ ਨਹੀਂ ਜਾ ਸਕਦਾ। ਹਾਂ, ਹੈ ਉਹਦੇ ਅੰਦਰ ਹੀ, ਪਰ ਇਹਨੂੰ ਉਹਦਾ ਗਿਆਨ ਨਹੀਂ ਹੈਗਾ। ਜਾ ਨਹੀਂ ਸਕਦਾ ਮਤਲਬ ਇਹਨੂੰ ਉਹਦਾ ਗਿਆਨ ਨਹੀਂ ਹੈਗਾ। ਇਹ ਚੇਤਨ ਤੱਕ ਹੀ ਰਹੂਗਾ। ਚੇਤਨ ਤੱਕ ਵੀ ਕੋਈ ਮਾਈ ਦਾ ਲਾਲ ਹੀ ਪਹੁੰਚਦਾ। ਸਾਰੇ ਅਚੇਤਨ 'ਚ ਹੀ ਰਹਿੰਦੇ ਨੇ, ਅਚੇਤਨ 'ਚ ਜੀਵਨ ਬਤੀਤ ਕਰਦੇ। ਸੁੱਤਾ ਬੰਦਾ ਜੰਮਦਾ, ਸੁੱਤਾ ਹੀ ਮਰ ਜਾਂਦਾ। ਕੁਛ ਨਹੀਂ ਪਤਾ ਲੱਗਦਾ ਉਹਨੂੰ, ਮੈਂ ਕੀ ਆਇਆ, ਕਿਉਂ ਆਇਆ ਸਾਂ ਇੱਥੇ, ਮੇਰੇ ਜੀਵਨ ਦਾ ਮਕਸਦ ਸੀ, ਮੈਂ ਕੀਤਾ ਕੀ, ਕਮਾਇਆ ਕੀ, ਲੱਭਿਆ ਕੀ, ਗਵਾਇਆ ਕੀ ਮੈਂ ਦੇਵਤਾ ਵਾਂ, ਕੀ ਮੈਂ ਰਾਖਸ਼ ਹਾਂ, ਪ੍ਰੋਗਰੈਸ ਹੋਈ ਜਾਂ ਨਹੀਂ ਹੋਈ, ਜਾਂ ਕੀ ਕੀਤਾ ਮੈਂ, ਨਹੀਂ ਪਤਾ ਬੰਦੇ ਨੂੰ। ਸੁੱਤਾ ਹੀ ਆਉਂਦਾ, ਸੁੱਤਾ ਹੀ ਜਲ ਜਾਂਦਾ। ਤੁਸੀਂ ਕਿ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋਗੇ, ਉਹਨੇ ਤੁਹਾਡੀ ਗੱਲ ਸੁਣਨੀ ਨਹੀਂ। ਕਿਉਂਕਿ ਮਾਇਆ ਦਾ ਬਹੁਤ ਜਿਹੜਾ ਨਾ, ਉਹਨੇ ਥਾਪੜਾ ਦਿੱਤਾ ਬੰਦੇ ਨੂੰ ਹੋਸ਼ ਨਹੀਂ ਆਉਂਦੀ। ਹਾਂਜੀ ਨਿੱਜਰ ਸਾਹਿਬ, ਬਾਣੀ ਤੇ ਆ ਜੀਗਾ। ਹਾਂਜੀ, ਬਿਲਕੁਲ ਸਹੀ, ਇਹੀ ਗੱਲ ਹੈਗੀ ਆ। ਔਰ ਇਹਦੇ ਵਾਸਤੇ ਇਹ ਜਿਹੜੀ ਇਹ ਜਿਹੜਾ ਹੈਗਾ ਕਾਰਵਾਈ ਜਿਹੜੀ ਹੈਗੀ, ਇਹ ਆਪਾਂ ਜਦ ਤੱਕ ਆਪਣਾ ਸਰੀਰ ਹੈਗਾ ਤੇ ਪੋਸੀਬਿਲਿਟੀ ਹੈਗੀ ਵੀ ਇਹ ਕਰ ਸਕੀਏ ਆਪਾਂ, ਤੇ ਸਰੀਰ ਚਲਾ ਗਿਆ ਤੇ ਚਾਂਸ ਖੋ ਦਿੱਤਾ ਆਪਾਂ ਨੇ। ਪੇਪਰ ਗਿਆ, ਬਸ ਖਤਮ, ਆਪਾਂ ਫੇਲ ਹੋ ਗਏ। ਫਿਰ ਕਦੋਂ ਵਾਰੀ ਆਊਗੀ ਉਹ ਬਹੁਤ ਮੁਸ਼ਕਿਲ ਹੈ ਭਾਈ ਦੱਸਣਾ। ਤੇ ਉਸ ਤੋਂ ਬਗੈਰ ਹੁਣ ਕਬੀਰ ਜੀ ਇਹੀ ਗੱਲ ਕਹਿ ਰਹੇ ਭਾਈ, ਜੇ ਬਾਝ ਨਾ ਜੀਆ ਜਾਈ, ਕਹਿੰਦੇ ਉਸ ਚੀਜ਼ ਨੂੰ, ਉਹ ਸੰਸਾਰ ਤੂੰ ਆਇਆ ਕਾਹਦੇ ਵਾਸਤੇ ਆ, ਕਿਹੜੀ ਸਟੇਜ ਉਹਦੀ ਤੁਰੀਆ ਅਵਸਥਾ ਜਿਹੜੀ ਪ੍ਰਾਪਤ ਕਰਨੀ ਹੈ, ਉਹ ਕਿਵੇਂ ਪ੍ਰਾਪਤ ਕਰਨੀ ਹੈ, ਉਸ ਤੋਂ ਬਗੈਰ ਤਾਂ ਤੂੰ ਜੀ ਨਹੀਂ ਸਕਦਾ। ਉਸ ਤੋਂ ਬਗੈਰ ਤਾਂ ਤੂੰ ਫਿਰ ਜੂਨਾਂ 'ਚ ਜਾਏਗਾ। ਜੋ ਮਿਲੇ ਤਾਂ ਘਾਹ ਲਗਾਈ। ਜੇ ਉਹ ਅਵਸਥਾ ਤੈਨੂੰ ਮਿਲ ਗਈ, ਜੇ ਉਹ ਪ੍ਰਾਪਤ ਹੋ ਗਈ, ਜੇ ਤੇ ਫਿਰ ਤੇਰੀ ਘਾਲਨਾ ਜਿਹੜੀ ਹੈਗੀ ਮਨੁੱਖਾ ਜੂਨ ਸਫਲ ਹੋ ਗਈ। ਫਿਰ ਸਦ ਜੀਵਨ ਭਲੋ ਕਹਾਂ ਹੀ, ਕਹਿੰਦੇ ਸਦ ਜੀਵਨ ਜਿਹੜਾ ਹੈਗਾ ਇਹੀ ਸਦ ਜੀਵਨ ਆ ਪਿਆਰਿਆ, ਇਹ ਭਲਾ ਹੈ ਭਾਈ। ਇਹਦੇ ਵਾਸਤੇ ਹੀ ਆਪਾਂ ਆਏ ਹਾਂ, ਇਹਦੇ ਵਾਸਤੇ ਹੀ ਜਿਹੜਾ ਹੈਗਾ ਸੰਸਾਰ ਬਣਾਇਆ ਮਾਲਕ ਨੇ। ਜੇ ਗਤੀ ਹੋ ਰਹੀ ਸੰਸਾਰ ਦੇ ਵਿੱਚ, ਜੀਵ ਆ ਰਹੇ ਜਾ ਰਹੇ, ਇਸ ਖੇਡ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਨਿਕਲਣਾ ਇਸ ਖੇਡ 'ਚੋਂ। ਆਹ ਜਿਹੜੀ ਖੇਡ ਆ ਇਹ ਹੈਗੀ ਹਾਰ ਤੇ ਜਿੱਤ ਵਾਲੀ ਗੇਮ। ਇਸ ਤਰ੍ਹਾਂ ਜਿੱਤ ਸਕਦੇ ਹਾਂ ਆਪਾਂ। ਔਰ ਮੂਏ ਬਿਨ ਜੀਵਨ ਨਾਹੀਂ, ਔਰ ਸੰਸਾਰ ਤੋਂ ਜਿਹੜੇ ਹੈਗੇ ਇਹਨਾਂ ਤੋਂ ਆਪਣੇ ਆਪ ਨੂੰ, ਆਪਣੀ ਪ੍ਰਾਣ ਸ਼ਕਤੀ ਨੂੰ ਸੰਕੋਚੇ ਬਗੈਰ, ਇਹ ਜਿਹੜੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਜਿਹੜੀ ਪ੍ਰਾਣ ਸ਼ਕਤੀ ਆਪਾਂ ਯੂਜ਼ ਕਰ ਰਹੇ ਹਾਂ, ਇਹਨੂੰ ਘਟਾਏ ਬਗੈਰ ਜਿਹੜੀ ਹੈਗੀ, ਕਿਉਂਕਿ ਇਹ ਜਿਹੜਾ ਹੈਗਾ ਆਪਣੀ ਪ੍ਰਾਣ ਸ਼ਕਤੀ ਸਮਝ ਲਓ ਇੱਕ ਜਿਹੜਾ ਹੈਗਾ ਪਾਣੀ ਹੈਗਾ ਆਪਣੇ ਕੋਲ। ਹੁਣ ਪਾਣੀ ਨੂੰ ਜਿਹੜਾ ਹੈਗਾ ਆਪਾਂ ਉੱਪਰ ਲੈ ਕੇ ਜਾਣਾ ਹੈ,
10ਵੀਂ ਮੰਜ਼ਿਲ ਤੇ ਉਹਦੇ ਵਾਸਤੇ ਜਿਹੜਾ ਹੈਗਾ ਥੱਲੇ ਦੀਆਂ ਟੂਟੀਆਂ ਵਗੈਰਾ ਬੰਦ ਕਰਨੀਆਂ ਪੈਣੀਆਂ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਇਹ ਬਾਣੀ ਵਿੱਚ ਆਪਾਂ ਨੂੰ ਸਮਝਾਤਾ ਹੈ ਕਿ ਮੋਏ ਬਿਨ ਜੀਵਨ ਨਹੀਂ ਮਿਲਣਾ। ਹਾਂ, ਔਗਣ ਖਤਮ ਨਹੀਂ ਹੋਣਗੇ ਤੇ ਗੁਣ ਕਿੱਥੋਂ ਪ੍ਰਗਟ ਹੋਣਗੇ। ਗੰਦਗੀ ਹੈਗੀ ਆ, ਕੱਪੜੇ ਤੇ ਗੰਦਗੀ ਲੱਗੀ ਆ, ਤੇ ਤੁਹਾਨੂੰ ਕੀ ਪਤਾ ਹੈ ਕਿ ਸਾਫ਼ ਕੱਪੜੇ ਦਾ ਕੀ ਸੁੱਖ ਆ। ਅੱਗੇ ਗੰਦੀ ਜੀ ਕਾਰ ਲੈ ਕੇ ਘੁੰਮ ਰਿਹਾ ਮੈਂ, ਮੇਰਾ ਦਿਲ ਨਹੀਂ ਕਰਦਾ ਚਲਾਉਣ ਨੂੰ ਜਦ ਤੱਕ ਮੈਂ ਲੀਰ ਨਹੀਂ ਮਾਰਦਾ। ਆਪਾਂ ਜਸਟ ਸੋਚੋ, ਜਿਹੜਾ ਜੀਵ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਰਾਗ ਤੇ ਦਵੈਸ਼ ਰੂਪੀ ਕੱਪੜਿਆਂ 'ਚ ਲਿਬੜਿਆ ਪਿਆ ਹੈ, ਇਹ ਦਾਗ ਪਏ ਉਹਦੇ ਕੱਪੜਿਆਂ ਤੇ, ਉਹ ਕਿੰਨਾ ਕੁ ਵਧੀਆ ਜੀਵਨ ਹੋਊਗਾ ਦੱਸੋ। ਚੰਗਾ ਹੋਊਗਾ? ਇੱਕ ਥੋੜੇ ਜਿਹੇ ਤੁਹਾਡੇ ਕੱਪੜੇ ਦੇ ਛਿੱਟੇ ਪੈ ਜਾਣ, ਤੁਹਾਡੀ ਗੱਡੀ ਥੋੜੀ ਗੰਦੀ ਹੋ ਜਾਏ ਘੱਟੇ ਨਾਲ, ਉਹ ਚਲਾਉਣ ਨੂੰ ਜੀ ਨਹੀਂ ਕਰਦਾ। ਕਹਿੰਦੇ ਬਈ ਉਹ ਕੱਪੜੇ ਸਾਫ਼ ਕਰਕੇ ਲਿਆਓ, ਉਹ ਵੀ ਲੀਰ ਮਾਰੋ ਬਈ ਇੱਥੇ ਬਰਾਬਰ, ਤਾਂ ਬਹਿਣਾ ਮੈਂ ਕਾਰ 'ਚ, ਮੈਂ ਨਹੀਂ ਬਹਿਣਾ, ਮੇਰੇ ਕੱਪੜੇ ਖਰਾਬ ਹੋਣੇ। ਆਪ ਜਸਟ ਸੋਚੋ, ਜਿਹੜਾ ਬੰਦਾ ਇਹ ਰਾਖਸ਼ਾਂ ਵਰਗੇ ਔਗਣ ਲੈ ਕੇ ਜੀਵਨ ਬਤੀਤ ਕਰ ਰਿਹਾ, ਉਹਦਾ ਜੀਵਨ ਕਿੱਡਾ ਕੁ ਵਧੀਆ ਹੋਊਗਾ। ਚੰਗਾ ਹੈ? ਨਹੀਂ, ਬਹੁਤ ਮਾੜਾ ਹੈ। ਹੁਣ ਦੇਖੋ, ਹੁਣ ਧਰਮ ਦੀ ਸਥਾਪਤੀ ਆ ਜਿਹੜੀ ਆ, ਧਰਮ ਆਪਾਂ ਕਹਿੰਦੇ ਨਾ ਕਿ ਧਰਮ ਅਸੀਂ ਚਲਾਉਂਦੇ ਆ ਜੀ, ਧਰਮ ਬਣਾਉਂਦੇ ਆ, ਫਲਾਣਾ ਬੰਦਾ ਧਾਰਮਿਕ ਆ। ਧਰਮ ਇੱਕ ਅਵਸਥਾ ਹੈ ਔਰ ਜਿਸ ਨੂੰ ਅਸੀਂ ਖੁਦ ਸਥਾਪਿਤ ਕਰ ਸਕਦੇ ਹਾਂ। ਧਰਮ ਬਾਹਰ ਸੰਸਾਰ 'ਚ ਨਹੀਂ ਹੈਗਾ, ਧਰਮ ਸਾਡੇ ਅੰਦਰ ਹੈ। ਜਦੋਂ ਇਹ ਰਾਖਸ਼ ਮਰ ਜਾਂਦਾ ਹੈ ਨਾ, ਤੇ ਫਿਰ ਧਰਮ ਸਥਾਪਿਤ ਹੋ ਜਾਂਦਾ ਹੈ। ਆ ਵੇਖੋ ਨੀਚੇ ਸਾਹਿਬ ਲਿਖਿਆ ਨਾ, ਮੂਏ ਬਿਨ ਜੀਵਨ ਨਹੀਂ। ਉਹਨੂੰ ਮਾਰਨਾ ਪੈਣਾ ਰਾਖਸ਼ ਨੂੰ। ਹੁਣ ਇਹ ਰਾਖਸ਼ ਨੂੰ ਕੋਈ ਚੰਦ ਲੋਕ ਹੀ ਮਾਰ ਪਾਉਂਦੇ ਨੇ, ਤਾਂ ਹੀ ਉਹ ਤਾਂ ਬਾਣੀ ਕਹਿੰਦੀ ਆ ਕੋਟਨ 'ਚ ਇੱਕ ਆ। ਸਾਰੇ ਕਿੱਥੇ ਮਾਰ ਪਾਉਂਦੇ ਆ? ਆਪ ਦੱਸੋ ਕਿ ਇਹਨੂੰ ਕਹੋ ਮਾਰੋ ਰਾਖਸ਼ ਨੂੰ, ਉਹ ਮਾਰਦਾ? ਉਹ ਕਹਿੰਦਾ ਬਈ ਏਡੇ ਵਧੀਆ ਨਜ਼ਾਰੇ ਆ, ਤੂੰ ਕਹਿੰਦਾ ਰਾਖਸ਼ ਨੂੰ ਮਾਰ ਦੇ। ਇੰਨੇ ਭੋਗ ਨੇ ਇੱਥੇ ਸੰਸਾਰ ਦੇ, ਮੈਂ ਕੀ ਕਰਦੇ ਆ, ਨਜ਼ਾਰੇ ਲੈਣੇ ਆ। ਉਹਦੇ ਮਨ 'ਚ ਹੀ ਨਹੀਂ ਹੈਗਾ। ਵੇਖੋ ਮਾਇਆ ਦਾ ਪ੍ਰਤਾਪ ਹੈ ਨਾ, ਉਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਲੱਗਣ ਦਿਆ ਕਿ ਸਮਾਂ ਲੰਘਣ ਦਿਆ। ਔਰ ਜਦੋਂ ਇਹ ਸੰਸਾਰ ਤੋਂ ਜਾਏਗਾ, ਉਹਨੂੰ ਪਤਾ ਲੱਗੇਗਾ ਕਿ ਹਾਂ ਮੈਂ ਗੇਮ ਮਾਰ ਕੇ ਗਿਆ। ਆਪਾਂ ਜਸਟ ਮੇਰੀ ਗੱਲ ਮੰਨ ਲੈਣਾ, ਕੋਈ ਬੰਦਾ ਮਰਨ ਕਿਨਾਰੇ ਬੈਠਾ ਹੋਵੇ ਨਾ, ਉਹਨੂੰ ਪੁੱਛੋ ਕਿ ਤੂੰ ਖੁਸ਼ੀ ਨਾਲ ਜਾ ਰਿਹਾ? ਉਹ ਕਹੂਗਾ ਕਿ ਮੈਂ ਗੇਮ ਹਾਰ ਕੇ ਜਾ ਰਿਹਾ, ਕੁਛ ਨਹੀਂ ਮਿਲਿਆ, ਮੈਨੂੰ ਖਾਲੀ ਹੱਥ ਆਇਆ ਤੇ ਖਾਲੀ ਚੱਲਿਆ। ਉਲਟਾ ਜਦੋਂ ਆਇਆ ਹਾਂ ਥੋੜਾ ਬਹੁਤਾ ਸਫਾਈ ਸੀ, ਹੋਰ ਭਰ ਲਿਆ, ਹੋਰ ਲੋਡ ਕਰ ਲਈ ਗੱਡੀ। ਹੁਣ ਜਿੰਨੀ ਗੱਡੀ ਆਪਾਂ ਲੋਡ ਕਰਾਂਗੇ, ਉਹ ਜਿੰਨੀ ਗਰੋਸਰੀ ਤੁਸੀਂ ਲੈ ਆਓਗੇ ਘਰੇ, ਉਹਨੂੰ ਖਾਣਾ ਪੈਣਾ ਤਨਾ ਭੜੋਲਾ ਜਿੰਨਾ ਤੁਸੀਂ ਭਰ ਲਿਆ। ਠੀਕ ਨੇ ਜੀ ਸਾਹਿਬ? ਬਿਲਕੁਲ। ਹਾਂਜੀ, ਅੱਗੇ ਚਲੀਏ। ਹੁਣ ਕਹਿੰਦੇ ਆ, ਅਬ ਕਿਆ ਕਥੀਏ ਗਿਆਨ ਵਿਚਾਰਾ। ਕਹਿੰਦੇ ਇਸ ਗੱਲ ਤੋਂ ਆਹ ਚੀਜ਼ ਜਿਹੜੀ ਹੈਗੀ ਆ, ਸਦ ਜੀਵਨ ਵਾਲੀ ਗੱਲ ਜਿਹੜੀ ਹੈਗੀ ਆ, ਇਸ ਤੋਂ ਉੱਪਰ ਕਹਿੰਦੇ ਹੁਣ ਕੋਈ ਬੋਲਣ ਵਾਲੀ ਜਾਂ ਸਮਝਾਉਣ ਵਾਲੀ, ਸਮਝਣ ਵਾਲੀ, ਗਿਆਨ ਨੂੰ ਕਥਨ ਵਾਲੀ ਗੱਲ ਹੈਗੀ ਆ? ਇਹ ਤਾਂ ਪ੍ਰੈਕਟੀਕਲ ਕਰਨ ਵਾਲੀ ਚੀਜ਼ ਹੈਗੀ ਆ। ਅਬ ਕਿਆ ਕਥੀਏ ਗਿਆਨ ਵਿਚਾਰਾ। ਕਹਿੰਦੇ ਮੈਂ ਹੁਣ ਕੀ ਗਿਆਨ ਦੀਆਂ ਗੱਲਾਂ ਕੀ ਕਥੀ ਜਾਵਾਂ? ਇਹ ਤਾਂ ਮੇਰੇ ਕੋਲ ਤਾਂ ਪ੍ਰੈਕਟੀਕਲ ਜਿਹੜਾ ਹੈਗਾ ਇਹ ਕਾਰਵਾਈ ਕਰਨੀ ਆ। ਇਹਦੇ ਬਗੈਰ ਜਿਹੜਾ ਹੈਗਾ ਖਾਲੀ ਗੱਲਾਂ ਦੇ ਨਾਲ ਥੋੜ੍ਹੀ ਨਾ ਗਿਆਨ ਦੇ ਨਾਲ ਬਣ ਜਾਣਾ ਹੈ ਕਿ ਇਹ ਅਵਸਥਾ ਬਣ ਜਾਊਗੀ ਆਪਣੇ ਆਪ ਗਿਆਨ ਲੈਣ ਦੇ ਨਾਲ। ਅਬ ਕਿਆ ਕਥੀਏ ਗਿਆਨ ਵਿਚਾਰਾ, ਨਿਜ ਨਿਰਖਤ ਗਤ ਵਿਵਹਾਰਾ। ਕਹਿੰਦੇ ਆਪਣੇ ਆਪ ਨੂੰ ਦੇਖ, ਧਿਆਨ ਸਿਮਰਨ ਕਰ, ਔਰ ਨਿਜ ਨੂੰ, ਆਪਣੇ ਆਪ ਨੂੰ ਦੇਖ, ਤੂੰ ਹੈ ਕੌਣ। ਤੂੰ ਜਦ ਵਿਚਾਰ ਬੰਦ ਦੇਖ, ਤੂੰ ਆਪਣੇ ਅੰਦਰ ਵੜੇਗਾ, ਤੈਨੂੰ ਪਤਾ ਲੱਗੂਗਾ ਤੂੰ ਹੈ ਕੌਣ। ਕਿਹੋ ਜਿਹੇ ਵਿਚਾਰ ਆ ਰਹੇ ਆ ਤੇਰੇ ਅੰਦਰ, ਕੀ ਕਾਹਦਾ ਵਿਚਾਰ ਆ ਰਿਹਾ, ਕਿਹੋ ਜਿਹਾ ਹੈਗਾ ਤੂੰ। ਖਾਲੀ ਬਾਹਰੋਂ ਦੇਖਣ ਦੇ ਨਾਲ ਥੋੜ੍ਹੀ ਨਾ ਤੂੰ ਜਿਹੜਾ ਹੈਗਾ ਗਿਆਨੀ ਧਿਆਨੀ ਬਣ ਜਾਂਦਾ ਹੈ। ਨਿਜ ਨਿਰਖਤ ਗਤ ਵਿਵਹਾਰਾ, ਤਾਂ ਜਿਹੜਾ ਹੈਗਾ ਭਾਈ ਐਸੀ ਗਤ ਕਹਿੰਦੇ ਆ ਵਿਵਹਾਰ ਜਿਹੜਾ ਦੁਨੀਆ ਦੇ ਵਿੱਚ ਜਿਹੜਾ ਹੈਗਾ, ਜਦ ਤੂੰ ਜਿਹੜਾ ਹੈਗਾ ਆਪਾਂ ਕਾਮ ਕ੍ਰੋਧ ਲੋਭ ਮੋਹੰਕਾਰ ਦੇ ਵਿੱਚ, ਦੁਨੀਆ ਦੇ ਵਿੱਚ, ਸੰਸਾਰ ਦੇ ਵਿੱਚ ਆਪਣੀ ਪ੍ਰਾਣ ਸ਼ਕਤੀ ਯੂਜ਼ ਕਰਦੇ ਸੀਗੇ, ਕਹਿੰਦੇ ਉਹ ਗਤ ਹੋ ਜਾਂਦਾ ਹੈ, ਉਹ ਘਟ ਜਾਂਦਾ ਹੈ ਜਦ ਇਨਸਾਨ ਆਪਣੇ ਆਪ ਨੂੰ ਦੇਖਦਾ ਹੈ। ਆਪਣੇ ਬਈ ਮੈਂ ਹੈ ਕੌਣ, ਆਪਣੇ ਅਵਗੁਣ ਸਾਹਮਣੇ ਆਉਂਦੇ ਆ, ਫਿਰ ਜਿਹੜਾ ਹੈਗਾ ਉਹ ਜਿਹੜਾ ਹੈਗਾ ਆਪਣੇ ਜਿਹੜੇ ਹੈਗੇ ਅੰਦਰ ਜਿਹੜੀ ਹੈਗੀ ਆ ਮੈਲ, ਜਿਹੜੀ ਹੈ ਗਾਰਬੇਜ ਜਿਹੜੀ ਹੈਗੀ ਆ, ਕਚਰਾ ਜਿਹੜਾ ਹੈਗਾ, ਉਹਨੂੰ ਝਾੜੂ ਲਾਉਣਾ ਸ਼ੁਰੂ ਕਰਦਾ। ਅਬ ਕਿਆ ਕਥੀਏ ਗਿਆਨ ਵਿਚਾਰਾ, ਨਿਜ ਨਿਰਖਤ ਗਤ ਵਿਵਹਾਰਾ। ਹਾਂਜੀ ਵੀਰ ਜੀ, ਰਹਾਓ। ਅੱਛਾ ਨਿੱਜੇ ਸਾਹਿਬ, ਇਹ ਦੂਜੀ ਤੁਕ ਦਾ ਮਤਲਬ ਕਿ ਨਿਜ ਲਿਖਤ ਗਤ, ਨਿਜ ਨਿਰਖਤ ਮਤਲਬ ਆਪਣੇ ਆਪ ਨੂੰ ਨਿਰਖਣਾ ਆ, ਆਪਣੇ ਆਪ ਨੂੰ ਦੇਖਣਾ ਆ। ਇਹ ਧਿਆਨ ਸਿਮਰਨ ਕੀ ਹੈਗਾ? ਆਪਣੇ ਆਪ ਨੂੰ ਦੇਖਣਾ ਹੈ। ਅੰਦਰ ਜਿਹੜੇ ਹੈਗੇ ਮੇਰੇ ਅੰਦਰੋਂ ਕੀ ਵਿਚਾਰ ਆ ਰਹੇ, ਅੰਦਰ ਕੀ ਉੱਠ ਰਿਹਾ ਹੈ, ਬਸ ਉਹਨੂੰ ਆਪਣੇ ਆਪ ਆਪਣੇ ਅਵਗੁਣ ਦੇਖਣੇ ਆ,
ਔਗੁਣ ਜਿਹੜੇ ਹੈਗੇ ਆ, ਜਦ ਆਪਣੇ ਔਗੁਣ ਦੇਖਦਾ ਇਨਸਾਨ, ਫਿਰ ਜਿਹੜਾ ਹੈਗਾ ਉਹ ਉਹਨਾਂ ਨੂੰ ਕਿਉਂਕਿ ਮਨ ਨੇ ਮਨ ਨੂੰ ਹੀ ਮਾਰਨਾ ਹੈ। ਇਸ ਮਨ ਨੇ ਹੀ ਕੰਟਰੋਲ ਕਰਨਾ ਹੈ। ਕੋਈ ਬ੍ਰਹਮ ਗਿਆਨੀ ਜਿਹੜਾ ਹੈਗਾ, ਕੋਈ ਗੁਰੂ ਜਿਹੜਾ ਹੈਗਾ, ਕੋਈ ਜਿਹੜਾ ਹੈਗਾ ਆਪਾਂ ਨੂੰ ਰਿੰਗ ਦੇ ਵਿੱਚ ਜਿਹੜਾ ਹੈਗਾ ਜਾ ਕੇ ਆਪਣੀ ਜਗ੍ਹਾ 'ਤੇ ਲੜ ਨਹੀਂ ਸਕਦਾ। ਉਹ ਆਪਾਂ ਨੂੰ ਖੁਦ ਹੀ ਕਰਨੀ ਪੈਣੀ ਹੈ। ਕਹਿੰਦੇ ਜਿਹੜਾ ਔਰ ਉਹਨੂੰ ਉਹ ਮੈਲ ਉਹੀ ਲਾ ਸਕਦਾ ਹੈ, ਔਗੁਣ ਉਹੀ ਦੂਰ ਕਰ ਸਕਦਾ ਜਿਹਨੂੰ ਪਤਾ ਹੋਏ ਵੀ ਮੇਰੇ ਅੰਦਰ ਮੈਂ ਕਿੱਥੇ ਕਿੱਥੇ ਫਸਿਆ ਪਿਆ ਹਾਂ, ਕਿਹੜੇ ਕਿਹੜੇ ਔਗੁਣ ਆ ਮੇਰੇ ਅੰਦਰ। ਅਤੇ ਨਿਜ ਨਿਰਖਤ ਗਤ ਵਿਵਹਾਰਾ, ਤਾਂ ਜਿਹੜਾ ਹੈਗਾ ਇਹ ਵਿਵਹਾਰ ਜਿਹੜਾ ਹੈਗਾ, ਜਿਹੜਾ ਰੂਟੀਨ ਹੈਗਾ, ਜਿਹੜੇ ਸੰਸਕਾਰ ਹੈਗੇ ਜਨਮਾਂ ਤੋਂ ਇਨਸਾਨ ਨੂੰ ਪਏ, ਉਹ ਜਿਹੜੇ ਗੱਤ ਹੋ ਜਾਂਦੇ ਆ। ਗੱਤ ਦਾ ਮਤਲਬ ਆ ਬਈ ਉਹ ਜਿਹੜੇ ਹੈਗੇ ਖਤਮ ਹੋ ਜਾਂਦੇ ਆ। ਹਾਂਜੀ ਵੀਰ ਜੀ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਹਾਂਜੀ ਠੀਕ ਹੈ ਜੀ। ਕਹਿੰਦੇ ਅਬ ਕਿਆ ਕਥੀਏ ਗਿਆਨ ਵਿਚਾਰ। ਉਹ ਕਹਿੰਦੇ ਕਿ ਕਹਿਣ ਤੇ ਹੁਣ ਸੁਣਨ ਵਾਲੀ ਗੱਲ ਤੇ ਕੁਛ ਵੀ ਨਹੀਂ। ਹੁਣ ਦੱਸੋ, ਮੈਂ ਸੇਬ ਖਾ ਲਿਆ, ਉਹ ਸਾਹਮਣੇ ਸੇਬ ਖਾ ਲਿਆ, ਹੁਣ ਤੁਸੀਂ ਨਹੀਂ ਖਾਧਾ। ਹੁਣ ਤੁਸੀਂ ਉਹ ਸੇਬ ਦੀਆਂ ਕਿਤਾਬਾਂ ਪੜ੍ਹ ਕੇ ਮੇਰੇ ਵਰਗਾ ਸਵਾਦ ਲੈ ਸਕਦੇ ਜੋ? ਨਹੀਂ। ਜੋ ਮੈਂ ਖਾ ਕੇ ਲੈ ਲਿਆ। ਕਬੀਰ ਜੀ ਕਹਿੰਦੇ ਆ ਇਹ ਤੇ ਅਨੁਭਵ ਦਾ ਵਿਸ਼ਾ ਹੈ। ਪ੍ਰੈਕਟੀਕਲ ਕਰਨਾ ਸ਼ੁਰੂ ਕਰ। ਇਹ ਜੇ ਚਰਨਜੀਤ ਨੇ ਸੇਬ ਖਾਧਾ ਤੇ ਤੈਨੂੰ ਵੀ ਖਾਣਾ ਪੈਣਾ। ਹੁਣ ਚਰਨਜੀਤ ਨੇ ਸੇਬ ਖਾ ਕੇ ਸਵਾਦ ਲਿਆ ਵਾ, ਤੂੰ ਕਿਤਾਬਾਂ ਪੜ੍ਹੀ ਜਾਂਦਾ, ਤੇ ਕਿਤਾਬਾਂ 'ਚ ਸਵਾਦ ਕਿੱਥੇ ਹੈਗਾ? ਉਹ ਤੇ ਸੇਬ ਦੀਆਂ ਗੱਲਾਂ ਵਾ ਕਿ ਜੇ ਜੂਸ ਨਿਕਲਦਾ ਵਾ ਔਰ ਚਾਹ ਫਲਾਨੀ ਚੀਜ਼ ਬਣਦੀ ਆ, ਬਈ ਉਹਦਾ ਮੁਰੱਬਾ ਵੀ ਬਣ ਜਾਂਦਾ। ਹੁਣ ਪੜ੍ਹੀ ਜਾਓ, ਜਿੰਨਾ ਪੜ੍ਹੋਗੇ ਉਹਨਾਂ ਤੁਹਾਡੇ ਮੂੰਹ 'ਚ ਪਾਣੀ ਆਈ ਜਾਣਾ। ਗੱਲ ਤੇ ਪਾਣੀ ਦੀ ਨਹੀਂ ਆ, ਗੱਲ ਤੇ ਆ ਕਿ ਉਹਨੂੰ ਖਾਣ ਦੀ। ਇੱਕ ਪੀਸ ਮੂੰਹ 'ਚ ਪਾਓ, ਤੁਹਾਨੂੰ ਸਵਾਦ ਦਾ ਪਤਾ ਲੱਗ ਜੇ। ਹੁਣ ਬਾਣੀ ਕੀ ਕਹਿੰਦੀ ਆ ਕਿ ਪ੍ਰੈਕਟੀਕਲ ਕਰਨ ਦਾ ਵਿਸ਼ਾ ਹੈ, ਔਰ ਇਹ ਤੈਨੂੰ ਦੇਖਣਾ ਪਵੇਗਾ। ਠੀਕ ਹੈ, ਅਗਲੀ ਤੋਂ ਬੋਲੋ ਰਜਾ ਸਾਹਿਬ। ਹਾਂ, ਨਿਜ ਨਿਰਖਤ ਗਤ ਵਿਵਹਾਰਾ ਰਹਾਓ। ਆਪਣੇ ਔਗੁਣ ਦੇਖਦੇ ਦੇਖਦੇ ਜਿਹੜਾ ਹੈਗੇ ਤੇਰੇ ਸੰਸਕਾਰ ਜਿਹੜੇ ਹੈਗੇ ਆ, ਇਹ ਧਿਆਨ ਸਿਮਰਨ ਕਰਨ ਦੇ ਨਾਲ ਆਪਣੇ ਔਗੁਣ ਪਤਾ ਲੱਗਦੇ ਆ। ਆਪਣੇ ਔਗੁਣ ਜਿਹੜੇ ਜਦ ਇਨਸਾਨ ਜਿਹੜਾ ਹੈਗਾ ਉਹਨਾਂ ਦੇ ਉੱਤੇ ਵਰਕਆਊਟ ਕਰਦਾ ਤੇ ਔਗੁਣ ਜਾਂਦੇ ਤੇ ਗੁਣ ਪ੍ਰਗਟ ਹੋ ਜਾਂਦੇ ਆ। ਔਰ ਜੋ ਰੂਟੀਨ ਹੈ, ਜੋ ਸੰਸਕਾਰ ਹੈ, ਇਸ ਤਰੀਕੇ ਦੇ ਨਾਲ ਉਹ ਸੰਸਕਾਰ ਘਟਦੇ ਇਨਸਾਨ ਦੇ। ਰਹਾਓ। ਬਿਲਕੁਲ ਠੀਕ ਹੈ ਜੀ। ਹਾਂਜੀ, ਹੁਣ ਸਾਧ ਸੰਗਤ ਜੀ ਆਪਾਂ ਡਾਕਟਰ ਕੋਲ ਜਾਂਦੇ ਹਾਂ। ਸਭ ਤੋਂ ਪਹਿਲਾਂ ਤੇ ਉਹ ਕਹਿੰਦਾ ਕਿ ਚਰਨਜੀਤ ਜਾ ਕੇ ਲੈਬ 'ਚੋਂ ਆਪਣਾ ਟੈਸਟ ਕਰਾ। ਤੇਰਾ ਖੂਨ ਟੈਸਟ ਕਰੀਏ, ਤੇਰਾ ਯੂਰੀਨ ਟੈਸਟ ਕਰੀਏ, ਤੇਰੀਆਂ ਕਿਡਨੀਆਂ, ਤੇਰਾ ਲੀਵਰ, ਤੇਰੇ ਦਿਮਾਗ ਦੇ, ਤੇਰੀਆਂ ਅੱਖਾਂ ਦੇ ਸਾਰੇ ਟੈਸਟ ਕਰਦੇ ਅਗਲੇ। ਹੁਣ ਟੈਸਟ ਕਰਦੇ ਆ, ਫਿਰ ਉਹ ਕਹਿੰਦੇ ਆ ਕਿ ਬਈ ਇਹ ਦੇਖ ਤੇਰੇ ਖੂਨ 'ਚ ਵੀ ਤੇਰੀ ਲਿਪਿਡ ਪ੍ਰੋਫਾਈਲ ਵੀ ਸਹੀ ਨਹੀਂ ਆਈ, ਤੇਰਾ ਕੋਲੈਸਟਰੋਲ ਵਧਿਆ ਪਿਆ ਜੀ। ਠੀਕ ਹੈ ਰਜਾ ਸਾਹਿਬ? ਬਿਲਕੁਲ ਠੀਕ ਹੈ ਜੀ। ਫਿਰ ਕਹਿੰਦੇ ਤੇਰਾ ਲੀਵਰ 'ਚ ਵੀ ਥੋੜੀ ਗੜਬੜ ਹੈ, ਫੈਟੀ ਲੀਵਰ ਹੈਗਾ, ਸਟੇਜ 2 ਆ, ਬਈ ਇਹਦਾ ਵੀ ਇਲਾਜ ਕਰਾਓ। ਫਿਰ ਤੂੰ ਤੇਰੇ ਆ ਵੇਖ, ਤੇਰੇ ਸਰੀਰ 'ਚ ਪ੍ਰੋਟੀਨ ਬਹੁਤ ਜ਼ਿਆਦਾ ਹੈ, ਲੋੜ ਤੋਂ ਜ਼ਿਆਦਾ, ਜਿਹਦੇ ਕਰਕੇ ਯੂਰਿਕ ਐਸਿਡ ਵਗੈਰਾ ਵੀ ਵਧੇ ਪਏ। ਆਹ ਸਾਰੀਆਂ ਰਿਪੋਰਟਾਂ ਤੇਰੇ ਸਾਹਮਣੇ ਰੱਖੀਆਂ। ਹੁਣ ਉਹ ਕਹਿੰਦੇ ਆ ਕਿ ਇਹ ਦੇਖ, ਇਹ ਜਿਹੜੇ ਖਾਣੇ ਆ, ਇਹ ਜੇ ਤੂੰ ਕਰ ਰਿਹਾ, ਤੇਰਾ ਲਾਈਫ ਸਟਾਈਲ ਕੀ ਆ? ਮੈਂ ਕਹੂੰਗਾ ਸਰ ਜੀ ਮੈਂ ਤੇ ਉੱਠਦਾ ਹੀ 11 ਵਜੇ ਆ। ਅੱਛਾ, ਫਿਰ ਐਕਸਰਸਾਈਜ਼ ਕਰਦਾ? ਨਹੀਂ ਜੀ, ਮੈਂ ਐਕਸਰਸਾਈਜ਼ ਨਹੀਂ ਕਰਦਾ। ਅੱਛਾ, ਫਿਰ ਮੈਂ ਸਮੋਸੇ ਖਾਂਦਾ ਵਾ, ਕਚੋਰੀਆਂ ਖਾਂਦਾ, ਜੋ ਸਾਰਾ ਮਤਲਬ ਜੰਕ ਫੂਡ ਖਾਂਦਾ। ਐਕਸਰਸਾਈਜ਼ ਮੈਂ ਬਿਲਕੁਲ ਨਹੀਂ ਕਰਦਾ, ਖਾਣਾ ਪੀਣਾ ਤੇ ਸੌਣਾ, 2 ਕੰਮ ਕਰਦਾ। ਫਿਰ ਉਹ ਮੈਨੂੰ ਕਹਿੰਦੇ ਕਿ ਭਈ ਏਦਾਂ ਕਰ, ਇਹ ਤੇਰਾ ਲਾਈਫ ਸਟਾਈਲ ਹੈ ਨਾ, ਵਧੀਆ ਨਹੀਂ ਹੈਗਾ, ਇਹਨੂੰ ਚੇਂਜ ਕਰਨਾ ਪੈਣਾ। ਥੋੜੀ ਐਕਸਰਸਾਈਜ਼ ਐਡ ਕਰ, ਸਵੇਰੇ ਉੱਠ ਕੇ 40-45 ਮਿੰਟ ਐਕਸਰਸਾਈਜ਼ ਕਰ, ਪਸੀਨਾ ਕੱਢ, ਉਸ ਤੋਂ ਬਾਅਦ ਹਰੀਆਂ ਸਬਜ਼ੀਆਂ ਖਾ ਤੇ ਫਰੂਟ ਖਾ। ਐ ਜਿਹੜਾ ਹੈਵੀ ਸਟਫ ਹੈ ਇਹਨੂੰ ਬੰਦ ਕਰ ਦੇ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਉਹ ਐਕਸਰਸਾਈਜ਼ ਜੇ ਤੂੰ ਤੰਦਰੁਸਤ ਹੋਣਾ ਤੇ ਇਹ ਮਤਲਬ ਕਹਿੰਦੇ ਮੂੰਹ ਤੇ ਜਿੱਪ ਮਾਰ। ਹੁਣ ਇਹ ਵੀ ਕਹਿੰਦੇ ਆ ਕਿ ਆਹ ਹੁਣ ਤੋਂ ਦੁਬਾਰਾ ਨਜ਼ਰ ਸਾਹਿਬ ਤੁਸੀਂ ਹੁਣ ਵਿਆਖਿਆ ਕਰੋ। ਹਾਂਜੀ। ਅਬ ਕਿਆ ਕਥੀਏ ਗਿਆਨ ਵਿਚਾਰਾ ਨਿਜ ਨਿਰਖਤ ਗਤ ਵਿਵਹਾਰਾ। ਕਹਿੰਦੇ ਹੁਣ ਜਿਹੜਾ ਹੈਗਾ ਆਪਣੇ ਆਪ ਨੂੰ ਦੇਖਦੇ ਹੋਏ, ਆਪਣੇ ਆਪ ਨੂੰ ਆਪਣੇ ਅੰਦਰ ਜਿਹੜੇ ਆਪਣੇ ਔਗੁਣਾਂ ਨੂੰ ਦੇਖਦੇ ਹੋਏ ਜਿਹੜਾ ਹੈਗਾ ਉਹਨਾਂ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਰੋਕਦੇ ਹੋਏ, ਆਪਣੇ ਔਗੁਣਾਂ 'ਤੇ ਵਰਕਆਊਟ ਕਰਦੇ ਹੋਏ ਹੁਣ ਜਿਹੜਾ ਹੈਗਾ ਇਹ ਜਿਹੜੇ ਸੰਸਕਾਰ ਜਿਹੜੇ ਇਨਸਾਨ ਦੇ ਜਿਹੜੇ ਹੈਗੇ ਉਹ ਘਟ ਜਾਂਦੇ ਆ। ਭਾਈ ਜਦ ਆਪਾਂ ਕਿਸੇ ਚੀਜ਼ ਦੇ ਉੱਤੇ ਦੇਖ ਰਹੇ ਹਾਂ ਧਿਆਨ ਦੇ ਨਾਲ, ਹੁਣ ਜਿਹੜਾ ਹੈਗਾ ਮਨ ਨੇ ਔਗੁਣ ਕਰਨੇ ਆ, ਔਰ ਮਨ ਜਿਹੜਾ ਹੈਗਾ ਆਪਾਂ ਮਨ 'ਤੇ ਆਵਾਜ਼ ਕਰ ਲਈ ਆ ਵੀ ਮਨ ਕਿਹੜੇ ਪਾਸੇ ਨੂੰ ਜਾ ਰਿਹਾ ਆ। ਕਹਾਂ ਚਲੋ ਮਨ ਰਹੋ ਘਰੇ,
ਮਹਾਰਾਜ ਜੀ ਪਹਿਲੀ ਪਾਤਸ਼ਾਹੀ ਦਾ ਸ਼ਬਦ ਆ, ਕਹਿੰਦੇ ਕਿੱਧਰ ਨੂੰ ਜਾ ਰਹੇ ਆ ਭਾਈ? ਆਊਟਿੰਗ ਕਰਨ ਵਾਸਤੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਾਸਤੇ। ਇੱਧਰ ਬੈਠ ਟਿਕ ਕੇ, ਜਿਵੇਂ ਪਿਓ ਕਹਿੰਦਾ ਬੱਚਾ ਜਾ ਰਿਹਾ ਚੁੱਪ-ਚਾਪ, ਪਿਓ ਦੇ ਧਿਆਨ ਨਹੀਂ ਹੈ, ਪਿੱਛੇ ਦੀ ਲੰਘਦਾ ਅਤੇ ਪਿਓ ਦਰਵਾਜ਼ੇ 'ਤੇ ਪਹੁੰਚਦਾ, ਪਿਓ ਕਹਿੰਦਾ ਕਿੱਧਰ ਮੁੜ, ਉਵੇਂ ਦਾ ਕਹਿੰਦੇ ਆ। ਹੁਣ ਤਾਂ ਉਵੇਂ ਦਾ ਵਿਵਹਾਰ ਹੈਗਾ ਭਾਈ। ਇਸ ਤਰੀਕੇ ਦੇ ਨਾਲ ਜਿਹੜੀ ਹੈਗੀ ਆ ਇਹ ਦਸਮ ਦੁਆਰ ਵੱਲ ਨੂੰ ਯਾਤਰਾ ਹੁੰਦੀ ਹੈ ਪ੍ਰਾਣ ਸ਼ਕਤੀ ਦੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕਹਿੰਦੇ ਕੰਮ ਕਰਨਾ ਪਊਗਾ। ਜਿਹੜੀਆਂ ਚੀਜ਼ਾਂ ਕਰਕੇ ਅੰਦਰ ਔਗਣ ਪੈਦਾ ਹੋ ਰਿਹਾ, ਬਿਮਾਰੀ ਪੈਦਾ ਹੋ ਰਹੀ ਹੈ, ਉਹਨੂੰ ਬੰਦ ਕਰਨਾ ਪਊ, ਐਲੀਮੀਨੇਟ ਕਰਨਾ ਪਊ ਉਹਨੂੰ, ਕਿਉਂਕਿ ਬਿਮਾਰੀ ਦਾ ਸਭ ਤੋਂ ਪਹਿਲੀ ਗੱਲ ਤਾਂ ਪਤਾ ਲੱਗਣਾ ਬਹੁਤ ਜ਼ਰੂਰੀ ਆ। ਹੁਣ ਇਹ ਕਾਮ ਆ, ਕ੍ਰੋਧ ਆ, ਲੋਭ ਆ, ਮੋਹ ਹੈ, ਹੰਕਾਰ ਆ, ਰਾਗ ਹੈ, ਦਵੈਸ਼ ਹੈ, ਔਰ ਖਾਸ ਕਰਕੇ ਔਰਤਾਂ 'ਚ ਈਰਖਾ ਬਹੁਤ ਹੁੰਦੀ ਹੈ। ਇੱਕ ਔਰਤ ਦੂਸਰੀ ਔਰਤ ਤੋਂ ਬਹੁਤ ਈਰਖਾ ਕਰਦੀ ਹੈ, ਇਹ ਔਰਤਾਂ 'ਚ ਜ਼ਿਆਦਾ ਹੁੰਦਾ। ਹੁਣ ਇਹ ਵੀ ਮਾੜਾ ਔਗਣ ਹੈ, ਬਹੁਤ ਮਾੜਾ। ਇਹਨੇ ਕੀ ਕਰਨਾ, ਤੁਹਾਨੂੰ ਸੁੱਖ ਨੂੰ ਅਨੁਭਵ ਨਹੀਂ ਕਰਨ ਦੇਣਾ, ਤੁਹਾਡੇ ਜੀਵਨ 'ਚ ਬਹੁਤ ਵੱਡੀ ਪ੍ਰੋਬਲਮ ਕਰ ਦੇਣੀ ਇਹ, ਕਿਉਂਕਿ ਕੁਦਰਤੀ ਹੁੰਦਾ। ਹੁਣ ਇਹ ਚੀਜ਼ ਨੂੰ ਕਿੱਦਾਂ ਖਤਮ ਕਰਨਾ ਹੈ? ਇਹਦੇ ਲਈ ਬੰਦਗੀ ਹੀ ਕਰਨੀ ਪੈਣੀ ਹੈ। ਓਦਾਂ ਈਰਖਾ ਨਹੀਂ ਜਾ ਸਕਦੀ। ਆਪ ਬੁਖਾਰ ਨੂੰ ਕਿੱਦਾਂ ਕੱਢੋਗੇ ਦੱਸੋ? ਕੱਢੋਗੇ ਬੁਖਾਰ ਨੂੰ? ਡਾਂਗਾ ਫੇਰੋਗੇ ਉਹਨੂੰ? ਉਹ ਤੇ ਸਰੀਰ ਦੇ ਵਿੱਚ ਵੜਿਆ, ਉਹ ਤੇ ਕਿਸੇ 'ਚ ਕੋਈ ਇਨਫੈਕਸ਼ਨ ਹੈਗੀ ਆ। ਇਸੇ ਲਈ ਇਹ ਜਿਹੜੇ ਬੁਖਾਰ ਹੈਗੇ ਨੇ, ਇਹ ਸਾਡੇ ਕਾਰਨ ਸਰੀਰ ਦੇ ਵਿੱਚ ਨੇ, ਕਿਉਂਕਿ ਇਹਦੇ ਅੰਦਰ ਸੰਸਕਾਰ ਨੇ। ਛੋਟਾ ਬੱਚਾ ਹੁੰਦਾ, ਵੇਖੋ ਉਹਨੂੰ ਕੁਝ ਨਹੀਂ ਪਤਾ ਹੁੰਦਾ। ਜਿਵੇਂ ਜਿਵੇਂ ਬੱਚਾ ਵੱਡਾ ਹੋਈ ਜਾਊਗਾ, ਦੇਖੋਗੇ ਤੁਸੀਂ ਖੁਦ ਵੇਖ ਕੇ ਹੈਰਾਨ ਹੋ ਜਾਣਾ ਕਿ ਮੇਰੇ ਬੱਚੇ 'ਚ ਇਹ ਸੰਸਕਾਰ, ਏਦਾਂ ਦਾ ਬੱਚਾ ਮੇਰਾ। ਤੁਸੀਂ ਹੈਰਾਨ ਹੋ ਗਏ, ਯਾਰ ਇਹਨੂੰ ਤੇ ਮੈਂ ਤੇ ਪਤਾ ਨਹੀਂ ਕਿੰਨਾ ਪਾਠ ਪੁਠ ਪੜਾਇਆ ਤੇ ਕਿੰਨੀਆਂ ਪੂਜਾ ਤੇ ਕਿੰਨਾ ਕੁਝ ਸਿਖਾਇਆ, ਇਹ ਕਿੱਦਾਂ ਦਾ ਬੱਚਾ ਪੈਦਾ ਹੋ ਗਿਆ। ਔਰ ਉਹ ਤੁਸੀਂ ਜਾਓਗੇ ਸੱਜੇ ਬੰਨੇ, ਉਹਨੇ ਜਾਣਾ ਖੱਬੇ ਬੰਨੇ, ਤੁਸੀਂ ਜਾਓਗੇ ਖੱਬੇ ਬੰਨੇ, ਉਹਨੇ ਜਾਣਾ ਸੱਜੇ ਬੰਨੇ। ਮੇਜਰ ਸਾਹਿਬ ਬਿਲਕੁਲ ਠੀਕ ਹੈ ਜੀ, ਬਿਲਕੁਲ ਕਾਰਨ ਸਰੀਰ ਪ੍ਰਗਟ ਹੋ ਗਿਆ। ਹਾਂ, ਉਹਨੇ ਤੁਹਾਡੀ ਸੁਣਨੀ ਨਹੀਂ। ਤੁਸੀਂ ਕਹੋਗੇ ਕਿ ਭਾਈ ਆਹ ਕੰਮ ਕਾਰ ਬੜਾ ਵਧੀਆ ਵਾ, ਉਹ ਕਹਿੰਦਾ ਮੈਂ ਆਪਣਾ ਸੁਣਾ ਜਿਹੜਾ ਮੇਰੇ ਅੰਦਰ ਭਰਿਆ ਪਿਆ, ਜੇ ਮੈਂ ਤੇਰੀ ਗੱਲ ਸੁਣਾ। ਤੇਰਾ ਤਾਂ ਨਕਲੀ ਸੌਫਟਵੇਅਰ ਹੈ, ਮੈਂ ਤੇ ਇਹ ਸੌਫਟਵੇਅਰ ਲੈ ਕੇ ਜੰਮਿਆ ਵਾ। ਤੂੰ ਤੇ ਨਿੱਕੀ ਜੀ ਸੌਫਟਵੇਅਰ ਹੀ ਮੇਰੇ ਤੇ ਚਾਹ ਨੂੰ ਫਿਰਦਾ ਹੈ ਨਾ। ਨਿੱਕੀ ਜੀ ਮੇਰੇ ਅੰਦਰ ਵਿੰਡੋ ਨਾ ਜਿਹੜੀ, ਉਹ ਇਸੇ ਚੀਜ਼ ਦੀ ਬਣੀ ਆ, ਵੱਡੀ ਵਿੰਡੋ। ਬਿਲਕੁਲ। ਉਹਦੇ ਉੱਤੇ ਦੂਜੇ ਸੌਫਟਵੇਅਰ ਚੜਨੇ ਆ। ਹੁਣ ਵਿੰਡੋ ਤਾਕਤਵਰ ਹੈ ਕਿ ਸੌਫਟਵੇਅਰ ਤਾਕਤਵਰ ਹੈ? ਉਹ ਕਹਿੰਦਾ ਮੇਰੀ ਵਿੰਡੋ ਹੀ ਏਦਾਂ ਦੀ ਬਣੀ ਆ, ਕਿਉਂਕਿ ਸੰਸਕਾਰ ਏਦਾਂ ਦੇ। ਹੁਣ ਇਹਦੇ ਵਿੱਚ ਇੱਕ ਆਪਸ਼ਨ ਹੈਗਾ, ਕੁਦਰਤ ਨੇ ਪਤਾ ਕੀ ਦਿੱਤਾ ਕਿ ਤੈਨੂੰ ਕੀ ਕਰਨਾ ਪਊ? ਤੁਰੀਆ ਅਵਸਥਾ 'ਚ ਜਾ ਕੇ ਆਪਣੀ ਆਤਮਾ ਨੂੰ ਪ੍ਰਕਾਸ਼ਿਤ ਕਰਨਾ ਪਊਗਾ। ਤੁਰੀਆ ਦੇ ਵਿੱਚ ਵਾਰ-ਵਾਰ ਜਾਣਾ, ਨਿਰਵਿਚਾਰ ਅਵਸਥਾ 'ਚ, ਫਿਰ ਤੁਹਾਡੀ ਆਤਮਾ ਪ੍ਰਕਾਸ਼ਿਤ ਹੋ ਜਾਏਗੀ। ਔਰ ਜਿਵੇਂ ਜਿਵੇਂ ਪ੍ਰਕਾਸ਼ਿਤ ਹੋ ਗਈ, ਫਿਰ ਇੱਕ ਸਮਾਂ ਆਊਗਾ ਪ੍ਰਗਟ ਹੋ ਜਾਊਗੀ। ਫਿਰ ਜਿੱਦਾਂ ਦੀਵਾ ਜਗ ਗਿਆ, ਹਨੇਰਾ ਦੂਰ ਹੋ ਗਿਆ, ਆਤਮਾ ਦਾ ਪ੍ਰਕਾਸ਼ ਜਦੋਂ ਪ੍ਰਗਟ ਹੋ ਗਿਆ, ਇਹ ਜਿਹੜਾ ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ, ਇਹ ਵੀ ਉੱਡ ਜਾਣਗੇ। ਫਿਰ ਤੁਸੀਂ ਆਤਮਾ ਦੇ ਵਿੱਚ ਸਥਿਰ ਹੋ ਜਾਓਗੇ। ਆਤਮਾ 'ਚ ਕੋਈ ਵੀ ਉਹ 'ਚ ਹਲਚਲ ਨਹੀਂ ਆ। ਔਰ ਫਿਰ ਕਿੱਦਾਂ ਪਤਾ ਲੱਗੂਗਾ ਕਿ ਤੁਸੀਂ ਆਤਮਾ 'ਚ ਸਥਿਰ ਹੋ ਗਏ? ਜੋ ਤੁਸੀਂ ਸਭ ਤੋਂ ਪਹਿਲੀ ਗੱਲ ਸੰਤੁਸ਼ਟ ਹੋ ਜਾਣਾ ਜੀ, ਤ੍ਰਿਪਤ ਹੋ ਜਾਓਗੇ, ਤੇ ਤੁਹਾਡਾ ਜੀਵਨ 'ਚ ਆਨੰਦ ਆ ਜਾਏਗਾ। ਬਿਲਕੁਲ ਆਨੰਦ ਆਏਗਾ। ਔਰ ਆਨੰਦ ਕਿਸੇ ਕਾਰਨ ਨਹੀਂ ਆ, ਅਕਾਰਨੀ। ਔਰ ਸਭ ਤੋਂ ਵੱਡੀ ਗੱਲ, ਤੁਸੀਂ ਇਹ ਮਹਿਸੂਸ ਕਰੋਗੇ ਤੁਹਾਡੇ ਧੜ ਦੇ ਉੱਤੇ ਸਿਰ ਨਹੀਂ ਹੈਗਾ ਹੁਣ। ਨਜਰ ਸਾਹਿਬ, ਹਾਂਜੀ ਹਾਂਜੀ, ਹੈਡਲੈਸ ਹੋ ਜਾਓਗੇ। ਹੈਡਲੈਸ, ਸਿਰ ਨਹੀਂ ਹੋਊਗਾ ਤੁਹਾਡੇ, ਕਿਉਂਕਿ ਸਿਰ ਦੇ ਅੰਦਰ ਤੇ ਵਿਚਾਰ ਨੇ। ਹੁਣ ਵਿਚਾਰ ਤੇ ਸ਼ਾਂਤ ਹੋ ਗਏ ਤੇ ਫਿਰ ਬ੍ਰਹਮ ਹੀ ਰਹਿ ਗਿਆ ਅਗਲੇ ਬੰਨੇ। ਬਿਲਕੁਲ, ਠੀਕ ਹੈ ਨਜਰ ਸਾਹਿਬ? ਬਹੁਤ ਵਧੀਆ ਜੀ। ਹਾਂਜੀ ਰਹਾ ਅੱਗੇ। ਹੁਣ ਆਪਣੇ ਕਬੀਰ ਜੀ ਦੀ ਸੇਮ ਗੱਲ ਕਬੀਰ ਜੀ ਕਹਿ ਰਹੇ ਆ, ਕਸ ਕੁਮਕੁਮ ਚੰਦਨ ਗਾਰਿਆ। ਕਹਿੰਦੇ ਹੁਣ ਜਿਹੜਾ ਹੈਗਾ ਬ੍ਰਾਹਮਣ ਕੀ ਕਰਦੇ ਆ, ਉਹ ਜਿਹੜਾ ਚੰਦਨ ਨੂੰ ਘਿਸਦੇ ਆ, ਆਪਣੇ ਜਿਹੜੇ ਆ ਨਾ ਉਹਦੇ ਵਿੱਚ ਜਿਹੜਾ ਹੈਗਾ ਕੁਮਕੁਮ ਮਿਲਾਉਂਦੇ ਆ। ਜਿਵੇਂ ਕਹਿੰਦੇ ਚੰਦਨ ਦੇ ਵਿੱਚ ਕੁਮਕੁਮ ਮਿਲਾਈਦਾ ਹੈ। ਕੁਮਕੁਮ ਕਹਿੰਦੇ ਆ ਕੇਸਰ ਨੂੰ, ਕੇਸਰ ਤੇ ਚੰਦਨ ਨੂੰ ਜਿਹੜਾ ਘਿਸ ਕੇ ਫਿਰ ਜਿਹੜਾ ਹੈਗਾ ਠੰਡ ਹੀ ਮੱਥੇ ਤੇ ਲਾਉਂਦੇ ਆ, ਔਰ ਖੁਸ਼ਬੂ ਆਉਂਦੀ ਹੈ ਉਹਨਾਂ ਦੇ ਅੰਦਰ, ਠੰਡਕ ਰਹਿੰਦੀ, ਖੁਸ਼ਬੂ ਆਉਂਦੀ ਹੈ। ਕਹਿੰਦੇ ਐਸੇ ਤਰੀਕੇ ਦੇ ਨਾਲ ਮੈਂ ਆਪਣੀ ਹਉਮੈ ਨੂੰ ਘਸਿਆ, ਮੈਂ ਆਪਣੀ ਹਉਮੈ ਨੂੰ ਘਟਾਇਆ, ਅਤੇ ਕੁਮਕੁਮ ਜਿਹੜਾ ਹੈਗਾ ਆਪਣੀ ਸੁਰਤ ਜਿਹੜੀ ਹੈਗੀ ਆ, ਬਾਰ ਜਿਹੜਾ ਹੈਗਾ ਮੈਂ ਆਪਣੀ ਸੁਰਤ ਨੂੰ ਜਿਹੜੀ ਹੈਗੀ ਆਤਮਾ ਵੱਲ ਜਿਹੜਾ ਹੈਗਾ ਲੈ ਕੇ ਗਿਆ। ਉਹ ਆਤਮਾ ਚੰਦਨ ਦੇ ਵਿੱਚ ਜਿਹੜਾ ਕੁਮਕੁਮ ਨੂੰ ਮਿਲਾ ਦਿੱਤਾ, ਬਿਲਕੁਲ ਇੱਕ ਮਿਕ ਕਰ ਦਿੱਤੇ। ਇਹ ਜਿਹੜੀ ਹੈਗੀ ਨਿਰਵਿਚਾਰ ਅਵਸਥਾ ਜਿਹੜੀ ਹੈ ਉਹਦੀ ਗੱਲ ਕਰ ਰਹੇ ਆ। ਕਸ ਕੁਮਕੁਮ ਚੰਦਨ ਗਾਰਿਆ, ਬਿਨ ਨੈਣੋ ਜਗਤ ਨਿਹਾਰਿਆ। ਕਹਿੰਦੇ ਅੱਖਾਂ ਕੀ ਹੈ? ਆਪਣੀ ਅੱਖਾਂ ਕੀ ਹੈ?
ਆਪਣੀਆਂ ਅੱਖਾਂ ਹੈ ਗਿਆਨ ਇੰਦਰੀਆਂ, ਇਹ ਗਿਆਨ ਇੰਦਰੀਆਂ ਦੇ ਦੁਆਰਾ ਕਰਮ ਇੰਦਰੀਆਂ ਜਿਹੜੀਆਂ ਹੈਗੀਆਂ ਸੰਸਾਰ ਨੂੰ ਆਪਾਂ ਇਸ ਤਰ੍ਹਾਂ ਦੇਖਦੇ ਹਾਂ ਭਾਈ। ਅੱਖਾਂ ਜੋ ਦਿਖਾਉਂਦੀਆਂ ਹੈ, ਜੋ ਜਿਹੜੀ ਹੈਗੀ ਆ, ਕੰਨ ਜੋ ਸੁਣਾਉਂਦੇ ਆ, ਜੀਭ ਜੋ ਰਸ ਕਸ ਦੁਨੀਆ ਦੇ ਪਦਾਰਥ ਮੂੰਹ ਨੂੰ ਮਿਲਦੇ ਆ, ਇਸ ਤਰੀਕੇ ਦੇ ਨਾਲ ਸਾਰਾ ਆਪਾਂ ਦੇ ਦੁਨੀਆ ਨੂੰ ਦੇਖ ਰਹੇ ਹਾਂ। ਦੁਨੀਆ ਨੂੰ ਆਹ ਸਮਝਿਆ ਹੋਇਆ ਆਪਾਂ ਨੇ, ਖਾਲੀ ਜਿਹੜਾ ਹੈਗਾ ਭੋਗ ਵਿਲਾਸ ਦਾ ਸਾਧਨ। ਕਹਿੰਦੇ ਹੁਣ ਨਹੀਂ ਭਾਈ, ਬਿਨ ਨੈਣੋ ਇਹੋ ਜਿਹੀਆਂ ਅੱਖਾਂ ਨਹੀਂ ਹੁਣ, ਬਗੈਰ ਨੈਣੋ ਤੋਂ। ਮੈਂ ਅੱਖਾਂ ਹਟਾ ਲਈਆਂ ਹੁਣ ਸੰਸਾਰ ਤੋਂ, ਬਿਨ ਨੈਣੋ ਜਗਤ ਨਿਹਾਰਿਆ। ਕਹਿੰਦੇ ਹੁਣ ਬਗੈਰ ਨੈਣਾ ਤੋਂ ਹੀ ਮੈਨੂੰ ਪਤਾ ਹੈ ਸੰਸਾਰ ਦੇ ਵਿੱਚ ਕੀ ਕੁਛ ਹੈਗਾ, ਮੈਂ ਬਗੈਰ ਨੈਣਾ ਤੋਂ ਹੀ ਦੇਖ ਲੈਣਾ ਉਹਨਾਂ ਨੂੰ। ਫਿਰ ਕੀ ਹੋਇਆ? ਕਹਿੰਦੇ ਪੂਤੇ ਪਿਤਾ ਇੱਕ ਜਾਇਆ। ਲਓ ਪੁੱਤ ਸੀਗਾ, ਕਹਿੰਦੇ ਜਿਹੜਾ ਇਨਸਾਨ ਜਿਹੜਾ ਹੈ, ਜੀਵ ਜਿਹੜਾ ਸੀਗਾ, ਉਹਨੇ ਕੀ ਕਰਤਾ? ਕਹਿੰਦੇ ਪੁੱਤ ਨੇ ਪਿਤਾ ਇੱਕ ਜਾਇਆ ਮਤਲਬ ਪ੍ਰਗਟ ਕਰ ਦਿੱਤਾ, ਜਨਮ ਦੇ ਦਿੱਤਾ, ਪ੍ਰਗਟ ਕਰ ਦਿੱਤਾ ਬਈ ਮਾਲਕ ਪਰਮਾਤਮਾ ਪਿਤਾ ਜਿਹੜਾ ਹੈਗਾ ਪ੍ਰਗਟ ਹੋ ਗਿਆ ਅੰਦਰ। ਸੁਰਤ ਜਿਹੜੀ ਆਤਮਾ ਦੇ ਵਿੱਚ ਚਲੀ ਗਈ। ਪੂਤੇ ਪਿਤਾ ਇੱਕ ਜਾਇਆ, ਬਿਨ ਠਾਹਰ ਨਗਰ ਵਸਾਇਆ। ਕਹਿੰਦੇ ਐਸਾ ਜਿਹੜਾ ਹੈਗਾ ਪਹਿਲਾਂ ਜਿਹੜਾ ਹੈਗਾ ਅੰਦਰ ਜਿਹੜਾ ਹੈਗਾ ਹਿਰਦੇ ਦੇ ਵਿੱਚ ਜਿਹੜਾ ਹੈਗਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਐਸਾ ਉਜਾੜਾ ਪਾਇਆ ਹੋਇਆ ਸੀਗਾ। ਕਹਿੰਦੇ ਹੁਣ ਜਿਹੜਾ ਹੈਗਾ ਬਗੈਰ ਕਿਸੇ ਠਾਹਰ ਦੇ, ਕਹਿੰਦੇ ਬਗੈਰ ਠਾਹਰ ਕੀ ਹੁੰਦੀ ਆ? ਮਨ ਤਾਂ ਠਹਿਰਦਾ ਹੀ ਨਹੀਂ ਸੀਗਾ, ਮਨ ਪਤੰਦਰ ਤਾਂ ਘੁੰਮਦਾ ਹੀ ਰਹਿੰਦਾ ਸੀ, ਇਹਨੂੰ ਕਿਤੇ ਟਿਕਾਣਾ ਹੀ ਨਹੀਂ ਲੱਭਦਾ ਸੀਗਾ। ਹੁਣ ਕਹਿੰਦੇ ਐਸਾ ਟਿਕਾਣਾ ਮਿਲ ਗਿਆ, ਐਸਾ ਨਗਰ ਬਸ ਗਿਆ, ਇੰਨੇ ਜਿਹੜੇ ਹੈਗੇ ਗੁਣੀ ਗੁਣ ਆ ਗਏ। ਹੁਣ ਇੰਨਾ ਹੱਸਦੀ ਖੇਡਦੀ ਬਸਤੀ ਹੋ ਗਈ, ਕੋਈ ਵਿਚਾਰ ਨਹੀਂ, ਕੋਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੰਗ ਨਹੀਂ ਕਰਦੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਫਿਰ ਆਤਮਾ ਤੱਤ ਦੀ ਗੱਲ ਕਰ ਰਹੇ ਨੇ। ਹੁਣ ਉਹ ਕਹਿੰਦੇ ਆ ਕਿ ਘਸ ਕੁੰਭਕ ਚੰਦਨ ਗਾਰਿਆ। ਹਾਂ ਜਿਸਾ ਮਤਲਬ ਕੀ ਹੋਇਆ? ਕੁਮਕੁਮ ਜਿਹੜਾ ਹੁੰਦਾ ਹੈ ਇਹਨੂੰ ਕੇਸਰ ਕਹਿੰਦੇ ਆ। ਉਹ ਬ੍ਰਾਹਮਣ ਜਿਹੜੇ ਕੇਸਰ ਜਿਹੜਾ ਹੈਗਾ ਚੰਦਨ ਦੇ ਵਿੱਚ ਮਿਲਾ ਕੇ ਘਸ ਕੇ ਤੇ ਫਿਰ ਉਹਨੂੰ ਲਾਉਂਦੇ ਆ, ਫਿਰ ਉਹ ਠੰਡਕ ਜਿਹੜੀ ਆ ਉਹਨਾਂ ਦੇ ਅੰਦਰ ਜਿਹੜੀ ਖੁਸ਼ਬੂ ਆਉਂਦੀ ਆ। ਤੇ ਕਹਿੰਦੇ ਆ ਮੈਂ ਜਿਹੜਾ ਆਪਣੇ ਆਪ ਨੂੰ ਆਪਣੀ ਹਉਮੈ ਨੂੰ ਘਸ ਕੇ ਤੇ ਆਪਣੀ ਜਿਹੜੀ ਹੈ ਸੁਰਤ ਜਿਹੜੀ ਹੈਗੀ ਆ ਉਹਨੂੰ ਜਾ ਕੇ ਆਤਮਾ ਦੇ ਵਿੱਚ ਜਿਹੜੀ ਹੈਗੀ ਲੀਨ ਕੀਤਾ, ਉਹਦੇ ਵਿੱਚ ਨਿਰਵਿਚਾਰ ਅਵਸਥਾ ਦੇ ਵਿੱਚ ਚਲਾ ਗਿਆ, ਉਹਨੂੰ ਇੱਕ ਮਿਕ ਕਰ ਦਿੱਤਾ ਸੁਰਤ ਤੇ ਆਤਮਾ ਨੂੰ। ਕਸ ਕੁਮਕੁਮ ਚੰਦਨ ਗਾਰਿਆ, ਬਿਨ ਨੈਣੋ ਜਗਤ ਨਿਹਾਰਿਆ। ਔਰ ਸੰਸਾਰ ਜਿਹੜਾ ਹੈਗਾ ਮੈਂ ਆਪਣੀਆਂ ਬਗੈਰ ਨੈਣਾ ਦੇ ਹੀ ਸੰਸਾਰ ਨੂੰ ਸਮਝ ਗਿਆ ਭਾਈ, ਸੰਸਾਰ ਹੈ ਕੀ ਹੈ। ਮੈਂ ਹੁਣ ਆਪਣੀਆਂ ਗਿਆਨ ਇੰਦਰੀਆਂ ਜਿਹੜੀਆਂ ਸੰਸਾਰ ਦੇ ਵਿੱਚ ਇਹ ਨਹੀਂ ਮੈਂ ਯੂਜ਼ ਕਰਦਾ, ਨਹੀਂ ਉਹਨਾਂ ਨੂੰ ਜਿਹੜਾ ਹੈਗਾ ਜੋ ਦਿਖਾਉਂਦੀਆਂ ਮੈਨੂੰ, ਮੈਂ ਉਹਨਾਂ ਦੀ ਗੱਲ ਨਹੀਂ ਸੁਣਦਾ ਹੁਣ। ਹਾਂਜੀ ਵੀਰ ਜੀ। ਹਾਂ ਬਿਲਕੁਲ ਠੀਕ ਹੈ ਸਾਧ ਸੰਗਤ ਜੀ, ਇੱਥੇ ਉਹ ਗੱਲ ਸਹੀ ਹੈ ਉਹਨਾਂ ਦੀ। ਜਦੋਂ ਤੁਸੀਂ ਆਤਮਾ ਤੱਤ 'ਚ ਲੀਨ ਹੋ ਗਏ ਨਾ ਤੇ ਤੁਸੀਂ ਦੇਖੋਗੇ ਤੁਹਾਡੀ ਦਿਵ ਦ੍ਰਿਸ਼ਟੀ ਅੰਦਰੋਂ ਪੈਦਾ ਹੋ ਜਾਣੀ ਹੈ। ਹਾਂ ਫਿਰ ਇਹ ਜਿਹੜੀਆਂ ਅੱਖਾਂ ਨਾ, ਇਹ ਅੱਖਾਂ ਨਹੀਂ ਵੇਖਦੀਆਂ, ਜਿਹੜਾ ਅੰਦਰ ਵੇਖਣ ਵਾਲਾ ਨਾ ਉਹ ਵੇਂਦਾ ਵਾ। ਕਿਉਂਕਿ ਇਹ ਤੇ ਜੜ ਅੱਖਾਂ ਨਾ, ਇਹ ਫਿਰ ਦੋਸ਼ ਭਾਲਦੀਆਂ। ਓਦਾਂ ਜੇ ਅੱਖ ਵੇਖੇ ਨਾ, ਸਾਡੇ ਕੰਨ ਸੁਣਨ, ਫਿਰ ਕਿੱਦਾਂ ਵਿੱਚ ਫਿਰ ਉਹ ਵਿੱਚ ਮਿਲਾ ਦਿੰਦੇ ਨੇ ਆਪਣੇ ਕੋਲੋਂ। ਕਿਉਂਕਿ ਅੰਦਰ ਜਿਹੜੀ ਬਾਣੀ 'ਚ ਵੀ ਕਿਹਾ ਨਾ, ਮਨ ਮੈਲੇ ਤੇ ਸਭ ਕੁਛ ਮੈਲਾ, ਇਹ ਵਿੱਚ ਕੁਛ ਪਾ ਦਿੰਦੇ ਨੇ। ਤੇ ਜਦੋਂ ਤੁਹਾਡੀ ਅੰਤਰਾ ਦ੍ਰਿਸ਼ਟੀ ਪੈਦਾ ਹੋ ਗਈ, ਦਿਵ ਦ੍ਰਿਸ਼ਟੀ ਕਹਿ ਲਓ ਜਿਹਨੂੰ, ਤੇ ਫਿਰ ਕੀ ਹੋਣਾ ਹੈ ਕਿ ਫਿਰ ਤੁਸੀਂ ਸੰਸਾਰ ਨੂੰ ਯਥਾਰਕ ਰੂਪ 'ਚ ਦੇਖੋਗੇ, ਉਹਦਾ ਅਸਲੀ ਰੂਪ। ਕੁਝ ਵਿੱਚ ਮਿਕਸ ਨਹੀਂ ਹੋਊਗਾ, ਕਿਉਂਕਿ ਅੰਦਰੋਂ ਚਿੱਤ ਸ਼ਾਂਤ ਹੋ ਚੁੱਕਿਆ। ਹਾਂਜੀ, ਬਿਨ ਨੈਣੇ ਜਗਤ ਨਿਹਾਰਿਆ। ਇਹ ਨੈਣਾ ਤੋਂ ਬਿਨਾ ਤੁਸੀਂ ਜਗਤ ਨੂੰ ਦੇਖੋਗੇ, ਜਗਤ ਥੋੜੀ ਬਦਲ ਚੱਲਿਆ, ਪਰ ਵੇਖਣ ਦੀ ਜਿਹੜੀ ਦ੍ਰਿਸ਼ਟੀ ਆ ਉਹ ਤੁਹਾਡੀ ਬਦਲ ਜਾਏਗੀ। ਸੰਸਾਰ ਨੂੰ ਵੇਖਣ ਬਿਲਕੁਲ ਚੇਂਜ ਹੋ ਜਾਊਗਾ। ਨਿੱਜਾ ਸਾਹਿਬ ਟੋਟਲੀ ਤੁਹਾਡਾ ਸੁਣਨਾ ਹੀ ਚੇਂਜ ਹੋ ਜਾਊਗਾ। ਤੁਹਾਡੇ ਸਾਹਮਣੇ ਕੋਈ ਬੰਦਾ ਕੰਮ ਦੀ ਗੱਲ ਕਰੂਗਾ ਤੇ ਤੁਹਾਨੂੰ ਚੰਗੀ ਲੱਗਣੀ ਆ, ਜੇ ਉਹਨੇ ਫਾਲਤੂ ਗੱਲ ਕੀਤੀ ਤੁਹਾਨੂੰ ਬਿਲਕੁਲ ਨਹੀਂ ਚੰਗੀ ਲੱਗਣੀ। ਇਹ ਜਸਟ ਦੇਖੋ, ਕਿਉਂਕਿ ਅੰਦਰਲਾ ਜਿਹੜਾ ਜੀਵ ਹੈ ਨਾ, ਉਹਦੀ ਬਿਰਤੀ ਚੇਂਜ ਹੋ ਰਹੀ ਆ। ਹੁਣ ਉਹ ਕਿਉਂ ਚੇਂਜ ਹੋ ਰਹੀ ਹੈ? ਦੇਖੋ, ਆਪਾਂ ਸੰਗਤ ਕਿਹਦੀ ਕਰਦੇ ਹਾਂ? ਆਪਾਂ ਜੇਕਰ ਆਪਣੇ ਜੀਵਨ ਨੂੰ ਉੱਚਾ ਕਰਨਾ ਹੈ ਤਾਂ ਆਪਾਂ ਸੰਗਤ ਉਹਨਾਂ ਲੋਕਾਂ ਦੀ ਕਰਾਂਗੇ ਜਿਨ੍ਹਾਂ ਨੇ ਆਪਣਾ ਜੀਵਨ ਥੋੜਾ ਬਹੁਤਾ ਚੁੱਕਿਆ। ਬਿਲਕੁਲ। ਉਹਨਾਂ ਦੀਆਂ ਗੱਲਾਂ ਸੁਣਾਂਗੇ, ਉਹਨਾਂ ਦਾ ਗਿਆਨ ਸਾਡੇ ਅੰਦਰ ਜਾਊਗਾ। ਸਾਡਾ ਮਨ ਕੀ ਕਰਦਾ? ਪ੍ਰੋਸੈਸ ਕਰਦਾ ਉਹਨੂੰ। ਕਿਉਂਕਿ ਮਨ ਨੇ, ਤੁਸੀਂ ਚੁਗਲੀਆਂ ਸੁਣਾਓ, ਉਹ ਵੀ ਇਹਨੇ ਪ੍ਰੋਸੈਸ ਕਰਨੀਆਂ ਵਾ। ਬਿਲਕੁਲ। ਤੁਸੀਂ ਨਿੰਦਿਆ ਸੁਣਾਓ, ਰਾਗ ਦਵੈਸ ਦੀਆਂ ਗੱਲਾਂ ਕਰੋ, ਉਹ ਵੀ ਇਹਨੇ ਪ੍ਰੋਸੈਸ ਕਰਨੀਆਂ। ਇਹ ਜਿਹੜੀ ਬੰਦਗੀ ਸੁਣ ਰਹੇ ਜੋ, ਬਾਣੀ ਸੁਣ ਰਹੇ ਜੋ, ਇਹ ਵੀ ਮਨ 'ਚ ਗਈ ਹੈ ਤੇ ਮਨ ਨੇ ਇਹਨੂੰ ਪ੍ਰੋਸੈਸ ਕਰਨਾ, ਕਿਉਂਕਿ ਮਨ ਦਾ ਸੁਭਾਅ ਆ। ਪਰ ਇਹਦੇ ਵਿੱਚ ਕੀ ਹੁੰਦਾ ਹੈ ਕਿ ਫਿਰ ਉਹ ਬਿਨਾਂ ਨੈਣਾ ਤੋਂ ਜਗਤ ਨੂੰ ਵੇਖੋਗੇ, ਤੁਸੀਂ ਸੰਸਾਰ ਨੂੰ ਦੇਖੋਗੇ
ਕਿੱਦਾਂ ਵੇਖੋਗੇ? ਜਦੋਂ ਤੁਸੀਂ ਆਪਣੀ ਸੁਰਤੀ ਆਤਮਾ ਤੱਤ 'ਚ ਲੀਨ ਕਰ ਲਈ ਤੇ ਫਿਰ ਤੁਸੀਂ ਦੇਖੋਗੇ ਤੁਰੀ ਅਵਸਥਾ 'ਚ ਸੰਸਾਰ ਨੂੰ, ਫਿਰ ਤੁਹਾਨੂੰ ਪਤਾ ਲੱਗਣਾ ਉੱਥੇ ਤੇ ਕੁਝ ਹੈ ਹੀ ਨਹੀਂ ਆ। ਇਹ ਮਾਇਆ ਜਿਹੜੀ ਆ ਇਹ ਭਰਮ ਆ, ਪਰ ਇਹ ਭਰਮ ਇੰਨਾ ਸੱਚ ਆ ਬੰਦੇ ਨੂੰ ਪਤਾ ਨਹੀਂ ਲੱਗਦਾ। ਹਾਂਜੀ ਨਜਰ ਸਾਹਿਬ, ਪੂਤ ਪਿਤਾ ਏਕ ਜਾਇਆ। ਹਾਂ ਫਿਰ ਤੁਸੀਂ ਪੁੱਤ ਨੇ ਪਿਓ ਨੂੰ ਪ੍ਰਗਟ ਕਰ ਦੇਣਾ। ਹਾਂ ਬਿਲਕੁਲ ਸਹੀ ਆ, ਬਿਲਕੁਲ ਸਹੀ ਆ। ਦੇਖ ਲਓ ਹੁਣ ਚੇਤਨਾ ਚ ਤੁਸੀਂ ਖਲੋਗੇ ਜੋ, ਆਤਮ ਤੱਤ ਚ ਤੁਸੀਂ ਛਲ ਗਏ ਜੋ, ਤੇ ਪਿਓ ਹੀ ਰਹਿ ਗਿਆ ਉੱਥੇ, ਪੁੱਤ ਕਿੱਥੇ? ਹਾਂ ਪਿਓ ਪ੍ਰਗਟ ਕਰਤਾ, ਪਿਓ ਤੇ ਪਿੱਛੇ ਲੁਕਿਆ ਸੀ। ਬਿਲਕੁਲ ਦੇਖੋ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਤੋਂ ਵੀ ਅੱਗੇ ਬੈਠਾ, ਸੁਰਤੀ ਤੋਂ ਵੀ ਅੱਗੇ ਬੈਠਾ, ਬੁੱਧੀ ਤੋਂ ਵੀ ਅੱਗੇ ਬੈਠਾ ਸੀ, ਉਹਨੂੰ ਪ੍ਰਗਟ ਕਰ ਦਿੱਤਾ। ਸਾਧਕ ਕਰ ਦਿੰਦੇ ਪ੍ਰਗਟ ਰੱਬ ਨੂੰ। ਹਾਂਜੀ ਨਜਰ ਸਾਹਿਬ, ਜੀਵ ਆਤਮਾ ਹੀ ਹੈਗਾ, ਜਿਹੜਾ ਹੈਗਾ ਜੀਵ ਆਤਮਾ ਨੇ ਪਰਮਾਤਮਾ ਨੂੰ ਪ੍ਰਗਟ ਕਰ ਲਿਆ। ਕਮਾਲ ਹੈ। ਪ੍ਰਗਟ ਕਰਕੇ ਉਹ ਦਿਖਾ ਦਿੰਦਾ। ਫਿਰ ਉਹ ਇਹ ਆ ਕਿ ਉਹ ਸੁੱਖ ਮੰਨ ਸਕਦਾ, ਪਰ ਹੁਣ ਮੈਂ ਸੇਬ ਖਾਧਾ, ਮੈਨੂੰ ਸਵਾਦ ਮਿਲੂਗਾ, ਤੁਹਾਨੂੰ ਕਿੱਥੋਂ ਮਿਲ ਜੂਗਾ? ਕਿੱਥੋਂ ਮਿਲੂਗਾ ਰਸ? ਪਰ ਗੱਲਾਂ ਕਰੀ ਜੀ ਕਿ ਲੋਕੀ ਤੇ ਗੱਲਾਂ ਹੀ ਗੱਲਾਂ ਕਰੀ ਜਾਂਦੇ। ਫਿਰ ਉਹ ਕਹਿ ਕੇ ਗਏ ਨੇ, ਕਹਿੰਦੇ ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਐ ਹੁਣ ਆਤਮ ਤੱਤ ਦੀ ਗੱਲ ਆ। ਇੱਥੇ ਉਹ ਕੀ ਕਹਿੰਦੀ ਆ? ਕਬੀਰ ਜੀ ਦੀ ਬਾਣੀ ਦੇਖੋ, ਕਬੀਰ ਜੀ ਦੀ ਬਾਣੀ ਕੀ ਕਹਿੰਦੀ ਆ ਕਿ ਉਹਨੂੰ ਅੰਦਰ ਹੀ ਪੁੱਤ ਨੇ ਪਿਓ ਨੂੰ ਪ੍ਰਗਟ ਕਰ ਦੇਣਾ। ਤੇ ਵੇਖ ਲਏ ਲੋਕੀ ਕਹੀ ਜਾਂਦੇ ਪਤਾ ਨੀ ਰੱਬ ਕਿੱਥੇ ਸਤਵੇਂ ਅਸਮਾਨ ਚ ਬੈਠਾ। ਕਬੀਰ ਜੀ ਦੀ ਬਾਣੀ ਨੂੰ ਕਿੱਦਾਂ ਤੋੜ ਮੋੜ ਕੇ ਲੋਕੀ ਵਰਤ ਰਹੇ ਨੇ। ਆਪਾਂ ਜਸਟ ਸੋਚੋ ਕਿੰਨੇ ਖਤਰਨਾਕ ਲੋਕ ਨੇ ਜਿਨ੍ਹਾਂ ਧਰਮ ਨੂੰ ਹੀ ਕਾਰੋਬਾਰ ਬਣਾ ਲਿਆ, ਔਰ ਕਰੋੜਾਂ ਲੋਕਾਂ ਦਾ ਜੀਵਨ ਉੱਥੇ ਨਸ਼ਟ ਕਰ ਦੇਣਾ ਇਹਨਾਂ ਲੋਕਾਂ ਨੇ। ਔਰ ਇਹ ਨਹੀਂ ਕਿ ਨਸ਼ਟ ਹੋ ਕੇ ਗੱਲ ਖਤਮ ਹੋ ਜਾਏਗੀ, ਲੋਕਾਂ ਤੁਰੇ ਹੀ ਜਾਣਾ ਉੱਥੇ। ਭੇਡ ਚਾਲ, ਇੱਕ ਭੇਡ ਗਈ ਛੱਪੜ ਚ, ਦੂਜੀ ਵੀ ਨਾਲ ਤੁਰੀ ਜਾਣੀਆਂ। ਫਿਰ ਏਦਾਂ ਨਹਿਰਾਂ ਦੇ ਵਿੱਚ ਨਹਿਰਾਂ ਭਰ ਜਾਣੀਆਂ ਵਾ, ਪਰ ਭੇਡਾਂ ਨੇ ਮਗਰੇ ਮਗਰ ਤੁਰੀ ਜਾਣਾ। ਬਹੁਤ ਔਖੀ ਗੇਮ ਹੈ ਧਰਮ ਦੇ ਵਿੱਚ। ਖਾਸ ਕਰਕੇ ਬਾਣੀ ਕਹਿੰਦੇ ਨੇ ਨਾਮ ਵੀ ਬੁੱਧੀ ਤੋਂ ਬਿਨਾਂ, ਵਿਚਾਰ ਤੋਂ ਬਿਨਾਂ ਨਹੀਂ ਜਪਣਾ। ਭਗਤੀ ਵੀ ਜਿਹੜੀ ਆ ਉਹ ਵੀ ਤੂੰ ਵਿਚਾਰ ਤੋਂ ਬਿਨਾਂ, ਬੁੱਧੀ ਤੋਂ ਬਿਨਾਂ ਨਹੀਂ ਕਰਨੀ। ਦਾਨ ਵੀ ਕਹਿੰਦੇ ਆ ਨਾ ਕਰੀ, ਪਹਿਲਾਂ ਵਿਚਾਰ ਕਰੀ ਸੱਚੀ ਇੱਥੇ ਲੋੜ ਹੈਗੀ ਹੈ ਪੈਸੇ ਦੇਣ ਦੀ। ਕਈ ਲੋਕ ਆਪਣਾ ਘਰ ਵੇਚ ਕੇ ਵੀ ਇੱਥੇ ਚੜਾਉਣ ਤੱਕ ਜਾਂਦੇ ਆ, ਪਰ ਲੋੜ ਨਹੀਂ ਹੈਗੀ। ਧਰਮ ਦੇ ਵਿੱਚ ਇਹ ਚੀਜ਼ ਦਾ ਕੋਈ ਵੈਲਿਊ ਨਹੀਂ ਹੈਗੀ। ਤੁਸੀਂ ਚੜਾ ਦੋਗੇ ਕੀ ਹੋਊਗਾ? ਰੱਬ ਖੁਸ਼ ਹੋਊਗਾ? ਰੱਬ ਨੇ ਕਹਿਣਾ ਤੇਰੇ ਲਾਗੇ ਕਿੰਨੇ ਲੋਕ ਲੋੜਵੰਦ ਬੈਠੇ ਨੇ, ਇਹਨਾਂ ਦੀ ਜ਼ਰੂਰਤ ਪੂਰੀ ਕਰਨੀ ਜ਼ਰੂਰੀ ਹੀ ਜਾਂ ਉੱਥੇ ਚੜਾਉਣੇ ਪੈਸੇ ਜ਼ਰੂਰੀ ਆ? ਧਰਮ ਤੁਹਾਨੂੰ ਫੜ ਲੈਣਾ ਹੈ। ਧਰਮ ਨੇ ਕਹਿਣਾ ਕਿ ਪਹਿਲੀ ਗੱਲ ਤੂੰ ਸੇਵਾ ਕਰਦਾ ਫਿਰਦਾ ਵਾ, ਤੂੰ ਗੁਰਦੁਆਰਿਆਂ ਚ ਮੰਦਿਰਾਂ ਚ, ਤੂੰ ਘਰ ਜਿਹੜੇ ਦੋ ਚਾਰੇ ਤੇਰੇ ਬਜ਼ੁਰਗ ਹੈਗੇ ਕਿਤੇ ਉਹਨਾਂ ਦੇ ਪੈਰ ਘੁੱਟੇ ਹੀ। ਆਪ ਜਸਟ ਸੋਚੋ, ਬਿਲਕੁਲ ਨਹੀਂ। ਧਰਮ ਦੇ ਵਿੱਚ ਥੋੜੀ ਵੀ ਗੁੰਜਾਇਸ਼ ਨਹੀਂ ਹੈਗੀ, ਥੋੜੀ ਵੀ। ਮੈਂ ਕਹਦਾ ਨਾ ਇੱਕ ਦੁਖੀ ਦੀ ਵੀ ਨਹੀਂ ਹੈਗੀ। ਪਰ ਲੋਕ ਏਦਾਂ ਕਰਦੇ ਨੇ, ਬੜੇ ਬੜੇ ਬੇਵਕੂਫ। ਘਰੇ ਬੰਦੇ ਉਹਨਾਂ ਦੇ ਵਿਚਾਰੇ ਬਜ਼ੁਰਗ ਧੱਕੇ ਖਾਂਦੇ ਫਿਰਦੇ ਆ, ਰੋਟੀ ਪਾਣੀ ਨਹੀਂ ਮਿਲਦਾ, ਸਵਾਦ ਦਾ ਕੱਪੜਾ ਨਹੀਂ ਮਿਲਦਾ। ਉੱਥੇ ਧਾਰਮਿਕ ਸਥਾਨ ਤੇ ਜਾ ਕੇ ਪਤਾ ਨਹੀਂ ਕੀ ਚੜਾਈ ਜਾਂਦੇ। ਉਹ ਜਸਟ ਸੋਚੀਏ ਕਿ ਸੱਚੀ परमात्मा इस चीज ਨੂੰ एक्सेप्ट करेगा? आप कॉमन सेंस रखते बिल्कुल ही धर्म ਦੇ ਵਿੱਚ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਹੈ। ਸੋ ਆਪਾਂ ਬਹੁਤਾ ਦੂਰ ਨਹੀਂ ਜਾਣਾ। ਆਪਾਂ ਆਪਣੇ ਲਾਗੇ ਜਿਹੜੇ 2 4 5 6 ਜੀ ਹੈ ਨਾ, ਜੇ ਆਪਾਂ ਇੰਨੇ ਵੀ ਸਿਸਟਮੈਟਿਕਲੀ ਸਾਂਭ ਜਾਂਦੇ ਆ ਤਾਂ ਬਹੁਤ ਵੱਡੀ ਗੱਲ। ਸਾਡਾ ਇਮਤਿਹਾਨ ਵੀ ਵੈਸੇ ਘਰੇ ਹੀ ਆ। ਵੈਸੇ ਆਪ ਕਿਤੇ ਗਲਤ ਫਹਿਮੀ ਚ ਨਾ ਪੈ ਜਿਓ। ਸਾਡਾ ਇਮਤਿਹਾਨ ਆ ਬਾਹਰ ਨਹੀਂ ਜਾਏਗਾ, ਸਾਡਾ ਇਮਤਿਹਾਨ ਹੈ ਸਾਡੇ ਘਰ ਦੇ ਵਿੱਚ। ਬਿਲਕੁਲ। ਇਹ ਬੜੇ ਬੇਵਕੂਫ ਲੋਕ ਨੇ, ਲੋਕੀ ਬਾਹਰ ਤੁਰੇ ਫਿਰਦੇ ਆ, ਉੱਥੇ ਤੇ ਮੁੱਲ ਹੀ ਕੋਈ ਨਹੀਂ ਆ। ਤੁਸੀਂ ਆਪਣੇ ਘਰੇ ਇਹ ਘਰ ਦੇ ਵਿੱਚ ਹੀ ਜੇ ਤੁਸੀਂ ਧਰਮ ਨੂੰ ਲੈ ਆਂਦਾ ਨਾ ਤੇ ਆਪਣਾ ਫਰਜ਼ ਨਿਭਾਤਾ ਤੇ ਬਹੁਤ ਵੱਡੀ ਗੱਲ ਹੋ ਗਈ। ਇਟ ਇਜ਼ ਟੂ ਮਚ। ਹਾਂ ਹੁਣ ਤੁਹਾਡੇ ਕੋਲ ਬਹੁਤ ਜ਼ਿਆਦਾ ਹੈ, ਤੁਸੀਂ ਤੁਹਾਡੇ ਕੋਲ ਕੰਮ ਕੋਈ ਨਹੀਂ, ਕੰਮ ਵਿਹਲੇ ਹੈਗੇ ਜੋ, ਤੇ ਤੁਹਾਨੂੰ ਪੈਸੇ ਦੀ ਲੋੜ ਨਹੀਂ ਆ, ਤੁਸੀਂ ਫਿਰ ਵੀ ਕੰਮ ਕਰੋ। ਪੈਸੇ ਕਰਕੇ ਕਮਾਈ ਕਰਕੇ ਲੋਕਾਂ ਨੂੰ ਦੇ ਸਕਦੇ। ਜਿਹੜੇ ਲੋੜਵੰਦ ਲੋਕ ਨਹੀਂ ਹੈਗੇ ਉਹ ਇੱਕ ਅਲੱਗ ਮੈਟਰ ਹੈ। ਹਾਂਜੀ ਨਿਜਰ ਸਾਹਿਬ। ਹਾਂ ਬਿਨ ਠਾਕੁਰ ਬਿਨ ਠਹਿਰ ਨਗਰ ਬਸਾਇਆ। ਹੁਣ ਦੇਖੋ ਆਹ ਵੇਖੋ, ਠਹਿਰ ਦਾ ਮਤਲਬ ਹੁੰਦਾ ਹੈ ਕੋਈ ਚੀਜ਼ ਨੂੰ ਫੜਨ ਵਾਸਤੇ ਕੋਈ ਬਰਤਨ। ਬਿਲਕੁਲ। ਟਿਕਾਣਾ ਹੁਣ ਕਹਿੰਦੇ ਟਿਕਾਣਾ। ਹੁਣ ਆਪਾਂ ਕੋਈ ਕਹਿੰਦੇ ਨਾ ਕਿ ਉਹ ਬਈ ਏਦਾਂ ਕਰ, ਇਹਨੂੰ ਛਿੱਕੂ ਨੂੰ ਟੰਗ ਦੇ। ਕਿੱਥੇ ਟੰਗ ਦੇ? ਉਹ ਕਿੱਲੀ ਤੇ ਟੰਗ ਦੇ। ਉਹ ਕਹਿੰਦਾ ਕਿ ਉੱਥੇ ਛਿੱਕੂ ਵੀ ਟੰਗਤਾ ਪਰ ਕਿੱਲੀ ਨਹੀਂ ਹੈਗੀ। ਇੱਥੇ ਕਿਹਨਾਂ ਨੂੰ ਟੰਗਿਆ? ਇੰਦਰੀਆਂ ਨੂੰ।
ਬਿਲਕੁਲ। ਮਨ ਨੂੰ ਟੰਗਤਾ, ਚਿੱਤ ਨੂੰ ਟੰਗਤਾ, ਬੁੱਧੀ ਨੂੰ ਟੰਗਤਾ, ਹਉਮੈ ਨੂੰ ਟੰਗਤਾ, ਕਾਮ ਨੂੰ ਟੰਗਤਾ, ਕ੍ਰੋਧ ਨੂੰ ਟੰਗਤਾ, ਲੋਭ ਨੂੰ, ਮੋਹ ਨੂੰ, ਹੰਕਾਰ ਨੂੰ, ਸਾਰਿਆਂ ਨੂੰ ਨਗਰ, ਰਾਗ ਤੇ ਦਵੈਸ਼, ਕਹਿੰਦਾ ਸਾਰਾ ਪਿੰਡ, ਗਿਆਨ ਇੰਦਰੀਆਂ, ਕਰਮ ਇੰਦਰੀਆਂ, ਆ ਪੰਜ ਤੱਤ, ਇਹ ਸਾਰਾ ਕੁਝ ਇੱਕੋ ਹੀ ਜਗ੍ਹਾ ਤੇ ਟੰਗਤਾ। ਕਿੱਥੇ ਟੰਗਤਾ? ਆਤਮਾ ਦੇ ਵਿੱਚ। ਔਰ ਆਤਮਾ ਦੇ ਵਿੱਚ ਉਹਨੂੰ ਗਤੀਹੀਨ, ਵੇਖੋ ਕਿੱਡੀ ਵੱਡੀ ਗੱਲ ਹੈ। ਆਪ ਜਸਟ ਸੋਚੋ, ਵੱਡੇ ਵੱਡੇ ਸ਼ੂਰਬੀਰ ਕਹਿੰਦੇ ਕਿ ਮਨ ਰੂਪੀ ਜਿਹੜਾ ਰਾਜਾ ਹੈ ਨਾ, ਉਹਦੇ ਲਾਗੇ ਨਹੀਂ ਲੱਗਦੇ। ਤੇ ਜਦੋਂ ਸਾਧਕ ਇਹਨਾਂ ਸਾਰਿਆਂ ਨੂੰ ਟੰਗ ਦਿੰਦਾ ਹੈ ਤੇ ਕੁਦਰਤ ਕਿੱਡੀ ਖੁਸ਼ ਹੁੰਦੀ ਹੈ, ਪਤਾ? ਵਾਹ ਵੀ ਵਾਹ, ਇਹ ਕਿਹੜਾ ਜੀਵ ਪੈਦਾ ਹੋ ਗਿਆ ਬਾਈ। ਐਡੀ ਵੱਡੀ ਬ੍ਰਹਮ ਦੀ ਪਹੇਲੀ ਇਹ ਬੰਦੇ ਨੇ ਸੁਲਝਾਤੀ ਹੈ। ਕੁਦਰਤ ਵਹਿੰਦੀ ਪਈ ਆ ਸਾਡੇ ਤੇ, ਇਹ ਥੋੜੀ ਕੁਦਰਤ ਨੂੰ ਪਤਾ ਨਹੀਂ ਹੈ। ਉਹ ਜਿਹੜੇ ਭੋਗਾਂ 'ਚ ਬੈਠੇ ਉਹਨਾਂ ਨੂੰ ਉਹਦਾ ਇੰਟਰਸਟ ਨਹੀਂ ਹੈਗਾ। ਹਾਂ, ਕੋਈ ਅੰਦਰ ਚੱਲ ਜਾਂਦਾ ਹੈ ਆਤਮਾ 'ਚ। ਹੁਣ ਜਦੋਂ ਤੁਸੀਂ ਜਾ ਰਹੇ ਜੋ ਸਾਰੇ, ਕਾਫੀ ਵੱਡੀ ਗੱਲ ਹੈ ਇਹ। ਗੱਲ ਜਿਹੜੀ ਹੈ ਨਾ ਗ੍ਰੰਥਾਂ 'ਚ ਲਿਖੀ ਆ, ਉਹ ਵੇਖੋ ਬਾਣੀ 'ਚ ਕਹਿ ਰਹੇ ਨੇ ਇਹ ਅਵਸਥਾ ਤੁਹਾਨੂੰ ਮੈਨੂੰ ਮਿਲ ਜੇ। ਅਗਰ ਤੁਹਾਨੂੰ ਮਿਲ ਰਹੀ ਹੈ ਨਾ, ਕੋਈ ਮਾਮੂਲੀ ਗੱਲ ਨਹੀਂ ਹੈ। ਔਰ ਇਸ ਅਵਸਥਾ ਦੇ ਵਿੱਚ ਬਾਰ-ਬਾਰ ਜਾਣ ਦੇ ਨਾਲ ਤੁਹਾਡਾ ਜੀਵਨ ਇੱਕਦਮ ਸ਼ਾਂਤ ਹੋ ਜਾਏਗਾ, ਇੱਕਦਮ ਸ਼ਾਂਤ। ਬਾਹਰ ਕੁਛ ਵੀ ਹੋ ਜਾਏ ਪਰ ਅੰਦਰ ਹਲਚਲ ਨਹੀਂ ਪੈਦਾ ਹੋਵੇ। ਹਾਂਜੀ ਨੇਜਾ ਸਾਹਿਬ, ਫਿਰ ਕਹਿੰਦੇ ਪੁੱਤ, ਤੇ ਵੇਖ ਲਓ ਪੁੱਤ ਨੇ ਪਿਓ ਨੂੰ ਪ੍ਰਗਟ ਕਰਕੇ ਰੱਖਤਾ। ਬਿਲਕੁਲ, ਕਿੱਡੀ ਵੱਡੀ ਗੱਲ ਹੈ। ਬਿਨ ਠਾਹਰ ਨਗਰ ਬਸਾਇਆ, ਉਹ ਬਿਨਾਂ ਹੀ ਕੋਈ ਚੀਜ਼ ਨਹੀਂ ਹੈਗੀ ਰੱਖਣ ਵਾਸਤੇ, ਸਾਰਾ ਨਗਰ ਤੁਰੀ ਅਵਸਥਾ ਚ ਸਥਿਰ ਕਰਕੇ ਰੱਖਤਾ ਨੇਜਰ ਸਾਹਿਬ ਸਾਧਕ ਨੇ। ਹਾਂਜੀ, ਇੰਨਾ ਕਹਿੰਦੇ ਨਗਰ ਇੰਨਾ ਸੋਹਣਾ ਬਸ ਗਿਆ, ਸਾਰੇ ਗੁਣ ਹੀ ਗੁਣ ਹੈਗੇ, ਹੁਣ ਸਾਰੇ ਫੁੱਲ ਹੀ ਫੁੱਲ ਹੈਗੇ, ਕਿੜੇ ਹੋਏ ਚਾਰ ਪਾਸੇ। ਤੇ ਜਿੱਦਾਂ ਤੁਸੀਂ ਸਥਿਰ ਕਰਨਾ ਸ਼ੁਰੂ ਕਰਤਾ ਤੇ ਹੌਲੀ ਹੌਲੀ ਜਿਹੜਾ ਉਹ ਜਿਹੜਾ ਨਗਰ ਚ ਜਿਹੜੇ ਹੈਗੇ ਨੇ ਭੱਜਣ ਵਾਲੇ ਸਿਪਾਹੀ, ਉਹਨਾਂ ਸ਼ਾਂਤ ਹੋ ਕੇ ਬਹਿ ਜਾਣਾ ਤੇ ਬਈ ਚੰਗੇ ਗੁਣ ਪ੍ਰਗਟ ਹੋਣ ਡੈ ਪੈਣੇ। ਫਿਰ ਉਹ ਬਾਣੀ ਚ ਫਿਰ ਕਹਿੰਦੇ ਨੇ, ਕਹਿੰਦੇ ਰਾਮ ਕਬੀਰਾ ਏਕ ਭਏ ਤੇ ਕੋਈ ਨਾ ਸਕੇ ਪਛਾਣ। ਇਹ ਉਸੇ ਨਗਰ ਦੀ ਗੱਲ ਕਰ ਰਹੇ ਨੇ। ਫਿਰ ਦੁਬਾਰਾ ਗੱਲ ਘੁਮਾ ਕੇ ਕੀਤੀ ਆ, ਬਿਨ ਠਹਿਰ, ਕਿ ਬਿਨਾਂ ਉੱਥੇ ਕੁਛ ਵੀ ਨਹੀਂ ਹੈਗਾ। ਕੋਈ ਮੰਜੀ ਤੇ ਬਹਿ ਜੇ ਬੰਦਾ, ਕੋਈ ਪਲੰਘ ਤੇ ਬਹਿ ਜੇ, ਕੋਈ ਭੁੰਜੇ ਬਹਿ ਜੇ, ਉਹ ਕਹਿੰਦੇ ਆਤਮਾ ਦੇ ਵਿੱਚ ਹੀ ਸਾਰਾ ਕੁਝ ਸਥਿਰ ਕਰਕੇ ਰੱਖਦਾ। ਤੇ ਪਿਓ ਪ੍ਰਗਟ ਕਰਤਾ ਹੈ ਪੁੱਤ ਨੇ। ਪੁੱਤ ਕੀ ਹੋਇਆ, ਮਤਲਬ ਇਹ ਜਿਹੜਾ ਪ੍ਰਕਿਰਤੀ ਇਹਨੂੰ ਪੁੱਤ ਹੀ ਕਹਿ ਲੋ, ਇਹ ਪਿਓ ਚ ਪ੍ਰਗਟ ਹੋ ਗਈ, ਲੀਨ ਹੋ ਗਈ। ਇੰਦਰੀਆਂ ਉੱਥੇ ਆ, ਗਿਆਨ ਇੰਦਰੀਆਂ, ਕਰਮ ਇੰਦਰੀਆਂ, ਸਭ ਕੁਝ ਉੱਥੇ ਬੈਠਾ ਹੈ। ਮਨ ਬੈਠਾ ਹੈ ਇੰਨਾ ਚੰਚਲ, ਜਿਹੜਾ ਕਿਤੇ ਉੱਧਰ ਕਿਤੇ ਉੱਧਰ ਕਿਤੇ ਇੱਧਰ ਪਵਨ ਦੇ ਵਾਂਗੂ ਉੱਡਦਾ। ਉਹ ਕਹਿੰਦਾ ਨਗਰ ਸ਼ਾਂਤ ਹੋ ਕੇ ਪੈ ਗਿਆ ਤੇ ਪਿਓ ਨੂੰ ਪ੍ਰਗਟ ਕਰਤਾ। ਹਾਂਜੀ ਨਜਰ ਸਾਹਿਬ, ਇਹ ਕਿਵੇਂ ਹੋ ਗਿਆ? ਹੁਣ ਕਹਿੰਦੇ ਜਾਚਕ ਜਨ ਦਾਤਾ ਪਾਇਆ। ਕਹਿੰਦੇ ਜਾਚਕ ਬਣਿਆ ਸੀ, ਫਿਰ ਸੀਕਰ ਬਣ ਗਿਆ ਸੀਗਾ। ਮੇਰੇ ਅੰਦਰੋਂ ਡਿਮਾਂਡ ਆਈ ਸੀ ਇਹਦੀ, ਇਸ ਚੀਜ਼ ਦੀ ਅੰਦਰੋਂ ਜਾਚਨਾ ਹੋਈ ਮੇਰੇ ਅੰਦਰੋਂ ਵੀ ਮੈਂ ਆਹ ਚੀਜ਼ ਚਾਹੁੰਦਾ ਹੈ, ਮੈਂ ਮਾਲਕਾ ਤੈਨੂੰ ਚਾਹੁੰਦਾ ਹੈ। ਮੈਂ ਬਾਪੂ ਨੂੰ ਪੁਕਾਰ ਕੀਤੀ, ਜਾਚਕ ਜਨ ਦਾਤਾ ਪਾਇਆ, ਉਹ ਦਾਤਾ ਮਿਲ ਗਿਆ। ਫਿਰ ਕੀ ਹੋਇਆ? ਕਹਿੰਦੇ ਸੋ ਦੀਆ ਨਾ ਜਾਈ ਖਾਇਆ। ਕਹਿੰਦੇ ਐਸਾ ਦੇ ਦਿੱਤਾ ਮਾਲਕ ਪਰਮਾਤਮਾ ਨੇ। ਕਹਿੰਦੇ ਹੁਣ ਮੈਂ ਜਿੰਨਾ ਮਰਜ਼ੀ ਦੇਵਾਂ ਉਹ ਮੁੱਕਦਾ ਹੀ ਨਹੀਂ ਆ, ਜਿੰਨਾ ਮਰਜ਼ੀ ਖਾਵਾਂ ਉਹ ਮੇਰੇ ਕੋਲੋਂ ਜਾਂਦੀ ਨਹੀਂ ਆ। ਮੇਰੇ ਕੋਲ ਅੰਮ੍ਰਿਤ ਜਿਹੜਾ ਹੈਗਾ ਨਾ ਮੁੱਕਦਾ ਹੈ ਤੇ ਨਾ ਦੇ ਕੇ ਵੀ ਜਿਹੜਾ ਹੈਗਾ ਹੁਣ ਮੈਂ ਵੰਡਦਾ ਇਸ ਚੀਜ਼ ਨੂੰ ਲੋਕਾਂ ਨੂੰ। ਆਹ ਦੇਖ ਲਓ ਸਾਰੇ ਬ੍ਰਹਮ ਗਿਆਨੀ ਕਬੀਰ ਜੀ ਆਪਾਂ ਨੂੰ ਦੇ ਰਹੇ ਆ, ਆਪਾਂ ਨੂੰ ਦੱਸ ਰਹੇ ਆ। ਕਹਿੰਦੇ ਸੋ ਦੀਆ ਨਾ ਜਾਈ ਖਾਇਆ, ਐਸਾ ਇੰਨਾ ਮਿਲ, ਕਹਿੰਦੇ ਜਿੰਨਾ ਦੇਵਾਂਗੇ ਓਨਾ ਹੀ ਹੋਰ ਵਧੂਗਾ। ਇਹ ਛੋੜਿਆ ਨਾ ਜਾਈ ਮੂਕਾ। ਕਹਿੰਦੇ ਛੱਡਿਆ ਵੀ ਨਹੀਂ ਜਾਂਦਾ ਤੇ ਨਾ ਮੁੱਕਦਾ ਆ। ਛੋੜਿਆ ਨਾ ਜਾਈ, ਛੋੜਿਆ ਜਾਏ ਨਾ ਮੂਕਾ। ਕਹਿੰਦੇ ਛੋੜਿਆ ਵੀ ਨਹੀਂ ਜਾਂਦਾ ਤੇ ਮੁੱਕਦਾ ਵੀ ਨਹੀਂ ਆ। ਔਰਨ ਪੈ ਜਾਣਾ ਚੁੱਕਾ। ਕਹਿੰਦੇ ਹੁਣ ਨਹੀਂ ਕਿਸੇ ਕੋਲ ਜਾਣ ਦੀ ਲੋੜ ਪਾਈ, ਬਿਲਕੁਲ ਖਤਮ ਕਿਸੇ ਕੋਲ। ਹੁਣ ਮਾਲਕ ਆ ਗਿਆ, ਜਿਹਦੇ ਘਰ ਰਾਜਾ ਆ ਗਿਆ, ਉਹ ਜਾ ਕੇ ਫਿਰ ਜਾ ਕੇ ਦਾਨ ਮੰਗਦਾ ਫਿਰੂਗਾ। ਹਾਂਜੀ ਵੀਰ, ਹਾਂਜੀ ਠੀਕ ਹੈ ਜੀ। ਇਹਦੇ ਜਾਚਕ ਜਨ ਦਾਤਾ ਪਾਇਆ। ਹੁਣ ਸਭ ਤੋਂ ਪਹਿਲਾਂ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ, ਸਭ ਤੋਂ ਵੱਡੀ ਗੱਲ ਇਹ ਆ ਕਿ ਇਨਸਾਨ ਦਾ ਜਨਮ ਮਿਲ ਜਾਣਾ। ਉਸ ਤੋਂ ਬਾਅਦ ਜਨਮ ਤੇ ਮਿਲ ਗਿਆ, ਪਰਮਾਤਮਾ ਨੂੰ ਪਾਉਣ ਦੀ ਇੱਛਾ ਪੈਦਾ ਹੋ ਜਾਣੀ। ਬੜੀ ਵੱਡੀ ਗੱਲ ਹੈ। ਜੀਵ ਦੇ ਮਨ ਚ ਇੱਛਾ ਕਿੱਥੇ ਪੈਦਾ ਹੁੰਦੀ ਹੈ? ਕੋਈ ਆਪ ਪੁੱਛ ਕੇ ਦੇਖ ਲਓ ਕਿਸੇ ਨੂੰ ਕਿ ਰੱਬ ਨੂੰ ਮਿਲਣਾ ਕਿਸੇ ਨੇ?
ਉਹ ਬਾਣੀ ਤੇ ਕਹਿਣ ਦੀ ਘੁੰਗੜ ਕੱਢ ਰਿਹਾ ਉਧਰ, ਉਹਦੇ ਤੇ ਮੂੰਹ ਵੀ ਨਹੀਂ ਕਰਦਾ, ਕੋਈ ਨਹੀਂ ਮੂੰਹ ਕਰਦਾ, ਕਿਉਂਕਿ ਰਸਾਂ 'ਚ ਬੰਦਾ ਖੁਸ਼ ਹੈ। ਫਿਰ ਕਹਿੰਦੇ ਆ ਕਿ ਸੋ ਦੀਆ ਨਾ ਜਾਏ ਖਾਇਆ, ਫਿਰ ਜਦੋਂ ਦਿੰਦਾ ਹੈ ਤੇ ਕਿੱਥੋਂ ਖਾਧਾ ਜਾਂਦਾ ਹੈ। ਆਤਮਾ ਦਾ ਸੁੱਖ ਜਿਹੜਾ ਨਿੱਜਰ ਸਾਹਿਬ, ਹਾਂਜੀ ਹਾਂਜੀ, ਉਹ ਪਰਮਾਤਮਾ ਦਿੰਦਾ ਹੈ, ਫਿਰ ਝੋਲੀ 'ਚ ਪਾ ਦਿੰਦਾ ਹੈ। ਜਿਹੜਾ ਮੰਗਦਾ ਹੈ ਉਹਨੂੰ ਦਿੰਦਾ, ਤੇ ਜਿਹੜਾ ਮੰਗਦਾ ਹੀ ਨਹੀਂ। ਹੁਣ ਤੁਸੀਂ ਜਾਓ ਬਾਜ਼ਾਰ 'ਚ ਤੇ ਉੱਥੇ ਕਾਊਂਟਰ ਤੇ ਜਾ ਕੇ ਤੁਹਾਨੂੰ ਕਹਿਣਾ ਪੈਣਾ, ਭਾਈ ਮੈਨੂੰ ਆ ਗੁਲਾਬ ਜਾਮੁਨ ਚਾਹੀਦੇ, ਮੈਨੂੰ ਬਰਫੀ ਚਾਹੀਦੀ ਆ ਮੈਨੂੰ ਫਲਾਨੀ ਚੀਜ਼ ਚਾਹੀਦੀ ਆ। ਫਿਰ ਕਹਿੰਦੇ ਬਈ ਲਿਆ, ਆ ਲੈ ਲਾ, ਆ ਫਲਾਨੀ ਚੀਜ਼ ਲੈ ਲਾ। ਹੁਣ ਜਿਹੜੀ ਮੰਗਾਂਗੇ ਉਹ ਮਿਲੂਗੀ। ਜੇ ਆਪਾਂ ਪ੍ਰਮਾਤਮਾ ਨੂੰ ਮੰਗਾਂਗੇ, ਇਹ ਕਰਮ ਭੂਮੀ ਆ, ਇਹ ਸੰਸਾਰ ਆ, ਤੁਹਾਨੂੰ ਮੂੰਹ ਮੰਗਣਾ ਹੀ ਪੈਣਾ ਵਾ ਨਿੱਜਰ ਸਾਹਿਬ। ਬਿਲਕੁਲ, ਕਿਉਂਕਿ ਇਹ ਆਪਾਂ ਦੂਜੀਆਂ ਚੀਜ਼ਾਂ ਵੀ ਤਾਂ ਮੰਗਦੇ ਆ ਨਾ। ਹੁਣ ਆਪਾਂ ਸਵੇਰੇ ਆਪਣੇ ਘਰਦਿਆਂ ਨੂੰ ਨਹੀਂ ਕਹਿੰਦੇ ਵੀ ਇਹ ਪਰੌਂਠਾ ਖਾਣਾ, ਮੈਂ ਰੋਟੀ ਖਾਣੀ, ਕਿ ਬ੍ਰੈਡ ਖਾਣੀ, ਜਾਂ ਮੈਂ ਸੈਂਡਵਿਚ ਖਾਣਾ, ਜਾਂ ਮੈਂ ਦੁੱਧ ਪੀਣਾ। ਇਹ ਵੀ ਅਧਿਆਤਮਿਕ ਜਿਹੜੀ ਆ ਮੰਗ ਆਪਣੀ ਹੈਗੀ ਆ। ਸ਼ੁਰੂਆਤ ਤੁਹਾਨੂੰ ਮੂੰਹ 'ਚ ਹੀ ਕਰਨੀ ਪੈਣੀ ਹੈ, ਬਾਅਦ 'ਚ ਆਪਣੇ ਆਪ ਹੀ ਸੂਖਮ ਹੋ ਜਾਣੀ। ਹਾਂਜੀ, ਫਿਰ ਅੱਗੇ ਕਹਿੰਦੇ ਆ, ਹਾਂ, ਛੋੜਿਆ ਜਾਏ ਨਾ ਮੂਕਾ, ਕਹਿੰਦੇ ਛੱਡਿਆ ਨਹੀਂ ਜਾਂਦਾ, ਨਾ ਮੁੱਕਦਾ ਹੈ। ਇਹ ਅੰਮ੍ਰਿਤ ਦਾ ਰਸ, ਇਹ ਜੋ ਮਾਲਕ ਨੇ ਦਾਤ ਦਿੱਤੀ ਆ। ਔਰਨ ਪੇ ਜਾਣਾ ਚੁੱਕਾ, ਬਾਕੀਆਂ ਕੋਲ, ਹੋਰਾਂ ਕੋਲ ਜਾਣਾ ਜਿਹੜਾ ਹੈਗਾ ਚੁੱਕ ਗਿਆ। ਕਹਿੰਦੇ ਹੁਣ ਨਹੀਂ ਕਿਸੇ ਤੇ ਡਿਪੈਂਡੈਂਟ ਨਹੀਂ ਹੈਗਾ, ਗੇਮ ਜਿੱਤ ਲਈ। ਹਾਂਜੀ ਬਿਲਕੁਲ ਠੀਕ, ਹਾਂਜੀ ਠੀਕ ਹੈ। ਜਦੋਂ ਤੁਹਾਨੂੰ ਗਿਆਨ ਪ੍ਰਗਟ ਹੋ ਗਿਆ ਤੁਹਾਡੇ ਅੰਦਰ, ਤੇ ਤੁਹਾਡਾ ਫਿਰ ਬਾਹਰ ਹੀ ਜਿਹੜਾ ਸੰਸਾਰਿਕ ਜਿਹੜੀ ਗਤੀ ਸੀ ਉਹ ਬੰਦ ਹੋ ਜਾਏਗੀ। ਹਾਂ, ਤੇ ਜੇ ਤੁਹਾਡੀ ਗਤੀ ਅਜੇ ਵੀ ਚੱਲ ਰਹੀ ਆ ਤੇ ਸਮਝ ਲਓ ਗਿਆਨ ਪ੍ਰਗਟ ਨਹੀਂ ਹੋਇਆ। ਫਿਰ ਕਹਿੰਦੇ ਆ ਮੈਂ ਜਿਹੜਾ ਲੋਕਾਂ ਨੂੰ ਤੁਰਿਆ ਫਿਰਦਾ ਸਾਂ ਗਿਆਨ ਪ੍ਰਾਪਤ ਕਰਨ ਦੇ ਲਈ, ਮੈਨੂੰ ਦੇ ਦੋ, ਉਹ ਚੁੱਕ ਗਿਆ। ਕਿਉਂਕਿ ਜਿਹਨੂੰ ਜਾਣਨਾ ਹੀ ਉਹ ਤੇ ਮਿਲ ਗਿਆ। ਜਦੋਂ ਵੀ ਤੁਸੀਂ ਆਤਮਾ ਨੂੰ ਅਨੁਭਵ ਕਰ ਲਿਆ, ਉਸ ਤੋਂ ਬਾਅਦ ਤੁਹਾਡੇ ਅੰਦਰ ਇੱਛਾ ਨਹੀਂ ਰਹਿ ਜਾਣੀ ਕਿਸੇ ਹੋਰ ਚੀਜ਼ ਨੂੰ ਜਾਣਨ ਦੀ, ਕਿਉਂਕਿ ਆਤਮਾ ਹੀ ਤੇ ਜਾਣਨ ਵਾਲੀ ਸ਼ਕਤੀ ਹੈ। ਆਪਣੀ ਜਿਹੜੀ ਭਾਲ ਹੈ ਨਾ, ਆਪਾਂ ਸਾਡੇ ਭੋਗਾਂ 'ਚ ਚੀਜ਼ ਲੱਭਦੇ ਫਿਰਦੇ ਆ, ਆਪਾਂ ਲੱਭਦੇ ਹਾਂ ਸੁੱਖ। ਉਹ ਸੁੱਖ ਹੈਗਾ ਅਸਲ 'ਚ ਆਤਮਾ ਦਾ। ਅਸੀਂ ਉਹ ਲੱਭਦੇ ਫਿਰਦੇ ਆ, ਪਰਮ ਸੁੱਖ, ਅਖੰਡ ਸੁੱਖ, ਅਖੰਡ ਸ਼ਾਂਤੀ। ਉਹ ਜਿਹੜਾ ਜਦੋਂ ਸਾਨੂੰ ਮਿਲ ਗਿਆ, ਤੇ ਫਿਰ ਆਪਾਂ ਨਕਲੀ ਖੰਡ ਕਿੱਥੋਂ ਪਰਮ ਦੂਜੇ ਸੁੱਖ ਆਪਾਂ ਨੂੰ ਚੰਗੇ ਲੱਗਣੇ। ਜਦੋਂ ਆਪਾਂ ਨੂੰ ਪਰਮ ਸੁੱਖ ਮਿਲ ਗਿਆ, ਜਿਹੜਾ ਬੰਦਾ ਅੰਮ੍ਰਿਤ ਪੀ ਰਿਹਾ ਹੈ, ਉਹਨੂੰ ਮਾੜੇ ਮੋਟੇ ਭੋਗ ਕੀ ਕਹਿਣਗੇ? ਉਹਨੂੰ ਖੁਸ਼ ਕਰਨਗੇ। ਉਹ ਕਹੂਗਾ ਬਈ ਮੈਂ ਤੇ ਅੰਮ੍ਰਿਤ ਪੀ ਲਿਆ, ਆਬੇ ਹਯਾਤ ਪੀ ਲਿਆ, ਹੁਣ ਇਹ ਮੈਨੂੰ ਭੋਗ ਕੁਛ ਨਹੀਂ ਕਹਿ ਸਕਦੇ। ਔਰ ਮੇਰੀ ਹੁਣ ਆਪਾਂ ਜਦੋਂ ਚੀਜ਼ ਆਪਾਂ ਛੋਟੀ ਤੋਂ ਵੱਡੀ ਤੇ ਚੱਲ ਜਾਂਦੇ ਆ, ਫਿਰ ਛੋਟੀ ਭੁੱਲ ਜਾਂਦੀ ਹੈ, ਆਪਣੇ ਆਪ ਹੀ ਭੁੱਲ ਜਾਂਦੀ। ਉਹਨੂੰ ਭੁੱਲਣ ਦੀ ਕਿਹੜੀ ਲੋੜ ਹੈ? ਇਹ ਜੇ ਸਾਹਿਬ ਤੁਸੀਂ ਮਾੜੇ ਘਰ 'ਚ ਰਹਿੰਦੇ ਜੋ, ਵੱਡੇ ਘਰ 'ਚ ਚੱਲ ਜਾਓ, ਤੁਸੀਂ ਮੈਨੂੰ ਕਹਿ ਦਿਓ ਕਿ ਚਰਨਜੀਤ ਤੋਂ ਪੁਰਾਣੇ ਮਾੜੇ ਸੜੇ ਘਰ ਦੀ ਮੈਨੂੰ ਬੜੀ ਯਾਦ ਆਉਂਦੀ ਆ, ਨਹੀਂ ਆਊਗੀ, ਕਿਉਂਕਿ ਤੁਹਾਨੂੰ ਤੇ ਮਹਿਲ ਮਿਲ ਗਿਆ। ਸੋ ਏਦਾਂ ਹੀ ਆ। ਇਸੇ ਤਰ੍ਹਾਂ ਕਹਿੰਦੇ ਆ ਕਿ ਫਿਰ ਉਹ ਔਰਨ ਪਹਿ ਜਾਣਾ ਚੁੱਕਾ, ਫਿਰ ਲੋਕਾਂ ਕੋਲ ਜਾਣਾ ਜਿਹੜਾ ਚੁੱਕ ਗਿਆ, ਕਿਉਂਕਿ ਜਿਹੜੀ ਭਟਕਣਾ ਸੀ ਖਤਮ ਹੋ ਗਈ। ਜਿੱਥੇ ਜਾਣਾ ਸੀ ਉੱਥੇ ਪਹੁੰਚ ਗਏ ਤੁਸੀਂ। ਹਾਂਜੀ ਨਿੱਜਰ ਸਾਹਿਬ, ਆਖਰੀ ਹੁਣ ਕਹਿ ਰਹੇ ਆ ਭਾਈ, ਹੁਣ ਦੇਖੋ ਕਿ ਕਬੀਰ ਜੀ ਕਹਿੰਦੇ ਦੇਖ ਹੁਣ ਤੇਰੀ ਮਰਜ਼ੀ ਹੈ, ਗਿਆਨ ਤੈਨੂੰ ਦੇ ਦਿੱਤਾ, ਤੈਨੂੰ ਸਾਰਾ ਕੁਝ ਸਮਝਾ ਦਿੱਤਾ। ਹੁਣ ਹਾਲੇ ਵੀ ਬਾਲ ਤੇਰੇ ਕੋਰਟ 'ਚ ਹੀ ਹੈ, ਤੇਰੀ ਇੱਛਾ ਹੈ ਕਿ ਹਾਲੇ ਵੀ ਜਿਹੜਾ ਹੈਗਾ ਤੂੰ ਚੱਲਣਾ ਕਿ ਨਹੀਂ ਚੱਲਣਾ, ਤੂੰ ਕਿਹੜੇ ਪਾਸੇ ਨੂੰ ਜਾਣਾ ਹੈ। ਮੈਂ ਪੂਰਾ ਤੈਨੂੰ ਜਾਣਕਾਰੀ ਦੇ ਦਿੱਤੀ, ਗਿਆਨ ਦੇ ਦਿੱਤਾ, ਸਭ ਤੋਂ ਸੁਪਰੀਮ ਸੁੱਖ ਤੈਨੂੰ ਸਮਝਾ ਦਿੱਤਾ। ਜੋ ਜੀਵਨ ਮਰਨਾ ਜਾਣਾ ਹੈ ਭਾਈ, ਆ ਹੈਗਾ ਮਨੁੱਖੀ ਸਰੀਰ ਹੈਗਾ ਜੀਵਨ। ਇਸੇ ਜੀਵਨ ਦੇ ਵਿੱਚ ਜਿਹੜਾ ਹੈਗਾ ਇਹ ਬਾਹਰੀ ਰਸ-ਕਸ ਜਿਹੜਾ ਚੋਗਾ ਪਾਇਆ ਹੋਇਆ ਹੈ, ਜਿਹੜੇ ਹੈਗੇ ਕੁੰਡੀ ਦੇ ਵਿੱਚ ਜਿਹੜਾ ਹੈਗਾ ਗੰਡੋਇਆ ਪਾ ਕੇ ਛੱਡਿਆ ਹੋਇਆ। ਕਹਿੰਦੇ ਇਸ ਚੋਂ ਬਚਣਾ ਜਾਣ ਲੈ ਜਿਹੜਾ ਇਨਸਾਨ, ਇਸ ਚੋਂ ਮਰਨਾ, ਇਹ ਸਵਾਦ ਤੋਂ ਇਹਨਾਂ ਨੂੰ ਡ੍ਰੌਪ ਕਰਨਾ ਜਿਹੜਾ ਸਿੱਖ ਲਏ। ਇਹ ਜੀਵਨ ਐਸੇ ਜੀਵਨ 'ਚ ਹੋ ਸਕਦਾ ਹੈ। ਮਨੁੱਖੀ ਸਰੀਰ ਜਦ ਤੱਕ ਹੈਗਾ ਤਦ ਤੱਕ ਹੀ ਇਹ ਗੱਲ, ਤਦ ਤੱਕ ਹੀ ਜਾਣ ਸਕਦੇ ਹਾਂ ਆਪਾਂ। ਜੋ ਜੀਵਨ ਮਰਨਾ ਜਾਣਾ ਸੋ ਪੰਚ ਸੈਲ ਸੁਖ ਮਾਨੈ। ਸੈਲ ਕਹਿੰਦੇ ਆ ਪਹਾੜ ਪੱਥਰ, ਪੰਚ ਕਹਿੰਦੇ ਆ ਇਹ ਪੰਚ ਪਰਵਾਨ, ਪੰਚ ਪ੍ਰਧਾਨ, ਪੰਚੇ ਭਾਵੇਂ ਦਰਗੇ ਮਾਨ। ਪੰਚ ਕਹਿੰਦੇ ਆ ਸਾਧ ਸੰਗਤ, ਕਹਿੰਦੇ ਉਹ ਸਾਧ ਸੰਗਤ ਦੇ ਤੋਂ ਪੰਚ ਸੈਲ ਸੁੱਖ ਕਹਿੰਦੇ ਆ, ਜਿਹੜਾ ਕਿ ਪਹਾੜ ਜਿੰਨਾ ਸੁੱਖ ਆ ਜਿਹੜਾ ਉਹ ਸੁੱਖ ਮਾਣ ਲੈਂਦਾ ਉਹ। ਸੋ ਪੰਚ ਸੈਲ ਸੁਖ ਮਾਨੈ ਕਬੀਰ ਹੈ ਸੋ ਧਨ ਪਾਇਆ। ਕਬੀਰ ਜੀ ਕਹਿੰਦੇ ਆ ਭਾਈ ਮੈਂ ਤਾਂ ਉਹ ਧਨ ਪ੍ਰਾਪਤ ਕਰ ਲਿਆ, ਮਾਲਕ ਨੇ ਮਿਹਰ ਕਰ ਦਿੱਤੀ। ਕਬੀਰਾ ਸੋ ਧਨ ਪਾਇਆ, ਹਰ ਭੇਟਤ ਆਪ ਮਿਟਾਇਆ। ਕਹਿੰਦੇ ਹੁਣ ਕਬੀਰ ਕਬੂਰ ਹੈ ਨਹੀਂ ਗਾ। ਹੁਣ ਕਹਿੰਦੇ ਆ ਉਹ ਮਾਲਕ ਪਰਮਾਤਮਾ ਹੀ ਹੈਗਾ, ਮੇਰਾ ਆਪ, ਮੇਰੀ ਆਈਡੈਂਟਿਟੀ ਕੁਛ ਨਹੀਂ ਹੈਗੀ।
ਹੁਣ ਜਿਹੜਾ ਹੈਗਾ कबीर तू करता तू बया मुझ में रहा ना हूँ जब आपा पर का मिट गया जब देखो तत तू हुण तां सिर्फ वो मालक रह गया। हाँ जी वीर जी। हाँ जी ठीक है जी। कबीर जी फिर आखिरी अवस्था की गल कर रहे हैं ते कहंदे कि जो जीवन मरना जाने सो पंच सैर सुख माने। वो कहंदे कि जिहड़ा बंदा जीवना जीवदे च जी जिहड़ा उस अवस्था नूं प्राप्त कर लैंदा है हाँ ते अज्ञान नूं मार लैंदा है भरम नूं मार लैंदा है ਉਹ ਬੰਦੇ ਨੂੰ ਸੁੱਖ ਮਿਲ ਜਾਂਦਾ। ਪਹਾੜ ਜਿੰਨਾ ਸੁੱਖ ਮਿਲ ਜਾਂਦਾ। ਪਹਾੜ ਵੇਖਿਆ ਕਦੇ? ਪਹਾੜ ਜਾ ਕੇ ਵੇਖੋ, ਅਸੀਂ ਉੱਥੇ ਵੇਖਦੇ ਹੁੰਦੇ ਆ ਇੱਧਰ ਮਨਾਲੀ ਗਿਆ ਐਡੇ ਐਡੇ ਪਹਾੜ ਘੁੰਮੀ ਜਾਓ ਘੰਟਾ ਗੱਡੀ ਇੱਥੇ ਘੁੰਮੀ ਜਾਂਦੀ ਆ ਤੇ ਬੰਦਾ ਥੋੜਾ ਜਿਹਾ ਗਾਂ ਲੰਘਦਾ ਕਹਿੰਦੇ ਪਹਾੜ ਵਰਗਾ ਸੁੱਖ ਮਿਲ ਜੂ। ਕਹਿਣ ਤੋਂ ਭਾਵ ਕਾਊਂਟਲੈਸ ਬਹੁਤ ਵੱਡਾ ਸੁੱਖ ਮਿਲ ਜੇ। ਜਿਹੜਾ ਜਿਉਂਦੇ ਜੀ ਉਹਨਾਂ ਪੰਜਾਂ ਨੂੰ ਮਾਰ ਲੈਂਦਾ। ਹਾਂਜੀ ਨਜਰ ਸਾਹਿਬ, ਇਹਦੇ ਵਿੱਚ ਦੇਖੋ ਪੰਚ ਸੈਲ ਕਿਉਂ ਲਿਖਿਆ ਹੋਇਆ? ਪੰਚ ਸੈਲ ਦਾ ਮਤਲਬ ਆ ਜਿਹੜੇ ਪੰਜ ਜਿਹੜੇ ਪ੍ਰਵਾਨ ਹੋਏ ਬੰਦੇ ਜਿਹੜੇ ਬ੍ਰਹਮ ਗਿਆਨੀ ਹੈਗੇ ਜਿਹਨੂੰ ਸੁੱਖ ਕਹਿ ਰਹੇ ਆ ਉਹ ਸੁੱਖ ਮਿਲ ਜਾਂਦਾ ਹੈ। ਕਹਿੰਦੇ ਉਹ ਸੁੱਖ ਮਾਣਦਾ ਹੈ। ਉਹ ਐਵੇਂ ਦੁਨੀਆ ਦੇ ਭੋਗ ਵਿਲਾਸ ਨਹੀਂ ਜਿਹਨੂੰ ਇਹ ਸੁੱਖ ਮਿਲ ਗਿਆ ਜੀ ਬੜਾ ਖੁਸ਼ ਹੋਇਆ, ਬੜਾ ਸੁੱਖ ਮਿਲ ਗਿਆ, ਬੜਾ ਸੁੱਖ ਮਾਣਦੇ ਆ। ਇਹ ਸੁੱਖ ਦੀ ਗੱਲ ਨਹੀਂ ਕਰ ਰਹੇ। ਜੋ ਪੰਚ ਸੈਲ ਜਿਹੜੇ ਆ ਕਹਿੰਦੇ ਪ੍ਰਮਾਣਿਤ ਜਿਹੜੇ ਹੈਗੇ ਪ੍ਰਵਾਨ ਹੋਏ ਬੰਦੇ ਜਿਹੜੇ ਆ ਜਿਹੜੇ ਬ੍ਰਹਮ ਗਿਆਨੀ ਮਾਲਕ ਦੇ ਦਰ ਤੇ ਪ੍ਰਵਾਨ ਜੋ ਸੁੱਖ ਨੂੰ ਕਹਿ ਰਹੇ ਆ ਉਹ ਸੁੱਖ ਮਾਣਦਾ ਹੈ। ਹਾਂਜੀ ਵੀਰ ਜੀ। ਹਾਂਜੀ ਕਹਿਣ ਤੋਂ ਭਾਵ ਹੈ ਜੀ ਉਹ ਦੱਸਿਆ ਨਾ ਇੱਕ ਹੁੰਦਾ ਪ੍ਰਤੱਖ ਪ੍ਰਮਾਣ ਸ਼ਬਦ ਪ੍ਰਮਾਣ ਤੇ ਇੱਕ ਅਨੁਮਾਨ ਹੁੰਦਾ। ਇਹ ਕਹਿੰਦੇ ਪ੍ਰਤੱਖ ਪ੍ਰਮਾਣ ਹੋ ਜੂਗਾ। ਪ੍ਰਤੱਖ ਤੁਹਾਡੇ ਸਾਹਮਣੇ ਕੋਈ ਸਾਹਮਣੇ ਚੀਜ਼ ਪ੍ਰਗਟ ਹੋ ਗਈ, ਇਸੇ ਤਰ੍ਹਾਂ ਤੁਸੀਂ ਆਪਣੀ ਆਤਮਾ ਨੂੰ ਆਪਣੇ ਸਾਹਮਣੇ ਵੇਖੋਗੇ। ਗੱਲੀ ਬਾਤੀ ਕੁਛ ਨਹੀਂ, ਬਿਲਕੁਲ ਸਾਹਮਣੇ ਪ੍ਰਗਟ ਹੋ ਜੂਗੀ ਤੁਹਾਡੇ ਐ ਨਹੀਂ ਕੋਈ ਸੁਣੀਆਂ ਸੁਣਾਈਆਂ ਗੱਲਾਂ ਕਿ ਮੈਂ ਆ ਹੋਊਗਾ ਤੇ ਆ ਹੋਊਗਾ ਨਾ, ਪ੍ਰੈਕਟੀਕਲੀ ਤੁਹਾਨੂੰ ਆਤਮਾ ਦੇ ਦਰਸ਼ਨ ਹੋ। ਠੀਕ ਹੈ ਜੀ। ਤੇ ਫਿਰ ਕਹਿੰਦੇ ਜਿਹੜਾ ਇਹ ਜਾਣ ਲੈਂਦਾ ਤੇ ਜਿਹੜਾ ਸੰਤਾਂ ਨੇ ਪ੍ਰਾਪਤ ਕੀਤਾ ਉਹੀ ਤੁਸੀਂ ਕਰ ਲੈਣਾ। ਇਹ ਉਸ ਤੋਂ ਘੱਟ ਤੇ ਵੈਸੇ ਵੀ ਗੱਲ ਨਹੀਂ ਬਣਨੀ। ਵੈਸੇ ਵੀ ਪ੍ਰਮਾਤਮਾ ਨੂੰ ਜਿੰਨੇ ਜਾਣਨਾ ਹੈ ਪ੍ਰਮਾਤਮਾ ਵਰਗਾ ਹੀ ਬਣਨਾ ਪੈਣਾ ਹੈ। ਹਾਂ ਨਹੀਂ ਤਾਂ ਕਿੱਥੋਂ ਰਲੋਗੇ? ਜਿਹੜੀ ਚੀਜ਼ ਨਕਲੀ ਚ ਅਸਲੀ ਕਿੱਦਾਂ ਰਲੂਗੀ? ਅਸਲੀ ਚ ਅਸਲੀ ਰਲ ਸਕਦੀ ਹੈ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ। ਪਾਣੀ ਚ ਹੀ ਰਲੂਗਾ ਭਾਈ, ਬਾਕੀ ਚ ਨੇੜੇ ਹੋ ਸਕਦਾ ਹੈ ਪਰ ਉਹ ਰਲ ਨਹੀਂ ਸਕਦਾ, ਉਹ ਚੀਜ਼ ਨਹੀਂ ਬਣੇਗੀ। ਠੀਕ ਹੈ ਜੀ। ਕਹਿੰਦੇ ਕਿ ਕਬੀਰ ਸੋ ਧਨ ਪਾਇਆ ਹਰੀ ਭੇਟ ਆਪ ਮਿਟਾਇਆ। ਉਹ ਕਹਿੰਦੇ ਐਸਾ ਧਨ ਪ੍ਰਾਪਤ ਕਰ ਲਿਆ। ਜਦੋਂ ਉਹ ਧਨ ਮਿਲਦਾ ਫਿਰ ਸਾਰੀ ਗਰੀਬੀ ਦੂਰ ਹੋ ਜਾਂਦੀ ਹੈ। ਵੇਖਿਆ ਜਿਹੜੇ ਸੰਤ ਸੁੰਤ ਹੁੰਦੇ ਕਿੱਦਾਂ ਮਲੰਗ ਰਹਿੰਦੇ ਨੇ, ਉਹਨਾਂ ਕੋਲ ਪੈਸੇ ਥੋੜੀ ਹੁੰਦੇ ਆ, ਥੋੜੇ ਜਿਹੇ ਪੈਸੇ, ਥੋੜਾ ਜਿਹਾ ਜੀਵਨ, ਬਿਲਕੁਲ ਹੀ ਸਿੰਪਲ ਜੀਵਨ। ਪੈਸੇ ਲਈ ਤੇ ਗੱਲ ਹੀ ਨਹੀਂ ਚੱਲਦੀ ਕਿਤੇ। ਤੇ ਕਹਿੰਦੇ ਐਸਾ ਧਨ ਮਿਲ ਜਾਂਦਾ, ਪਰਮਾਤਮਾ ਦੇ ਦਿੰਦਾ ਧਨ। ਪਰਮਾਤਮਾ ਕੀ ਆਪਣੇ ਆਪ ਨੂੰ ਦਿੰਦਾ ਪਰਮਾਤਮਾ। ਫਿਰ ਤੇ ਫਿਰ ਬਾਕੀ ਕੀ ਰਹਿ ਗਿਆ? ਬਾਕੀ ਸੰਸਾਰਿਕ ਸੁੱਖ ਕੀ ਕਰਨੇ? ਇਹ ਤੇ ਬਸ ਇਹ ਹੈ ਕਿ ਉਹ ਬਾਣੀ ਚ ਲਿਖਿਆ ਵੀ ਹੈ ਵੱਡੇ ਵੱਡੇ ਜੋ ਦੀਸਨ ਲੋਕ ਤਿੰਨ ਕੋ ਪਿਆਪੇ ਚਿੰਤਾ ਰੋ। ਉਹ ਵਿਚਾਰੇ ਤੇ ਉਲਝੇ ਪਏ ਤੇ ਬਸ ਠੀਕ ਹੈ ਨਜਰ ਸਾਹਿਬ। ਹਾਂਜੀ ਵੀਰ ਜੀ ਬਿਲਕੁਲ ਬਹੁਤ ਵਧੀਆ। ਤੇ ਕਹਿੰਦੇ ਕਬੀਰ ਜੀ ਕਹਿੰਦੇ ਫਿਰ ਉਹ ਮੈਂ ਧਨ ਪਾਲਿਆ ਮਤਲਬ ਪਾਇਆ। ਗੱਲਾਂ ਕੇਵਲ ਗੱਲਾਂ ਦੇ ਕੜਾਹ ਨਹੀਂ ਬਣੇ। ਆਮ ਲੋਕੀ ਇਹ ਸੋਚਦੇ ਕਿ ਬਾਬਾ ਜੀ ਪਤਾ ਨਹੀਂ ਕਿੱਥੇ ਮਿਲਾਉਣਗੇ। ਬਾਬੇ ਜੀ ਨਹੀਂ ਮਿਲਾਉਣਗੇ। ਕਬੀਰ ਜੀ ਕਹਿੰਦੇ ਮੈਂ ਪਾਲਿਆ, ਮੈਂ ਵੇਖ, ਮੈਂ ਇਹਨੂੰ ਲੱਭ ਲਿਆ। ਕਲਪਨਾ ਨਹੀਂ, ਗੱਲਾਂ ਨਹੀਂ, ਕਿਹੜੀਆਂ ਸੁਣੀਆਂ ਸੁਣਾਈਆਂ ਕਹਾਣੀਆਂ। ਜਿੱਦਾਂ ਕਾਸ਼ੀ ਚ ਕਹਿੰਦੇ ਕਿ ਇੱਥੇ ਆਰਾ ਦੇ ਆਰੇ ਚ ਮੱਥਾ ਮਾਰੋ, ਆਪਣਾ ਸਿਰ ਪਾੜ ਲਓ ਤੇ ਤੁਸੀਂ ਸਵਰਗ ਚ ਚੱਲ ਜਾਓਗੇ। ਉਹ ਕਹਿੰਦੀ ਇਹੋ ਜਿਹੀ ਗੱਲ ਨਹੀਂ, ਮੈਂ ਵੇਖ ਲਿਆ ਉਹਨੂੰ ਆਪ। ਤੇ ਬਾਣੀ ਚ ਵੀ ਕਿਹਾ ਜਬ ਜਾਨਾ ਤਬ ਹੀ ਮਾਨਾ। ਉਹ ਨਜ਼ਰ ਮਨ ਨੀ ਜੋ ਮੰਨਦਾ। ਬਿਲਕੁਲ ਹਨਾ। ਮਨ ਨੂੰ ਤੇ ਗੱਪਾਂ ਨੀ ਚਾਹੀਦੀਆਂ, ਮਨ ਨੂੰ ਪ੍ਰੈਕਟੀਕਲ ਅਨੁਭਵ ਚਾਹੀਦਾ। ਉਹਨਾਂ ਚਿਰ ਤੱਕ ਮਨ ਨੇ ਸ਼ਾਂਤੀ ਨੀ ਹੋਣਾ ਤੁਹਾਡੇ ਨੇ। ਜਦ ਤੱਕ ਆਤਮਾ ਨੂੰ ਦੇਖੂਗਾ ਨਹੀਂ, ਆਤਮਾ ਚ ਦੇਖੂਗਾ ਫਿਰ ਇਹਨੇ ਕਹਿਣਾ ਹੁਣ ਰੁਕ ਜਾ ਬਸ। ਫਿਰ ਹੌਲੀ ਕਰਕੇ ਸ਼ਾਂਤ ਹੋ ਜਾਣਾ। ਕਿਉਂਕਿ ਇੱਕਦਮ ਨਹੀਂ ਸ਼ਾਂਤ ਹੋ ਸਕਦਾ। ਗੱਡੀ ਭਜਾਈ ਕਿੱਦਾਂ ਦੀ ਸਪੀਡ ਨਾਲ ਤੇ ਉਹਨੇ ਇੱਕ ਇੱਥੇ ਨੀ ਬ੍ਰੇਕ ਮਾਰੀ ਤਾਂ ਐਡੀ ਸਪੀਡ ਤੇ ਗੱਡੀ ਤੋਂ ਜਾਮ ਥੋੜੀ ਹੋ ਜਾਣੀ ਆ। ਉਹਨੇ ਹੌਲੀ ਰੁਕਣਾ। ਇਹ ਪ੍ਰਕਿਰਤੀ ਦਾ ਨਿਯਮ। ਬਿਲਕੁਲ ਰੋਜ਼ ਕਰਨਾ ਪੈਣਾ ਹੈ, ਰੋਜ਼ ਕਰਨਾ ਪੈਣਾ ਹੈ ਭਾਈ ਇਹ ਕੰਮ।
ਬਸ ਆਇਆ। ਠੀਕ ਹੈ ਜੀ, ਅੱਜ ਦੀ ਵਿਚਾਰ ਇੱਥੇ ਸਮਾਪਤ। ਹਾਂਜੀ ਵੀਰ ਜੀ, ਇੱਕ ਨਾ ਗੋਰਖੀ ਸਾਹਿਬ ਇੱਕ ਬੀਬੀ ਦੀ ਅਰਦਾਸ ਕਰ ਦੇਣਾ, ਉਹਨਾਂ ਨੂੰ ਸਰੀਰਕ ਕਸ਼ਟ ਹੈਗਾ ਤੇ ਕਹਿੰਦੇ ਸਰੀਰ ਮਿਲਿਆ ਹੈ ਤੇ ਪਰਮਾਤਮਾ ਵੱਲ ਨੂੰ ਲੱਗ ਜਾਏ, ਬਸ ਇੰਨੀ ਕੀ ਉਹਨਾਂ ਦੀ ਬੇਨਤੀ ਹੈ। ਕੋਈ ਨਹੀਂ ਕਰ ਦਿੰਦੇ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਮਿਹਰ ਕਰ ਗਰੀਬ ਨੂੰ ਆਵਾਜ਼ ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ, ਤੇ ਨਿਰੋਗਤਾ ਬਖਸ਼ਣੀ, ਤੰਦਰੁਸਤੀ ਬਖਸ਼ਣੀ। ਮੇਰੇ ਮਾਲਿਕ ਮੇਰੇ ਪਿਤਾ ਇੱਕ ਅਰਦਾਸ ਆਈ ਹੈ ਮਾਤਾ ਦੀ, ਉਹਨਾਂ ਨੂੰ ਦੇ ਨਿਰੋਗਤਾ ਬਖਸ਼ੋ, ਤੰਦਰੁਸਤੀ ਬਖਸ਼ੋ। ਮੇਰੇ ਮਾਲਿਕ ਅਸੀਂ ਸਾਰੇ ਨਿਰਵਿਚਾਰ ਸਮਾਧੀ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ, ਤੁਰੀਆ ਤੱਤ ਵਿੱਚ ਜਾਣਾ ਚਾਹੁੰਦੇ ਹਾਂ। ਮਿਹਰ ਕਰੋ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਹੁਣ ਸਾਧ ਸੰਗਤ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ